सत श्री अकाल जी सारिਆਂ ਨੂੰ ਵੈਲਕਮ ਟੂ ਗੁਰਵਿੰਦਰ ਪੀਟੀ ਚੈਨਲ। ਸਹੀ ਸਮਝਿਆ ਤੁਸੀਂ ਥੰਬਨੇਲ ਨੂੰ ਦੇਖ ਕੇ ਫ੍ਰੀ ਪੀਟੀਈ ਕਲਾਸਿਸ। ਹੁਣ ਤੁਹਾਡੇ ਵਾਸਤੇ ਫ੍ਰੀ ਪੀਟੀ ਦੀਆਂ ਕਲਾਸਿਸ ਮੈਂ ਲੈ ਕੇ ਆਇਆ ਹਾਂ ਆ ਮਹੀਨੇ ਦੇ ਵਿੱਚ 30 ਤਰੀਕ ਤੱਕ ਬਿਲਕੁਲ YouTube ਤੇ ਫ੍ਰੀ ਆਨਲਾਈਨ ਜਿਹੜੀਆਂ ਪੀਟੀ ਦੀਆਂ ਕਲਾਸਿਸ ਪ੍ਰੋਵਾਈਡ ਕਰੂੰਗਾ, ਲਾਈਵ ਵਗੈਰਾ ਰਿਕਾਰਡਡ ਸੈਸ਼ਨ ਵਗੈਰਾ ਜੋ ਪ੍ਰੋਵਾਈਡ ਕਰੂੰਗਾ ਜਾਂ ਲਾਈਵ ਕਲਾਸਿਸ ਡੇਲੀ ਬੇਸਿਸ ਤੇ ਜਿਹੜੀਆਂ ਮੈਂ ਲਵਾਂਗਾ ਉਹ ਬਿਲਕੁਲ ਫ੍ਰੀ ਆਫ ਕਾਸਟ ਹੋਣ ਵਾਲੀਆਂ ਵਾ। ਪਹਿਲਾਂ ਜਦੋਂ ਮੈਂ ਲਾਈਵ ਵਗੈਰਾ ਲੈਣੇ ਸ਼ੁਰੂ ਕੀਤੇ ਸੀਗੇ, ਪਹਿਲਾਂ ਲਾਈਵ ਵਗੈਰਾ ਲੈਂਦਾ ਸੀਗਾ, ਬਹੁਤ ਸਾਰੇ ਸਟੂਡੈਂਟ ਸੀਗੇ ਜਿਹੜੇ ਫੀਸ ਵਗੈਰਾ ਪੇ ਨਹੀਂ ਕਰ ਸਕਦੇ ਸੀਗੇ, ਘਰ ਬੈਠ ਕੇ ਫ੍ਰੀ ਆਫ ਕਾਸਟ ਉਹਨਾਂ ਨੇ ਪੀਟੀ ਕੀਤੀ ਮੇਰੇ ਤੋਂ ਓਨਲੀ ਲਾਈਵ ਕਲਾਸਿਸ ਦੇ ਵਿੱਚ ਡਿਜ਼ਾਇਰ ਸਕੋਰ ਪ੍ਰਾਪਤ ਕੀਤੇ ਆਪਣੇ। ਜੇਕਰ ਤੁਸੀਂ ਵੀ ਫ੍ਰੀ ਆਫ ਕਾਸਟ ਪੀਟੀ ਕਰਨਾ ਚਾਹੁੰਦੇ ਹੋ, ਆਪਣੇ ਡਿਜ਼ਾਇਰ ਸਕੋਰ ਲੈਣਾ ਚਾਹੁੰਦੇ ਹੋ, ਉਹ ਵੀ ਘਰ ਬੈਠ ਕੇ ਤੁਸੀਂ ਲੈ ਸਕਦੇ ਹੋ। ਬਸ ਡੇਲੀ ਬਾਈ ਡੇਲੀ ਲਾਈਵ ਸੈਸ਼ਨ ਦੇਖਣੇ ਭੁੱਲਿਓ ਨਾ। ਲਾਈਵ ਸੈਸ਼ਨ ਮਿਸ ਨਾ ਕਰਨ ਵਾਸਤੇ ਗੁਰਵਿੰਦਰ ਪੀਟੀ ਦਾ ਚੈਨਲ ਜਿਹੜਾ ਵਾ ਉਹ ਸਬਸਕ੍ਰਾਈਬ ਕਰ ਲਓ ਤੁਸੀਂ। ਡੇਲੀ ਗੁਰਵਿੰਦਰ ਪੀਟੀ ਦੇ ਚੈਨਲ ਤੇ ਪੀਟੀ ਦੇ ਰਿਲੇਟਡ ਜਿੰਨੀਆਂ ਵੀ ਵੀਡੀਓਸ ਆ, ਜਿੰਨੀ ਵੀ ਨੌਲੇਜ ਤੁਹਾਡੇ ਨਾਲ ਮੈਨੂੰ ਹੈਗੀ ਆ, ਇਹ ਚੈਨਲ ਦੇ ਉੱਤੇ ਮੈਂ ਸ਼ੇਅਰ ਕਰਿਆ ਕਰੂੰਗਾ ਡੇਲੀ ਬਾਈ ਡੇਲੀ। ਸੋ ਵੀਡੀਓ ਨੂੰ ਸਬਸਕ੍ਰਾਈਬ ਕਰਨਾ, ਵੀਡੀਓ ਨੂੰ ਲਾਈਕ ਕਰਨਾ ਤੇ ਵੀਡੀਓ ਨੂੰ ਆਪਣੇ ਦੋਸਤ ਮਿੱਤਰਾਂ ਨਾਲ ਸ਼ੇਅਰ ਜ਼ਰੂਰ ਕਰਨਾ ਭੁੱਲਿਓ ਨਾ। ਸੋ ਅੱਜ ਦੀ ਵੀਡੀਓ ਦੇ ਵਿੱਚ ਜਿੰਨੇ ਵੀ ਤੁਹਾਨੂੰ ਡਾਊਟ ਆ ਪੀਟੀ ਨੂੰ ਲੈ ਕੇ ਵੀ ਕਿਹੜੇ ਮੋਡਿਊਲ ਦੇ ਨੰਬਰ ਕਿਹੜੇ ਪਾਰਟਸ ਦੇ ਵਿੱਚ ਜਾਂਦੇ ਆ, ਕਿਹੜੀ ਚੀਜ਼ ਨੂੰ ਕਿੰਨੇ ਨੰਬਰ ਜਾਂਦੇ ਆ, ਇਸ ਵੀਡੀਓ ਦੇ ਵਿੱਚ ਸਾਰੀ ਚੀਜ਼ਾਂ ਕਲੀਅਰ ਕਰਕੇ ਜਾਊਂਗਾ। ਸਪੀਕਿੰਗ ਆ, ਰਾਈਟਿੰਗ ਆ, ਰੀਡਿੰਗ ਆ, ਲਿਸਨਿੰਗ ਆ, ਥੋੜੀਆਂ ਵੀਕ ਆ। ਹੁਣ ਕੋਈ ਕਹਿੰਦਾ ਵਾ ਵੀ ਮੇਰੇ ਰੀਡ ਲਾਉਡ ਵੀਕ ਆ, ਰਿਪੀਟ ਸੈਂਟੈਂਸ ਵੀਕ ਆ, ਕਿਸੇ ਨੂੰ ਰਾਈਟਿੰਗ ਦੇ ਐਸੇ ਨੂੰ ਲੈ ਕੇ ਪ੍ਰੋਬਲਮ ਆ, ਕਿਸੇ ਨੂੰ ਰਾਈਟਿੰਗ ਦੀ ਸਮਰੀ ਨੂੰ ਲੈ ਕੇ ਪ੍ਰੋਬਲਮ ਆ, ਕਿਸੇ ਨੂੰ ਰੀਡਿੰਗ ਨੂੰ ਲੈ ਕੇ ਪ੍ਰੋਬਲਮ ਆ ਤੇ ਕਿਸੇ ਨੂੰ ਲਿਸਨਿੰਗ ਨੂੰ ਲੈ ਕੇ ਪ੍ਰੋਬਲਮ ਆ। ਸੋ ਤੁਹਾਡੀਆਂ ਜਿੰਨੀਆਂ ਵੀ ਪ੍ਰੋਬਲਮ ਆ ਪੀਟੀਈ ਨੂੰ ਲੈ ਕੇ ਆਹ ਵੀਡੀਓ ਦੇ ਵਿੱਚ ਐਂਡ ਤੱਕ, ਵੀਡੀਓ ਥੋੜੀ ਜਿਹੀ ਲੰਬੀ ਹੋਊਗੀ, ਇਹ ਵੀਡੀਓ ਇਹ ਲਾਈਵ ਸੈਸ਼ਨ ਦੇ ਵਿੱਚ ਜਿੰਨੇ ਵੀ ਤੁਹਾਡੇ ਡਾਊਟ ਆ ਉਹਨਾਂ ਨੂੰ ਕਲੀਅਰ ਕਰਕੇ ਜਾਊਂਗਾ। ਸਭ ਤੋਂ ਪਹਿਲਾਂ ਧਿਆਨ ਨਾਲ ਇਹ ਚੀਜ਼ ਨੂੰ ਸਮਝ ਲਿਓ, ਜਿਹੜੀ ਪੀਟੀ ਹੈ ਨਾ, ਪੀਟੀ ਕੋਈ ਡਿਫਿਕਲਟ ਚੀਜ਼ ਨਹੀਂ ਗੀ। ਆਪਾਂ ਕਈ ਨੂੰ ਬਹੁਤ ਡਿਫਿਕਲਟ ਚੀਜ਼ ਮੰਨ ਕੇ ਚੱਲਦੇ ਆ, ਪੀਟੀ ਬਹੁਤ ਈਜ਼ੀ ਚੀਜ਼ ਆ। ਆਪਾਂ ਪੀਟੀ ਨੂੰ ਕਹਿੰਦੇ ਆ ਵੀ ਪੀਟੀ ਆਪਾਂ ਕਰਦੇ ਆ ਕੈਨੇਡਾ ਵਾਸਤੇ, ਪੀਟੀ ਆਪਾਂ ਕਰਦੇ ਆ ਆਸਟ੍ਰੇਲੀਆ ਵਾਸਤੇ, ਪੀਟੀ ਕਰਦੇ ਆ ਯੂਕੇ ਵਾਸਤੇ। ਪੀਟੀਈ ਕੈਨੇਡਾ ਵਾਸਤੇ ਵੀ ਅਵੇਲੇਬਲ ਆ, ਪੀਟੀ ਯੂਕੇ ਵਾਸਤੇ ਵੀ, ਪੀਟੀ ਆਸਟ੍ਰੇਲੀਆ ਵਾਸਤੇ ਵੀ ਆ। ਜਿਹੜੇ ਸਟੂਡੈਂਟਸ ਦੇ ਮਨ ਦੇ ਵਿੱਚ ਡਾਊਟ ਹੈ ਨਾ ਕਿ ਪੀਟੀ ਕਰਕੇ ਅਸੀਂ ਕੈਨੇਡਾ ਨਹੀਂ ਜਾ ਸਕਦੇ, ਅਸੀਂ ਆਸਟ੍ਰੇਲੀਆ ਨਹੀਂ ਜਾ ਸਕਦੇ, ਅਸੀਂ ਯੂਕੇ ਨਹੀਂ ਜਾ ਸਕਦੇ, ਬਹੁਤ ਸਾਰੇ ਸਟੂਡੈਂਟਸ ਆ ਜਿਹੜੇ ਮੇਰੇ ਕੋਲੋਂ ਪੜ੍ਹ ਕੇ ਕੈਨੇਡਾ ਇਸ ਟਾਈਮ ਸੈਟਲ ਹੋ ਚੁੱਕੇ ਆ। ਬਹੁਤ ਸਾਰੇ ਸਟੂਡੈਂਟਸ ਇਦਾਂ ਦੇ ਜਿਨ੍ਹਾਂ ਨੇ ਮੇਰੇ ਕੋਲੋਂ ਸਕੋਰਿੰਗ ਲਈ ਆ, ਉਹ ਇਸੇ ਸਾਲ ਦੇ ਵਿੱਚ ਵੀ ਬਹੁਤ ਸਾਰੇ ਸਟੂਡੈਂਟਸ ਆ ਜਿਨ੍ਹਾਂ ਦਾ ਕੈਨੇਡਾ ਦਾ ਵੀਜ਼ਾ ਆਇਆ। ਸੋ ਜੇਕਰ ਤੁਹਾਡੇ ਮਨ ਦੇ ਵਿੱਚ ਕੋਈ ਵੀ ਡਾਊਟ ਹੈ ਨਾ ਵੀ ਪੀਟੀ ਨੂੰ ਲੈ ਕੇ ਕੈਨੇਡਾ ਦੇ ਰਿਲੇਟਡ, ਉਹ ਟੌਪਿਕ ਤੇ ਵੀ ਮੈਂ ਇੱਕ ਡਿਫਰੈਂਟ ਵੀਡੀਓ ਬਣਾ ਦੂੰਗਾ, ਬੇਫਿਕਰ ਹੋ ਜਿਓ। ਜੋ ਵੀ ਤੁਹਾਡਾ ਡਾਊਟ ਹੁੰਦਾ, ਜੋ ਵੀ ਕੁਐਸਚਨ ਹੁੰਦੇ ਆ, ਤੁਸੀਂ ਮੈਨੂੰ ਕਮੈਂਟ ਸੈਕਸ਼ਨ ਵਿੱਚ ਪੁੱਛ ਸਕਦੇ ਹੋ। ਸਭ ਤੋਂ ਪਹਿਲੀ ਗੱਲ ਕਰਦੇ ਆ ਪੀਟੀ ਨੂੰ ਲੈ ਕੇ 3 ਚੀਜ਼ਾਂ ਬਹੁਤ ਇੰਪੋਰਟੈਂਟ ਆ। 3 ਚੀਜ਼ਾਂ ਕਿਹੜੀਆਂ? ਇੱਕ ਤਾਂ ਸਪੈਲਿੰਗਾਂ ਦੀ ਨੌਲੇਜ, ਦੂਸਰੀ ਚੀਜ਼ ਆ ਵੇਖ ਕੇ ਪੜ੍ਹਨਾ ਆਉਂਦਾ ਹੋਵੇ ਥੋੜਾ ਬਹੁਤਾ। ਆਪਾਂ ਨੂੰ ਨਾ ਵੀ ਜਿਵੇਂ ਆਪਾਂ ਡੇਲੀ ਮੈਂ ਤੁਹਾਨੂੰ ਆਮ ਤੌਰ ਤੇ ਗੱਲ ਕਰਦਾ ਰਹਿਣਾ ਵਾ, ਜਿਵੇਂ ਵੇਖ ਕੇ ਪੜ੍ਹਨਾ ਆਉਂਦਾ ਹੋਵੇ, ਕਿਵੇਂ ਚੀਜ਼ ਕਹਿੰਦਾ ਵਾ ਉਹ ਵੀ ਹੁਣ ਰੀਡ ਲਾਉਡ ਦੇ ਵਿੱਚ ਆਪਾਂ ਨੂੰ ਦੇਖ ਕੇ ਪੜ੍ਹਨ ਦੀ ਬਹੁਤ ਜ਼ਰੂਰਤ ਆ। ਹੁਣ ਰੀਡ ਲਾਉਡ ਜਿਹੜਾ ਸਪੀਕਿੰਗ ਦਾ ਪਹਿਲਾ ਪਾਰਟ ਆ, ਇੰਪੋਰਟੈਂਟ ਬਹੁਤ ਆ। ਹੁਣ ਉਹਦੇ ਵਿੱਚ ਦੇਖ ਕੇ ਪੜ੍ਹਨ ਦੀ ਜ਼ਰੂਰਤ ਆ। ਹੁਣ ਦੇਖ ਕੇ ਪੜ੍ਹਨ ਦੇ ਵਿੱਚ ਬੱਚੇ ਨੂੰ ਕਿਉਂ ਦਿੱਕਤ ਆਉਂਦੀ ਆ? ਆਮ ਤੌਰ ਤੇ ਜਿਹੜੇ ਬਿਗਨਰਸ ਆ, ਹਜੇ ਸਕੂਲਾਂ ਦੇ ਵਿੱਚ ਆ ਜਾਂ ਹਜੇ +2 ਕੀਤੀ ਆ, ਹੁਣ ਆਪਾਂ ਵੀ ਕਦੇ ਹੁਣ ਇੱਕ ਚੀਜ਼ ਤੁਸੀਂ ਸਮਝਣ ਦੀ ਕੋਸ਼ਿਸ਼ ਕਰੋਗੇ। ਹੁਣ ਜਦੋਂ ਪਹਿਲਾਂ ਬੱਚੇ ਆਪਾਂ ਕਲਾਸ ਦੇ ਵਿੱਚ ਆਪਾਂ ਨੂੰ 11ਵੀਂ 12ਵੀਂ ਦੇ ਵਿੱਚ 10th +2 ਦੇ ਵਿੱਚ ਨਾ ਵੀ ਜਦੋਂ ਆਪਾਂ ਨੂੰ ਕਹਿੰਦੇ ਸੀ, ਟੀਚਰ ਕਹਿੰਦੇ ਹੁੰਦੇ ਸੀਗੇ ਵੀ ਖੜੇ ਹੋ ਕੇ ਬੱਚੇ ਬੁੱਕ ਪੜ੍ਹੋ, ਆ ਚੈਪਟਰ ਪੜ੍ਹੋ, ਆਪਾਂ ਸ਼ਰਮ ਮਹਿਸੂਸ ਕਰਦੇ ਸੀਗੇ। ਆਪਾਂ ਕਹਿੰਦੇ ਸੀ ਵੀ ਨਹੀਂ ਅਸੀਂ ਨਹੀਂ ਪੜ੍ਹਨਾ, ਸਾਰੀ ਕਲਾਸ ਹੱਸੂਗੀ, ਬਹੁਤ ਕੁਝ ਹੁੰਦਾ ਸੀਗਾ। ਆਪਾਂ ਉਦੋਂ ਕਿਸੇ ਦੀ ਸ਼ਰਮ ਮਹਿਸੂਸ ਕਰਦੇ ਸੀਗੇ, ਹਾਸੇ ਮਖੌਲ ਚ ਗੱਲ ਲੈ ਜਾਂਦੇ ਸੀਗੇ, ਸੀਰੀਅਸਲੀ ਲੈਂਦੇ ਸੀਗੇ। ਬਟ ਉਹ ਚੀਜ਼ ਕੀ ਆ, ਉਹ ਪੀਟੀ ਦੇ ਵਿੱਚ ਆ ਕੇ ਕਿਤੇ ਨਾ ਕਿਤੇ ਤੁਹਾਨੂੰ ਦਿੱਕਤ ਹੋਊਗੀ, ਕਿਉਂਕਿ ਸਭ ਤੋਂ ਇੰਪੋਰਟੈਂਟ ਚੀਜ਼ ਆਪਾਂ ਨੂੰ ਦੇਖ ਕੇ ਪੜ੍ਹਨਾ ਹੋਣਾ ਚਾਹੀਦਾ ਵਾ। ਜਦੋਂ ਆਪਾਂ ਸ਼ੁਰੂ ਤੋਂ ਪਹਿਲੇ ਦਿਨ ਤੋਂ ਕਦੇ ਬੁੱਕ ਵਗੈਰਾ ਕਾਪੀ ਵਗੈਰਾ ਪੜ੍ਹਨ ਦੀ ਟਰਾਈ ਨਹੀਂ ਕੀਤੀ ਕਿ ਆਪਾਂ ਨੂੰ ਪੀਟੀ ਦੇ ਵਿੱਚ ਆਪਾਂ ਮੰਨਦੇ ਆ ਪੀਟੀ ਬਹੁਤ ਈਜ਼ੀ ਆ। ਬੱਚਾ ਪੀਟੀ ਨੂੰ ਚੂਜ਼ ਇਸ ਕਰਕੇ ਕਰਦਾ ਕਿਉਂਕਿ ਪੀਟੀ ਬਹੁਤ ਈਜ਼ੀ ਆ। ਬਟ ਈਜ਼ੀ ਚੀਜ਼ ਹੈ ਨਾ, ਕੋਈ ਵੀ ਈਜ਼ੀ ਚੀਜ਼ ਵੀ ਆ, ਉਹਦੇ ਵਾਸਤੇ ਵੀ ਮਿਹਨਤ ਦੀ, ਪ੍ਰੈਕਟਿਸ ਦੀ ਲੋੜ ਤਾਂ ਪੈਂਦੀ ਆ। ਮੈਂ ਮੰਨਦਾ ਸਾਰੇ ਬੱਚਿਆਂ ਦੀ ਗੱਲ ਨਾਲ ਐਗਰੀ ਕਰਦਾ। ਬੱਚੇ ਕਹਿੰਦੇ ਆ ਵੀ ਸਾਰੇ ਕਹਿੰਦੇ ਆ ਪੀਟੀ ਈਜ਼ੀ ਆ, ਪਰ ਪੀਟੀ ਉਨੀ ਈਜ਼ੀ ਨਹੀਂ ਗੀ। ਬੱਚੇ ਈਜ਼ੀ ਚੀਜ਼ ਹੈ ਨਾ, ਕੋਈ ਈਜ਼ੀ ਚੀਜ਼ ਵੀ ਹੁੰਦੀ ਆ, ਕੋਈ ਜਿਵੇਂ ਸੌਖੀ, ਜਿੰਨੀ ਮਰਜ਼ੀ ਸੌਖੀ ਚੀਜ਼ ਹੋਵੇ, ਉਹਦੇ ਵਾਸਤੇ ਵੀ ਥੋੜੀ ਬਹੁਤ ਮਿਹਨਤ ਤਾਂ ਜ਼ਰੂਰ ਕਰਨੀ ਪੈਂਦੀ ਆ। ਹੁਣ ਰੀਡ ਲਾਉਡ ਆ, ਰੀਡ ਲਾਉਡ ਨੂੰ ਇੰਪਰੂਵ ਕਰਨਾ ਕੋਈ ਬਹੁਤੀ ਵੱਡੀ ਗੱਲ ਨਹੀਂ ਹੈਗੀ। ਰੀਡ ਲਾਉਡ ਨੂੰ ਇੰਪਰੂਵ ਕਰਨ ਵਾਸਤੇ ਕੀ ਚੀਜ਼ ਚਾਹੀਦੀ ਆ? ਸਟਾਰਟਿੰਗ ਤੋਂ ਗੱਲ ਕਰਦੇ ਆ। ਹੁਣ ਸਪੀਕਿੰਗ ਦਾ ਪਹਿਲਾ ਪਾਰਟ ਜਿਵੇਂ ਰੀਡ ਲਾਉਡ ਆ, ਰੀਡ ਲਾਉਡ ਦੇ ਵਿੱਚ ਆਮ ਤੌਰ ਤੇ 100 ਚੋਂ 90% ਬੱਚੇ ਆ, ਉਹਨਾਂ ਦੀ ਇਹੀ ਕਨਫਿਊਜ਼ਨ ਆ, ਸਰ ਰੀਡ ਲਾਉਡ ਨਹੀਂ ਇੰਪਰੂਵ ਹੁੰਦੇਗੇ। ਜੇਕਰ ਜਿਹੜੇ ਬੱਚਿਆਂ ਦੀ ਰੀਡ ਲਾਉਡ ਇੰਪਰੂਵ ਵੀ ਆ, ਉਹ ਵੀ ਕਹਿੰਦੇ ਆ ਵੀ ਜਦੋਂ ਅਸੀਂ ਮੌਕ ਟੈਸਟ ਦਿੰਨੇ ਆ ਜਾਂ ਕੋਈ ਟੈਸਟ ਵਗੈਰਾ ਪਰਫਾਰਮ ਕਰਦੇ ਆ, ਸਾਡੀ ਸਕੋਰਿੰਗ ਵਧੀਆ ਨਹੀਂ ਆ ਪਾਉਂਦੀਗੀ। ਰੀਜ਼ਨ ਕੀ ਆ, ਵਜ੍ਹਾ ਕੀ ਆ? ਹੁਣ ਰੀਡ ਲਾਉਡ ਦੇ ਵਿੱਚ ਸਕੋਰਿੰਗ ਨਾ ਆਉਣਾ, ਰੀਡ ਲਾਉਡ ਦੇ ਵਿੱਚ ਸਕੋਰਿੰਗ ਬੱਚਿਆਂ ਦੀ ਕਿਉਂ ਨਹੀਂ ਆਉਂਦੀਗੀ? ਸਭ ਤੋਂ ਵੱਡਾ ਰੀਜ਼ਨ ਰੀਡ ਲਾਉਡ ਦੇ ਵਿੱਚ ਸਕੋਰਿੰਗ ਨਾ ਆਉਣ ਦਾ ਇਹ ਆ ਕਿਉਂਕਿ ਰੀਡ ਲਾਉਡ ਦੇ ਵਿੱਚ ਤੁਸੀਂ ਕੀ ਕਰਦੇ ਹੋ? ਰੀਡ ਲਾਉਡ ਦੇ ਵਿੱਚ ਤੁਸੀਂ ਹੈਸਿਟੇਸ਼ਨ ਫੀਲ ਕਰਦੇ ਹੋ,
ਰੀਡ ਅਲਾउड ਦੇ ਵਿੱਚ ਅਨਨੈਸੈਸਰੀ ਪੌਜ਼ਸ ਲੈਂਦੇ ਹੋ ਤੇ ਰੀਡ ਅਲਾउਡ ਦੇ ਵਿੱਚ ਓਵਰ ਸਪੀਡ ਹੋ ਜਾਂਦੇ ਹੋ। ਆਮ ਤੌਰ ਤੇ ਜਿਹੜੇ ਬੱਚਿਆਂ ਨੂੰ ਰੀਡ ਅਲਾउਡ ਪੜ੍ਹਨ ਵਿੱਚ ਪ੍ਰੋਬਲਮ ਆਉਂਦੀ ਆ, ਜਦੋਂ ਉਹ ਪ੍ਰੈਕਟਿਸ ਕਰਦੇ ਆ ਰੀਡ ਅਲਾਉਡ ਦੀ, ਉਹ ਰੀਡ ਅਲਾਉਡ ਵਿੱਚ ਵਰਡ ਟੂ ਵਰਡ ਹੋ ਜਾਂਦੇ ਆ। ਹੁਣ ਰੀਡ ਅਲਾਉਡ ਦੇ ਵਿੱਚ ਸਭ ਤੋਂ ਮੇਨ ਚੀਜ਼ ਤੁਸੀਂ ਇੱਕ ਧਿਆਨ 'ਚ ਰੱਖਿਓ, ਰੀਡ ਅਲਾਉਡ ਦੇ ਵਿੱਚ ਆਪਾਂ ਕੀ ਕਹਿੰਦੇ ਵਰਡ ਟੂ ਵਰਡ ਹੋਣਾ ਕੀ ਹੁੰਦਾ ਵਾ, ਆਪਾਂ ਕਿਵੇਂ ਪਤਾ ਕਰ ਸਕਦੇ ਆ ਵੀ ਰੀਡ ਅਲਾਉਡ ਵਿੱਚ ਸਾਡੀ ਸਪੀਡ ਫਾਸਟ ਆ ਜਾਂ ਰੀਡ ਅਲਾਉਡ ਦੇ ਵਿੱਚ ਅਸੀਂ ਵਰਡ ਟੂ ਵਰਡ ਹੋਈ ਜਾਂਦੇ ਆ। ਹੁਣ ਇੱਕ ਚੀਜ਼ ਦਾ ਧਿਆਨ ਰੱਖਿਓ, ਰੀਡ ਅਲਾਉਡ ਦੇ ਵਿੱਚ ਵਰਡ ਟੂ ਵਰਡ ਹੋਣਾ ਕਿਹਨੂੰ ਕਹਿੰਦੇ ਆ? ਰੀਡ ਅਲਾਉਡ ਦੇ ਵਿੱਚ ਵਰਡ ਟੂ ਵਰਡ ਹੋਣਾ ਕਹਿੰਦੇ ਆ ਜਿਵੇਂ ਮੈਂ ਕਿਸੇ ਪਰਸਨ ਨੂੰ ਕਹਾਂ ਗਗਨ ਕੱਲ ਨੂੰ ਕਲਾਸ ਲੱਗਣੀ ਆ, ਹੁਣ ਮੈਂ ਉਹੀ ਪਰਸਨ ਨੂੰ ਕਹਾਂ ਗਗਨ ਕੱਲ ਨੂੰ ਕਲਾਸ ਲੱਗਣੀ ਆ। ਹੁਣ ਇਹ ਦੋਵੇਂ ਚੀਜ਼ਾਂ ਦੇ ਵਿੱਚ ਲਾਈਨਾਂ ਦੋਵੇਂ ਸੇਮ ਸੀਗੀਆਂ, ਲਾਈਨਾਂ ਦੋਵੇਂ ਵਰਡ ਬੋਲੇ, ਦੋਵਾਂ ਦੇ ਸਪੈਲਿੰਗ ਬੋਲੇ, ਮੇਰਾ ਕੰਟੈਂਟ ਵੀ ਠੀਕ ਸੀ, ਮੇਰੀ ਪ੍ਰੋਨੰਸੀਏਸ਼ਨ ਵੀ ਠੀਕ ਸੀ, ਬਟ ਫਲੋ ਫਲੋ ਦੇ ਵਿੱਚ ਕੀ ਕੀਤਾ ਮੈਂ ਕਿ ਵਰਡ ਟੂ ਵਰਡ ਹੋ ਗਿਆ, ਮੈਂ ਕੱਲੇ ਵਰਡ ਤੇ ਪ੍ਰੈਸ਼ਰ ਪਾ ਕੇ ਗਗਨ ਕੱਲ ਨੂੰ ਕਲਾਸ ਲੱਗਣੀ ਆ। ਉਹੀ ਹੁਣ ਜੇ ਆਪਾਂ ਕੋਈ ਰੀਡ ਅਲਾਉਡ ਪੜ੍ਹਦੇ ਆ, ਆਪਾਂ ਰੀਡ ਅਲਾਉਡ ਦੇ ਵਿੱਚ ਕਈ ਵਾਰ ਕੀ ਕਰਨ ਲੱਗ ਪੈਂਦੇ ਆ, once you have picked a general topic for your paper you need to come up with the thesis। ਆਪਾਂ ਨੂੰ ਲੱਗਦਾ ਵਾ ਅਸੀਂ ਰੀਡ ਅਲਾਉਡ ਜਿਹੜਾ ਵਾ ਸਾਨੂੰ ਪੜ੍ਹਨਾ ਆਉਂਦਾ, ਬਹੁਤ ਈਜ਼ੀ ਆ, ਅਸੀਂ ਤਾਂ ਪੂਰੀ ਕਲੈਰਿਟੀ ਨਾਲ ਪੜ੍ਹੀ ਜਾਂਦੇ ਆ, ਬਟ ਉਹਦੇ ਵਿੱਚ ਕਿਤੇ ਪ੍ਰੋਬਲਮ ਕੀ ਆ ਜਾਂਦੀ ਆ, ਆਪਾਂ ਵਰਡ ਟੂ ਵਰਡ ਹੋ ਜਾਂਦੇ ਆ। ਹੁਣ ਜਿਹੜੇ ਬੱਚਿਆਂ ਨੂੰ ਪੜ੍ਹਨਾ ਆਉਂਦਾ ਉਹ ਫਲੋ ਦੇ ਚੱਕਰ ਦੇ ਵਿੱਚ ਅਸੀਂ ਬੜਾ ਤੇਜ਼ ਪੜ੍ਹਿਆ ਫਿਰ ਵੀ ਨੰਬਰ ਘੱਟ ਆ ਗਏ, ਉਹਨਾਂ ਦੀ ਇੱਕ ਗਲਤੀ ਆ, ਉਹ ਰੀਡ ਅਲਾਉਡ ਨੂੰ ਕਿਵੇਂ ਪੜ੍ਹਦੇ ਆ, once you have picked a general topic for your paper you need to come up with a thesis your thesis। ਹੁਣ ਇਹ ਚੀਜ਼ ਦੀ ਪ੍ਰੋਬਲਮ ਕੀ ਆ ਜਾਂਦੀ ਆ, ਜਦੋਂ ਆਪਾਂ ਰੀਡ ਅਲਾਉਡ ਨੂੰ ਇੱਕੋ ਸਪੀਡ ਦੇ ਵਿੱਚ ਪੜ੍ਹਦੇ ਆ, ਉਹ ਕੰਪਿਊਟਰ ਤਾਂ ਕਨਫਿਊਜ਼ ਹੋ ਜਾਂਦਾ ਵਾ। ਮੈਂ ਆਮ ਤੌਰ ਤੇ ਹਰੇਕ ਬੱਚੇ ਨੇ ਗੱਲ ਕਹਿਣਾ ਵਾ ਪੀਟੀਈ ਈਜ਼ੀ ਆ, ਪਰ ਇਹ ਚੀਜ਼ ਨਾ ਭੁੱਲਿਆ ਕਰੋ, ਪੀਟੀਈ ਦੇ ਵਿੱਚ ਕਿਸੇ ਪਰਸਨ ਦਾ ਰੋਲ ਨਹੀਂਗਾ, ਕਿਸੇ ਹਿਊਮਨ ਬੀਇੰਗ ਦਾ ਰੋਲ ਨਹੀਂਗਾ। ਪੀਟੀਈ ਜਿਹੜੀ ਹੈਗੀ ਆ, ਪੀਟੀਈ ਤੁਹਾਡੀ ਚੈੱਕ ਕਰਨੀ ਆ ਕੰਪਿਊਟਰ ਨੇ। ਪੀਟੀ ਦਾ ਐਗਜ਼ਾਮ ਇੱਕ ਕੰਪਿਊਟਰ ਬੇਸਡ ਐਗਜ਼ਾਮ ਆ, ਉਹ ਚੈੱਕ ਵੀ ਤੁਹਾਡੇ ਕੰਪਿਊਟਰ ਨੇ ਹੀ ਕਰਨਾ ਵਾ। ਤੁਸੀਂ ਕਿਤੇ ਨਾ ਕਿਤੇ ਆ ਕੇ ਕੀ ਚੀਜ਼ ਕਰਨ ਲੱਗ ਪੈਂਦੇ ਆ, ਤੁਸੀਂ ਕਿਤੇ ਨਾ ਕਿਤੇ ਆ ਕੇ ਇਹ ਚੀਜ਼ ਨੂੰ ਭੁੱਲਣ ਲੱਗ ਪੈਂਦੇ ਆ ਕਿ ਪੀਟੀ ਦਾ ਐਗਜ਼ਾਮ ਇੱਕ ਕੰਪਿਊਟਰ ਬੇਸਡ ਐਗਜ਼ਾਮ ਆ। ਜੇਕਰ ਕੰਪਿਊਟਰ ਨੂੰ ਜ਼ਰਾ ਵੀ ਤੁਹਾਡੀ ਸਮਝ ਨਹੀਂ ਆਈ, ਜ਼ਰਾ ਵੀ ਤੁਹਾਡੀ ਪ੍ਰੋਨੰਸੀਏਸ਼ਨ ਦੀ ਸਮਝ ਨਹੀਂ ਆਈ, ਜ਼ਰਾ ਵੀ ਤੁਹਾਡੇ ਕੰਟੈਂਟ ਦੇ ਵਿੱਚ ਉਨੀ ਕੀ ਹੋਗੀ, ਉਹਨੇ ਚੀਜ਼ ਕੱਟ ਕਰ ਦੇਣੀ ਹੈ, ਉਹਨੇ ਚੀਜ਼ ਵੀ ਉਹਨੇ ਡਿਲੀਟ ਹੀ ਕਰ ਦੇਣੀ, ਮੈਨੂੰ ਸਮਝ ਹੀ ਨਹੀਂ ਆਈ, ਉਹਦਾ ਨੰਬਰ ਹੀ ਨਹੀਂ ਦੇਣਾ ਤੁਹਾਨੂੰ। ਹੁਣ ਬੱਚੇ ਕਹਿੰਦੇ ਆ ਆਮ ਤੌਰ ਤੇ 100 ਤੋਂ 90% ਬੱਚਿਆਂ ਦਾ ਕੁਐਸਚਨ ਹੁੰਦਾ ਵਾ, ਜਿਨ੍ਹਾਂ ਨੇ ਐਗਜ਼ਾਮ ਦੇ ਰੱਖਿਆ ਵਾ ਜਾਂ ਜਿਨ੍ਹਾਂ ਨੇ 2-2 3-3 4-4 ਮਹੀਨੇ ਹੋ ਗਏ ਪੀਟੀ ਕਰਦੇ ਨੇ, ਜਿਹੜੇ ਤੁਸੀਂ ਮੇਰੀ ਵੀਡੀਓ ਦੇਖ ਰਹੇ ਹੋ ਤੁਹਾਡੀ ਗੱਲ ਹੀ ਕਰ ਰਿਹਾ ਵਾਂ। ਜੇਕਰ ਤੁਸੀਂ ਇੰਨਾ ਟਾਈਮ ਪੀਟੀ ਤੇ ਲਾਇਆ ਵਾ, ਤੁਸੀਂ ਮੇਰੀ ਇਹ ਗੱਲ ਨਾਲ ਐਗਰੀ ਕਰੋਗੇ, ਤੁਸੀਂ ਕਹਿੰਦੇ ਹੋ ਅਸੀਂ ਪ੍ਰੈਕਟਿਸ ਤਾਂ ਬੜੀ ਕਰਦੇ ਆ, ਬਟ ਪ੍ਰੈਕਟਿਸ ਦੇ ਵਿੱਚ ਕੀ ਚੀਜ਼ ਹੁੰਦੀ ਆ, ਇੰਪਰੂਵਮੈਂਟ ਹੀ ਨਹੀਂ ਮਿਲਦੀ ਪਈ। ਜਿਹੋ ਜੀ ਪ੍ਰੈਕਟਿਸ ਹੁੰਦੀ ਆ, ਜਿਹੋ ਜੀ ਸਕੋਰਿੰਗ ਹੁੰਦੀ ਆ, ਮੌਕ ਟੈਸਟ ਦੇ ਵਿੱਚ ਸਕੋਰਿੰਗ ਸਾਨੂੰ ਦੇਖਣ ਨੂੰ ਨਹੀਂ ਮਿਲਦੀਗੀ। ਰੀਜ਼ਨ ਕੀ ਉਹ ਚੀਜ਼ ਦਾ ਇੱਕੋ ਰੀਜ਼ਨ ਆ, ਤੁਸੀਂ ਕੰਪਿਊਟਰ ਨੂੰ ਸੈਟੀਸਫਾਈ ਨਹੀਂ ਕਰ ਰਹੇ ਆਪਣੇ ਐਗਜ਼ਾਮ ਦੇ ਨਾਲ। ਕੰਪਿਊਟਰ ਸੈਟੀਸਫਾਈ ਇਹ ਚੀਜ਼ ਨਾਲ ਨਹੀਂ ਹੁੰਦਾ ਕਿ ਤੁਸੀਂ ਕੰਟੈਂਟ ਸਹੀ ਪੜ੍ਹਦੇ ਪਏ ਆ ਜਾਂ ਤੁਸੀਂ ਫਲੂਐਂਸੀ ਦੇ ਵਿੱਚ ਜਾਂ ਤੁਸੀਂ ਪ੍ਰੋਨੰਸੀਏਸ਼ਨ ਦੇ ਵਿੱਚ ਪੂਰਾ ਵਧੀਆ ਹੋ। ਕੰਪਿਊਟਰ ਨੇ ਸਭ ਤੋਂ ਮੇਨ ਚੀਜ਼ ਦੇਖਣੀ ਹੈ ਕਿ ਕੌਨਫੀਡੈਂਟ ਹੋ, ਕੌਨਫੀਡੈਂਸ ਨਾਲ ਆਪਣਾ ਐਗਜ਼ਾਮ ਦਿੰਨੇ ਪਏ ਆ, ਕਿ ਕੌਨਫੀਡੈਂਸ ਨਾਲ ਆਪਣੀ ਸਾਰੀ ਸਪੀਕਿੰਗ ਬੋਲਦੇ ਪਏ ਆ। ਆਮ ਤੌਰ ਤੇ ਮੈਂ ਤੁਹਾਨੂੰ ਇੱਕੋ ਗੱਲ ਕਹਿਣਾ ਵਾ, ਰੀਡ ਅਲਾਉਡ ਆ, ਰਿਪੀਟ ਸੈਂਟੈਂਸ, ਡਿਸਕ੍ਰਾਈਬ ਇਮੇਜ, ਰੀਡ ਅ ਲੈਕਚਰ, ਆਨਸਰ ਸ਼ਾਰਟ ਕੁਐਸਚਨਸ, ਸਪੀਕਿੰਗ ਸਾਰੀ ਖੜੀ ਤੁਹਾਡੇ ਕੌਨਫੀਡੈਂਸ ਲੈਵਲ ਤੇ। ਮੈਂ ਕਹਿੰਦਾ ਨਾ ਹੁਣ ਰੀਡ ਅਲਾਉਡ ਦੀ ਆ, ਰੀਡ ਅਲਾਉਡ ਤਾਂ ਇੱਕ ਚੀਜ਼ ਨਾਲ ਇੰਪਰੂਵ ਬੜੀ ਆਸਾਨੀ ਨਾਲ ਹੋ ਜਾਣੀ ਆ। ਹੁਣ ਰੀਡ ਅਲਾਉਡ ਜਿਹੜੇ ਬੱਚੇ ਦੇ ਵੀਕ ਆ, ਰੀਡ ਅਲਾਉਡ ਤੁਸੀਂ ਡੇਲੀ ਬੇਸਿਸ ਤੇ ਬੁੱਕਸ ਪੜ੍ਹੋ, ਡੇਲੀ ਬੇਸਿਸ ਤੇ ਨਿਊਜ਼ਪੇਪਰ ਪੜ੍ਹੋ, 15 ਦਿਨ ਤੁਸੀਂ ਪੜ੍ਹ ਲਏ, ਰੀਡ ਅਲਾਉਡ ਥੋੜੇ ਇੰਪਰੂਵ ਆ। ਬਟ ਇੰਪਰੂਵ ਜਿਹੜੇ ਬੱਚਿਆਂ ਦੇ ਆਲਰੇਡੀ ਇੰਪਰੂਵ ਆ, ਮਿਸਟੇਕਸ ਤਾਂ ਉਹ ਵੀ ਕਰਦੇ ਨੇ, ਉਹਨਾਂ ਵਾਸਤੇ ਗੱਲ ਦੱਸ ਰਿਹਾ ਮੈਂ ਵੀ ਜਿੰਨਾ ਟਾਈਮ ਤੁਸੀਂ ਆਪਣੇ ਮਨ ਦੇ ਵਿੱਚੋਂ ਡਰ ਨਹੀਂ ਨਾ ਕੱਢਦੇ ਐਗਜ਼ਾਮ ਵਾਲਾ, ਜਿੰਨਾ ਟਾਈਮ ਤੁਸੀਂ ਕੌਨਫੀਡੈਂਸ ਹੋ ਕੇ, ਹੁਣ ਆਪਾਂ ਕਿਸੇ ਪਰਸਨ ਦੇ ਨਾਲ ਗੱਲ ਕਰਦੇ ਪਏ ਆ, ਹੁਣ ਜਸਟ ਫੋਰ ਐਗਜ਼ਾਮਪਲ ਮੈਂ ਤੁਹਾਡੇ ਨਾਲ ਹੀ ਗੱਲ ਕਰ ਰਿਹਾ ਵਾਂ, ਹੁਣ ਜਿਵੇਂ ਮੈਂ ਤੁਹਾਨੂੰ ਸਮਝਾ ਰਿਹਾ, ਤੁਹਾਨੂੰ ਪੜ੍ਹਾ ਰਿਹਾ ਵਾਂ, ਜਿਵੇਂ ਮੈਂ ਤੁਹਾਨੂੰ ਬੋਲ ਰਿਹਾ ਵਾਂ, ਮੈਂ ਐਗਜ਼ਾਮ ਦੇ ਵਿੱਚ ਵੀ ਜੇਕਰ ਮੈਂ ਐਗਜ਼ਾਮ ਦੇਣ ਜਾਣਾ ਹੋਵੇ, ਮੈਂ ਇਦਾਂ ਹੀ ਆਪਣੇ ਐਗਜ਼ਾਮ ਦੇ ਕੇ ਆਵਾਂ, ਆਹੀ ਮੇਰੀ ਟੋਨ ਹੋਵੇ ਗੱਲ ਕਰਨ ਦੀ, ਤੇ ਕਿਉਂ ਨਾ ਐਗਜ਼ਾਮ 'ਚ ਨੰਬਰ ਆਉਣਗੇ। ਤੁਸੀਂ ਜਿਵੇਂ ਆਪਣੇ ਫਰੈਂਡ ਸਰਕਲ 'ਚ ਗੱਲ ਕਰਦੇ ਹੋ, ਘਰੇ ਬੈਠ ਕੇ ਗੱਲ ਕਰਦੇ ਹੋ, ਕਾਲ ਤੇ ਗੱਲ ਕਰਦੇ ਹੋ, ਡਿਟੋ ਉਹ ਟੋਨ ਦੇ ਵਿੱਚ ਐਗਜ਼ਾਮ ਦੇ ਕੇ ਦੇਖਿਆ ਕਰੋ, ਤੁਹਾਡੀ ਸਕੋਰਿੰਗ ਡੈਫੀਨੇਟਲੀ 101% ਵਧੀਆ ਹੋਊਗੀ, ਲਿਖ ਕੇ ਗਾਰੰਟੀ ਦੇ ਦੂੰਗਾ। ਹੁਣ ਅਗਲੀ ਗੱਲ ਕਰਦੇ ਆ ਰਿਪੀਟ ਸੈਂਟੈਂਸ ਦੀ। ਰਿਪੀਟ ਸੈਂਟੈਂਸ ਦੇ ਵਿੱਚ ਬੱਚਿਆਂ ਨੂੰ ਕਨਫਿਊਜ਼ਨ ਇਹ ਹੋ ਜਾਂਦੀ ਆ ਕਿ ਰਿਪੀਟ ਸੈਂਟੈਂਸ ਦੇ ਵਿੱਚ ਹੁਣ ਬਹੁਤ ਸਾਰੀਆਂ ਚੀਜ਼ਾਂ ਨੂੰ ਸਾਨੂੰ ਮਿਲਦੀਆਂ ਰਿਪੀਟ ਸੈਂਟੈਂਸ ਨੂੰ ਲੈ ਕੇ, ਵੀ ਰਿਪੀਟ ਸੈਂਟੈਂਸ ਦੇ ਪਿੱਛੇ ਸਰ ਪਿੱਛੇ ਕੋਈ ਲਾਈਨ ਐਡ ਕਰ ਦਈਏ, ਰਿਪੀਟ ਸੈਂਟੈਂਸ ਦੇ ਪਿੱਛੇ ਆਪਦਾ ਨਾਮ ਬੋਲ ਦਈਏ ਜਾਂ ਪਿੱਛੇ ਕੋਈ ਹੋਰ ਲਾਈਨ ਐਡ ਕਰ ਦਈਏ, ਰਿਪੀਟ ਸੈਂਟੈਂਸ ਨੂੰ ਇੱਕ ਵਾਰ, ਰਿਪੀਟ ਸੈਂਟੈਂਸ ਨੂੰ 2 ਵਾਰ, ਰਿਪੀਟ ਸੈਂਟੈਂਸ ਨੂੰ ਰਿਪੀਟ ਕਰ ਸਕਦੇ ਅਸੀਂ। ਹੁਣ ਇੱਕ ਗੱਲ ਧਿਆਨ ਨਾਲ ਸੁਣੋ, ਹੁਣ ਕਈ ਬੱਚੇ ਮੈਂ ਇਦਾਂ ਦੇ ਵੀ ਦੇਖੇ ਆ, ਰਿਪੀਟ ਸੈਂਟੈਂਸ ਆਉਂਦੇ ਆ, ਬਾਅਦ ਚੋਂ ਰਿਪੀਟ ਸੈਂਟੈਂਸ ਨੂੰ ਲਿਖ ਕੇ ਕਰਦੇ ਆ। ਹੁਣ ਰਿਪੀਟ ਸੈਂਟੈਂਸ ਆਪਾਂ ਪਿੱਛੇ ਲਾਈਨ ਕਿਉਂ ਐਡ ਕਰਦੇ ਆ, ਠੀਕ ਆ, ਜਾਂ ਰਿਪੀਟ ਸੈਂਟੈਂਸ ਨੂੰ 2 ਵਾਰ ਬੋਲਣ ਦਾ ਮਤਲਬ ਕੀ ਹੁੰਦਾ ਵਾ।
ਰਿਪੀਟ ਸੈਂਟੈਂਸ ਦੇ ਪਿੱਛੇ ਲਾਈਨ ਐਡ ਆਪਾਂ ਤਾਂ ਕਰਦੇ ਸੀਗੇ ਕਿ ਰਿਪੀਟ ਸੈਂਟੈਂਸ ਜੇਕਰ ਆਪਾਂ ਨੂੰ ਥੋੜਾ ਵੀ ਨਹੀਂ ਨਾ ਸੁਣਿਆ, ਆਪਾਂ ਨੂੰ ਰਿਪੀਟ ਸੈਂਟੈਂਸ ਸੁਣਿਆ ਵਾ ਜ਼ੀਰੋ ਕੰਟੈਂਟ ਦਾ, ਜ਼ੀਰੋ ਕੰਟੈਂਟ ਦਾ ਰਿਪੀਟ ਸੈਂਟੈਂਸ ਸੁਣਿਆ ਤਾਂ ਆਪੇ ਪਿੱਛੇ ਕੋਈ ਲਾਈਨ ਐਡ ਕਰ ਦਿੰਦੇ ਸੀਗੇ, ਕਿਉਂਕਿ ਪਿੱਛੇ ਲਾਈਨ ਐਡ ਕਰ ਦਾਂਗੇ ਸਾਡੀ ਫਲੂਐਂਸੀ, ਸਾਡੀ ਪ੍ਰੋਨੰਸੀਏਸ਼ਨ ਆ ਜਾਊਗੀ। ਸਾਡਾ ਕੰਟੈਂਟ ਤਾਂ ਚਲੋ ਨਹੀਂ ਆਉਣਾਗਾ, ਪਰ ਫਲੂਐਂਸੀ ਪ੍ਰੋਨੰਸੀਏਸ਼ਨ ਆ ਜਾਊਗੀ, ਸਾਡੀ ਥੋੜੀ ਬਹੁਤ ਸਕੋਰਿੰਗ ਆ ਜਾਊਗੀ। ਪਰ ਅੱਜ ਕੱਲ ਕੀ ਕਰ ਰਹੇ ਆ ਬੱਚੇ, ਕੰਟੈਂਟ ਪੜਾਓ ਇੱਕ ਚੱਕਣ ਪੜਾ ਦੋ ਚੱਕਣ, ਫਿਰ ਵੀ ਪਿੱਛੇ ਲਾਈਨ ਐਡ ਕਰਦੇ ਪਏ ਆ। ਤੁਸੀਂ ਇੱਕ ਚੀਜ਼ ਸਮਝਣ ਦੀ ਕੋਸ਼ਿਸ਼ ਕਰੋ, ਠੀਕ ਆ। ਮੈਂ ਕੰਟੈਂਟ ਬੋਲਦਾ ਪਿਆ, ਜਸਟ ਫॉर ਐਗਜ਼ਾਮਪਲ ਉਹਨੇ ਮੈਨੂੰ ਰਿਪੀਟ ਸੈਂਟੈਂਸ ਬੋਲਿਆ ਵਾ, the library will be located north side of the campus, ਠੀਕ ਆ। the library will be located north side of the campus। ਹੁਣ ਮੈਨੂੰ ਥੋੜਾ ਵੀ ਨਹੀਂ ਸੁਣਿਆ, ਇੱਕ 0% ਦਾ ਸੁਣਿਆ, ਮੈਂ ਕੀ ਕਰੂੰਗਾ, ਮੈਂ ਪਿੱਛੇ ਕੋਈ ਵੀ ਲਾਈਨ ਐਡ ਕਰ ਦੂੰ, ਭਲਾ ਮੈਂ ਆਪਦਾ ਨਾਂ ਹੀ ਬੋਲਦਾ, ਮਾਈ ਨੇਮ ਇਜ਼ ਗੁਰਵਿੰਦਰ ਸਿੰਘ, ਉਹਦੇ ਨਾਲ ਕੀ ਹੋਊਗਾ, ਮੈਨੂੰ ਫਲੂਐਂਸੀ ਤੇ ਪ੍ਰੋਨੰਸੀਏਸ਼ਨ ਦੇ ਨੰਬਰ ਮਿਲ ਜਾਣਗੇ। ਬਟ ਜੇਕਰ ਮੈਨੂੰ ਇੱਕ ਥੋੜੀ ਬਹੁਤ ਵੀ ਲਾਈਨ ਸੁਣਦੀ ਪਈ ਆ, ਮੈਨੂੰ ਅੱਧੀ ਲਾਈਨ ਸੁਣਦੀ ਪਈ ਆ, the library will be located, ਫਿਰ ਉਹਦੇ ਪਿੱਛੇ ਮੈਨੂੰ ਆਪਣਾ ਨਾਮ ਜਾਂ ਕੋਈ ਲਾਈਨ ਐਡ ਕਰਨ ਦਾ ਕੋਈ ਮਤਲਬ ਨਹੀਂਗਾ। ਕਿਉਂ? ਕਿਉਂਕਿ 19 ਕ ਲਾਈਨ ਨਾਲ ਹੀ ਇੱਕ ਕੰਟੈਂਟ ਨਾਲ ਮੈਨੂੰ ਫਲੂਐਂਸੀ ਵੀ ਆ ਜਾਣੀ ਆ, ਇੱਕ ਕੰਟੈਂਟ ਨਾਲ ਮੇਰੀ ਪ੍ਰੋਨੰਸੀਏਸ਼ਨ ਵੀ ਆ ਜਾਣੀ ਆ। ਜੇਕਰ ਮੈਂ ਅੱਧੀ ਲਾਈਨ ਚੱਕੀ ਆ ਰਿਪੀਟ ਸੈਂਟੈਂਸ ਦੀ, the library will be located, ਫਿਰ ਵੀ ਪਿੱਛੇ ਮੈਂ ਕੋਈ ਲਾਈਨ ਬੋਲਦਾ ਪਿਆ, ਆਬਵੀਅਸ ਦੀ ਗੱਲ ਆ, ਮੈਂ ਕੋਈ ਰਿਪੀਟ ਸੈਂਟੈਂਸ ਬੋਲਣ ਲੱਗਾ, ਉਹਦੇ ਪਿੱਛੇ ਕੋਈ ਮੈਂ ਲਾਈਨ ਐਡ ਕਰਨੀ ਆ ਆਪਣੇ ਵੱਲੋਂ, ਉਹ ਮੈਂ ਸੋਚ ਕੇ ਕਰੂੰਗਾ। ਮੈਂ ਲਾਈਨ ਕੋਈ ਵੀ ਐਡ ਕਰਨੀ ਮੈਂ ਸੋਚ ਕੇ ਕਰੂੰਗਾ। ਜਿਹੜੀ ਲਾਈਨ ਮੈਂ ਸੋਚਣ ਲੱਗ ਪਿਆ ਤੇ ਮੇਰੀ ਫਲੂਐਂਸੀ ਵੀ ਗਈ, ਮੇਰੀ ਪ੍ਰੋਨੰਸੀਏਸ਼ਨ ਵੀ ਗਈ। ਇਹ ਚੀਜ਼ਾਂ ਉਦੋਂ ਵਧੀਆ ਰਹਿਣਗੀਆਂ, ਉਦੋਂ ਇਹ ਚੀਜ਼ਾਂ ਵਰਕ ਕਰਦੀਆਂ, ਉਦੋਂ ਇਹ ਟ੍ਰਿਕਸ ਕੰਮ ਕਰਦੀਆਂ ਜਦੋਂ ਤੁਸੀਂ ਜਮਾਂ ਦੇ ਹੱਥੀ ਹੋ ਜਾਓ, ਜਦੋਂ ਤੁਹਾਡੇ ਕੋਲ ਪੂਰਾ ਵੀ ਕੰਟੈਂਟ ਨਾ ਹੋਵੇ। ਹੁਣ ਬੱਚੇ ਇਹ ਚੀਜ਼ ਨੂੰ ਕੀ ਕਰਨ ਲੱਗ ਪਏ ਆ, ਤੁਹਾਨੂੰ ਕਿਸੇ ਵੀ ਟ੍ਰੇਨਰ ਨੇ ਨਾ ਟ੍ਰਿਕਸ ਵਗੈਰਾ ਸਟ੍ਰੈਟਜੀਜ਼ ਉਦੋਂ ਦਿੰਦਾ ਵਾ ਜਦੋਂ ਐਨ ਮੁਸ਼ਕਿਲ ਆ ਜੇ, ਜਦੋਂ ਆਪਣੇ ਕੋਲ ਕੋਈ ਹੱਲ ਨਹੀਂ ਨਾ ਬਚੇ। ਆਮ ਤੌਰ ਤੇ ਕੋਈ ਵੀ ਬੱਚਾ, ਕੋਈ ਵੀ ਟ੍ਰੇਨਰ ਆ ਜਿਹਦੇ 90 ਵੀ ਆਉਂਦੇ ਨੇ ਐਗਜ਼ਾਮ ਦੇ ਵਿੱਚੋਂ, ਉਹ ਵੀ ਐਗਜ਼ਾਮ ਦੇ ਵਿੱਚ ਇੱਕ ਦੋ ਰਿਪੀਟ ਸੈਂਟੈਂਸ ਉਹਦੇ ਕੋਲ ਖਰਾਬ ਹੋ ਜਾਂਦੇ ਆ। ਉਹ ਇੱਕ ਦੋ ਰਿਪੀਟ ਸੈਂਟੈਂਸ ਦੇ ਵਿੱਚ ਆਹ ਵਾਲੀ ਟ੍ਰਿਕ ਯੂਜ਼ ਕਰਦਾ ਵਾ ਕਿ ਪਿੱਛੇ ਕੋਈ ਲਾਈਨ ਐਡ ਕਰੇ ਆਉਂਦਾ ਜਿਹੜੀ ਚੀਜ਼ ਸੁਣੀ ਨਹੀਂ। ਪਰ ਆਪਾਂ ਕੀ ਕਰਦੇ ਆ, ਤੁਸੀਂ ਸਾਰੇ ਬੱਚੇ ਗਲਤੀ ਕੀ ਕਰਦੇ ਜਿਹੜੇ ਮੈਨੂੰ ਦੇਖ ਰਹੇ ਆ, ਬਹੁਤ 90% ਬੱਚੇ ਛੋਟੇ ਤੋਂ ਇਹੀ ਗਲਤੀ ਕਰਦੇ ਆ ਕਿ ਰਿਪੀਟ ਸੈਂਟੈਂਸ ਪੜਾ ਸੁਣੇ ਪੜਾ ਨਾ ਸੁਣੇ, ਉਹਦੇ ਪਿੱਛੇ ਲਾਈਨ ਤਾਂ ਪੱਕਾ ਬੋਲਣੀ ਹੀ ਬੋਲਣੀ ਆ। ਇਹ ਆਦਤ ਨੂੰ ਇੰਪਰੂਵ ਕਰੋ, ਇਹ ਗਲਤੀ ਨੂੰ ਇੰਪਰੂਵ ਕਰੋ। ਇਹ ਗਲਤੀ ਇੰਪਰੂਵ ਕਰੋਗੇ, ਸਕੋਰ ਇੰਪਰੂਵ ਹੋਣਗੇ। ਰਿਪੀਟ ਸੈਂਟੈਂਸ 2 ਵਾਰੀ ਬੋਲਣਾ ਗਲਤ ਚੀਜ਼ ਆ। ਰਿਪੀਟ ਸੈਂਟੈਂਸ ਇੱਕ ਵਾਰੀ ਜਿਹੜਾ ਬੋਲਿਆ ਇਨਫ ਆ। ਰਿਪੀਟ ਸੈਂਟੈਂਸ ਨੂੰ ਇੱਕ ਵਾਰ ਬੋਲੋ, ਪਿੱਛੇ ਕੋਈ ਲਾਈਨ ਐਡ ਨਾ ਕਰੋ। ਜੇਕਰ ਰਿਪੀਟ ਸੈਂਟੈਂਸ ਨੂੰ ਸੁਣਿਆ ਵਾ, ਕਲੈਰਿਟੀ ਨਾਲ ਬੋਲੋ। ਇਹ ਨਹੀਂਗਾ ਹੁਣ ਆਮ ਤੌਰ ਤੇ ਰਿਪੀਟ ਸੈਂਟੈਂਸ ਤੁਸੀਂ ਕੀ ਸੁਣਦੇ ਆ ਨਾ, ਉਹ ਰਿਪੀਟ ਸੈਂਟੈਂਸ ਆਪਾਂ ਨੂੰ ਕਿਵੇਂ ਬੋਲ ਦਿੰਦੇ ਆ। ਕਈ ਵਾਰੀ ਰਿਪੀਟ ਸੈਂਟੈਂਸ ਆਪਾਂ ਨੂੰ ਤੇਜ਼ ਬੋਲਦੇ ਆ, ਕਈ ਵਾਰੀ ਰਿਪੀਟ ਸੈਂਟੈਂਸ ਆਪਾਂ ਨੂੰ ਹੌਲੀ ਬੋਲਦੇ ਆ। ਆਪਾਂ ਕੀ ਕਰਦੇ ਆ, ਆਪਾਂ ਵੀ ਉਹ ਸਪੀਕਰ ਵਾਲਾ, ਆਪਾਂ ਵੀ ਉਹਦੀ ਆਡੀਓ ਵਾਲਾ ਐਕਸੈਂਟ ਫੋਲੋ ਕਰਨ ਲੱਗ ਪੈਂਦੇ ਆ। ਆਪਾਂ ਕਹਿਣ ਲੱਗ ਪੈਂਦੇ ਆ ਜਿਵੇਂ ਉਹਨੇ ਬੋਲਿਆ ਵਾ, the library will be located north side of the campus, ਆਪਾਂ ਪੂਰੀ ਸਪੀਡ ਨਾਲ the library will be located north side of the campus, ਕਿਉਂਕਿ ਕੰਪਿਊਟਰ ਨੇ ਬੋਲਿਆ ਹੀ ਨਹੀਂ ਬੋਲਾਂਗੇ। ਇਹ ਚੀਜ਼ ਗਲਤ ਆ। ਸਪੀਕਰ ਤੁਹਾਨੂੰ ਕਿਵੇਂ ਵੀ ਬੋਲ ਸਕਦਾ ਵਾ, ਬਟ ਤੁਸੀਂ ਆਪਣੀ ਆਵਾਜ਼ ਰਿਕਾਰਡ ਕਰਦੇ ਪਏ ਹੋ, ਤੁਸੀਂ ਡਿਟੋ ਆਨਸਰ ਦੇ ਰਹੇ ਹੋ ਵੀ ਮੈਨੂੰ ਸੁਣਿਆ, ਆਹ ਲਾਈਨ ਉਹਨੇ ਬੋਲੀ ਆ, ਤੁਸੀਂ ਕਲੈਰਿਟੀ ਨਾਲ ਬੋਲਣਾ ਵਾ। ਉਹ ਹੌਲੀ ਵੀ ਬੋਲੂਗਾ ਨਾ, the library will be located north side of the campus। ਹੁਣ ਇਹ ਨਹੀਂਗਾ ਤੁਸੀਂ ਉਹਨਾਂ ਦਾ ਐਕਸੈਂਟ ਕਾਪੀ ਕਰਨ ਲੱਗ ਪੈਣਾ, the library will be located। ਤੁਹਾਡੀ ਪ੍ਰੋਨੰਸੀਏਸ਼ਨ ਘਟ ਜਾਣੀ ਆ, ਤੁਹਾਡਾ ਫਲੋ ਘਟ ਜਾਣਾ ਵਾ। ਤੁਸੀਂ ਆਪਣੀ ਟੋਨ ਦੇ ਵਿੱਚ, ਆਪਣੀ ਸਪੀਡ ਦੇ ਵਿੱਚ, ਜਿਵੇਂ ਤੁਹਾਨੂੰ ਪਤਾ ਲੱਗਦਾ ਵੀ ਆਹ ਸਪੀਡ ਸਾਡੇ ਵਾਸਤੇ ਸਹੀ ਆ, ਉਹ ਸਪੀਡ ਦੇ ਵਿੱਚ ਰਿਪੀਟ ਸੈਂਟੈਂਸ ਬੋਲ ਕੇ ਆਇਆ ਕਰੋ। ਡੈਫੀਨੇਟਲੀ ਸਕੋਰਿੰਗ ਇੰਪਰੂਵ ਹੋਊਗੀ। ਹੁਣ ਰਿਪੀਟ ਸੈਂਟੈਂਸ ਇੰਪਰੂਵ ਕਰਨਾ ਚਾਹੁੰਦੇ ਆ, ਰਿਪੀਟ ਸੈਂਟੈਂਸ ਇੰਪਰੂਵ ਕਿਹੜੀਆਂ ਚੀਜ਼ਾਂ ਨਾਲ ਹੁੰਦੇ ਆ? ਆਮ ਤੌਰ ਤੇ ਤੁਹਾਨੂੰ ਬੜੀਆਂ ਵੀਡੀਓ, ਬੜੇ ਬੰਦੇ, ਬੜੇ ਟ੍ਰੇਨਰਸ ਬਹੁਤ ਸਾਰੇ ਗੱਲਾਂ ਕਰਦੇ ਆ ਵੀ ਰਿਪੀਟ ਸੈਂਟੈਂਸ ਇੰਪਰੂਵ ਕਰਨੇ ਆ, ਰਿਪੀਟ ਸੈਂਟੈਂਸ ਇੰਪਰੂਵ ਹੋ ਜਾਣਗੇ। 50 ਰਿਪੀਟ ਸੈਂਟੈਂਸ ਦੀ ਪ੍ਰੈਕਟਿਸ ਕਰ ਲਓ ਜੀ, 100 ਰਿਪੀਟ ਸੈਂਟੈਂਸ ਦੀ ਪ੍ਰੈਕਟਿਸ ਕਰ ਲਓ, ਟੈਡ ਟਾਕ ਵਗੈਰਾ ਸੁਣਿਆ ਕਰੋ, ਲੈਕਚਰ ਵਗੈਰਾ ਸੁਣਿਆ ਕਰੋ, ਰਿਪੀਟ ਸੈਂਟੈਂਸ ਇੰਪਰੂਵ ਹੋ ਜਾਣਗੇ। ਸਭ ਤੋਂ ਮੇਨ ਗੱਲ ਆ, ਇਹ ਸਭ ਟਾਈਮ ਵੇਸਟ ਆ। ਜੇਕਰ ਰਿਪੀਟ ਸੈਂਟੈਂਸ ਨੂੰ ਇੰਪਰੂਵ ਕਰਨਾ ਨਾ, ਰਿਪੀਟ ਸੈਂਟੈਂਸ ਨੂੰ ਇੰਪਰੂਵ ਕਰਨ ਦੇ ਇੱਕ ਦੋ ਤਰੀਕੇ ਆ, ਸਿੰਪਲ ਜੇ 10 ਦਿਨਾਂ ਵਾ ਦਿਮਾਗ 'ਚ ਰੱਖ ਲਓ। ਇਹ ਤਰੀਕੇ 15 ਦਿਨ 10 ਦਿਨ 15 ਦਿਨ ਫੋਲੋ ਕਰ ਲੈ ਨਾ, ਤੁਹਾਡੇ ਕੀ ਰਿਪੀਟ ਸੈਂਟੈਂਸ ਜਿਹੜੇ ਆ ਬਹੁਤ ਵਧੀਆ ਹੋ ਜਾਣਗੇ। ਸਭ ਤੋਂ ਪਹਿਲਾਂ ਕਿਹੜੀਆਂ ਚੀਜ਼ਾਂ ਧਿਆਨ 'ਚ ਰੱਖਣ ਦੀ ਲੋੜ ਆ ਰਿਪੀਟ ਸੈਂਟੈਂਸ ਨੂੰ ਲੈ ਕੇ? ਰਿਪੀਟ ਸੈਂਟੈਂਸ ਦੀ ਜਦੋਂ ਵੀ ਤੁਸੀਂ ਪ੍ਰੈਕਟਿਸ ਕਰਨੀ ਹੈ ਨਾ, ਰਿਪੀਟ ਸੈਂਟੈਂਸ ਦੇ ਵਿੱਚ ਆਪਾਂ ਨੂੰ ਕੀ ਲਿਸਨਿੰਗ ਪਾਵਰ ਦੀ ਲੋੜ ਆ, ਵੱਧ ਤੋਂ ਵੱਧ ਇੰਪਰੂਵ ਹੋਏ। ਹੁਣ ਲਿਸਨਿੰਗ ਪਾਵਰ ਨੂੰ ਇੰਪਰੂਵ ਕਰਨ ਵਾਸਤੇ ਆਪਾਂ ਕਿਹੜੀ ਚੀਜ਼ ਫੋਲੋ ਕਰਾਂਗੇ? ਤੁਸੀਂ YouTube ਦੇ ਉੱਤੇ ਵਲੌਗਸ ਦੇਖਣੇ ਆ, ਟਰੈਵਲਿੰਗ ਵਲੌਗਸ। ਜਦੋਂ ਕੋਈ ਫੋਰਨਰ ਆਪਣੇ ਇੰਡੀਆ ਘੁੰਮਣ ਆਉਂਦੇ ਆ, ਜਦੋਂ ਕੋਈ ਫੋਰਨਰ ਆਪਣੇ ਇੰਡੀਆ ਘੁੰਮਣ ਆਉਂਦੇ ਆ ਨਾ, ਉਹ ਟਰੈਵਲਿੰਗ ਵਲੌਗ ਸ਼ੂਟ ਕਰਦੇ ਆ, ਮਾਰਕੀਟ ਵਗੈਰਾ ਦੇ ਵਿੱਚ ਜਾਂਦੇ ਆ, ਜਦੋਂ ਉਹ ਪਿੱਛੇ ਕਾਫੀ ਸ਼ੋਰ ਸ਼ਰਾਬਾ ਹੁੰਦਾ ਵਾ, ਉਹ ਵਲੌਗ ਵਗੈਰਾ ਤੁਸੀਂ ਸੁਣਿਆ ਕਰੋ। ਉਹਦੇ ਨਾਲ ਕੀ ਆ, ਇੰਨੇ ਸ਼ੋਰ ਸ਼ਰਾਬੇ ਦੇ ਵਿੱਚ ਜਦੋਂ ਤੁਸੀਂ ਉਹਨਾਂ ਦੀ ਆਵਾਜ਼ ਸੁਣੋਗੇ, ਤੁਹਾਡੀ ਲਿਸਨਿੰਗ ਪਾਵਰ ਕੀ ਆ, ਇੰਪਰੂਵ ਹੋਊਗੀ। ਅਗਲੀ ਚੀਜ਼ ਆ
अपने फोन दे विच एपी यूनी का सब नूं पता होगा, एपी यूनी सब नूं पता होगा भी एपी यूनी ऐप बारे। अपने फोन दे विच लैपटॉप च नहीं, कंप्यूटर च नहीं, अपने फोन दे विच तुसीं एपी यूनी डाउनलोड करनी है। एपी यूनी डाउनलोड करके जो एपी यूनी नूं ओपन करोगे ना, थोड़ा जिहा नीचे जाओगे एपी यूनी ते थल्ले MP3 दी ऑप्शन दित्ती हुंदी आ, वो MP3 नूं ओपन करया करो। MP3 दे विच रीड लाउड, डिक्टेशन, काफी रिपीट सेंटेंस सब कुछ दित्ता हुंदा, ਉਹਦੇ ਵਿੱਚ ਰਿਪੀਟ ਸੈਂਟੈਂਸ ਓਪਨ ਕਰੋ। ਇੱਕ ਰਿਪੀਟ ਸੈਂਟੈਂਸ ਓਪਨ ਕੀਤਾ ਨਾ, ਉਹ ਗਾਣਿਆਂ ਨੂੰ ਚੱਲਣ ਲੱਗ ਪੈਣਾ। ਇੱਕ ਰਿਪੀਟ ਸੈਂਟੈਂਸ ਚੱਲਿਆ, ਫਿਰ ਦੂਜਾ ਆ ਗਿਆ, ਫਿਰ ਤੀਜਾ ਆ ਗਿਆ, ਫਿਰ ਚੌਥਾ। ਤੁਹਾਨੂੰ ਨੈਕਸਟ ਕਰਨ ਦੀ ਲੋੜ ਨਹੀਂ ਪੈਣੀ। ਉਹ MP3 ਔਨ ਕਰਕੇ ਰਿਪੀਟ ਸੈਂਟੈਂਸ ਲਾ ਕੇ ਹੈਡਫੋਨ ਲਾ ਕੇ ਫੋਨਾਂ ਦਾ ਜੇਬ 'ਚ ਪਾ ਲਿਆ ਕਰੋ। ਜਦੋਂ ਤੁਸੀਂ ਘਰੇ ਵੀ ਕੋਈ ਕੰਮ ਕਰਦੇ ਪਏ ਹੋ, ਕੁਝ ਵੀ ਕਰਦੇ ਪਏ ਹੋ, ਉਹ ਰੀਡ ਲਾਊਡ ਆ ਜਿਹੜੇ ਨਾ, ਸੌਰੀ ਰਿਪੀਟ ਸੈਂਟੈਂਸ ਆ ਜਿਹੜੇ, ਉਹ ਡੇਲੀ ਬੇਸਿਸ ਤੇ ਤੁਸੀਂ ਇਹ ਕਰੋਗੇ। ਹੁਣ ਇੱਕ ਰਿਪੀਟ ਸੈਂਟੈਂਸ ਉਹ 3 ਸਕਿੰਟ ਦਾ ਇੱਕ ਰਿਪੀਟ ਸੈਂਟੈਂਸ ਮਸਾ ਹੁੰਦਾ ਬੋਲਣ ਲੱਗੇ ਹੋ। 3 ਸਕਿੰਟ ਦੇ ਵਿੱਚ ਇੱਕ ਰਿਪੀਟ ਸੈਂਟੈਂਸ ਬੋਲ ਜਾਂਦਾ, ਲੈਂਥੀ ਤੋਂ ਲੈਂਥੀ। ਹੁਣ ਤੁਸੀਂ ਘੰਟਾ ਵੀ ਪ੍ਰੈਕਟਿਸ ਕਰ ਲਈ, ਤੁਸੀਂ ਘੰਟੇ ਦੇ ਵਿੱਚ ਕਿੰਨੇ ਰਿਪੀਟ ਸੈਂਟੈਂਸ ਕਰ ਸਕਦੇ ਹੋ? ਕਿੰਨੇ ਜ਼ਿਆਦਾ ਰਿਪੀਟ ਸੈਂਟੈਂਸ ਤੁਸੀਂ ਇੱਕ ਘੰਟੇ ਦੇ ਵਿੱਚ ਕਰ ਸਕਦੇ ਹੋ? ਹੁਣ ਸਭ ਤੋਂ ਮੇਨ ਚੀਜ਼ ਤੁਸੀਂ ਇਹ ਮੰਨ ਕੇ ਚੱਲਿਓ, ਠੀਕ ਆ। ਹੁਣ ਆਪਾਂ ਨੂੰ ਸਭ ਨੂੰ ਪਤਾ ਏਪੀ ਯੂਨੀ ਦੇ ਵਿੱਚੋਂ ਐਗਜ਼ਾਮ ਰਿਪੀਟ ਹੋ ਜਾਂਦਾ ਵਾ। ਹੁਣ ਡੇਲੀ ਦੇ ज्यादा नहीं, मैं थोड़े मान के चला 100 या 150 में एपी यूनी दे विचों नाले मेरी प्रैक्टिस हो रही है चीज नाल, नारे मेरा की आ सिलेबस कवर हो रहा वा। हुण 100-150 रिपीट सेंटेंस डेली दे करा कि 15-20 दिन मैं महीना भी लाउणा होवे पीटी ते आम तौर ते मैं 100-150 रिपीट सेंटेंस डेली दे करा ते किन्ने ज्यादा रिपीट सेंटेंस दी प्रैक्टिस हो चुकी। एग्जाम दे विच तुहानूं ओह रिपीट सेंटेंस भी आ सकदे आ, इंप्रूवमेंट तो हो ही रही आ, बट सिलेबस दी प्रैक्टिस भी हो रही आ। ਹੁਣ ਜੇਕਰ ਤੁਹਾਨੂੰ ਜਿਹੜਾ ਮੈਂ ਰਿਪੀਟ ਸੈਂਟੈਂਸ ਬੋਲਿਆ, ਦਾ ਲਾਇਬ੍ਰੇਰੀ ਵਿਲ ਬੀ ਲੋਕੇਟਡ ਨਾਰਥ ਸਾਈਡ ਆਫ ਦੀ ਕੈਂਪਸ, ਇਹ ਰਿਪੀਟ ਸੈਂਟੈਂਸ ਤੁਹਾਨੂੰ ਐਗਜ਼ਾਮ 'ਚ ਹੀ ਆ ਜੇ। ਇਹ ਰਿਪੀਟ ਸੈਂਟੈਂਸ ਜਿਹੜੀ ਚੀਜ਼ ਆਪਾਂ ਇੱਕ ਵਾਰੀ ਸੁਣੀ ਹੈ ਨਾ, ਹੁਣ ਮੈਂ ਇੱਕ ਰਿਪੀਟ ਸੈਂਟੈਂਸ ਇੱਕ ਵਾਰੀ ਸੁਣ ਲਿਆ ਜਾਂ ਰੀਡ ਲਾਊਡ ਇੱਕ ਵਾਰੀ ਮੈਂ ਪੜ੍ਹ ਲਿਆ, ਉਹ ਚੀਜ਼ ਮੇਰੇ ਦਿਮਾਗ 'ਚ ਫੀਡ ਹੋ ਜਾਂਦੀ ਆ। ਆਮ ਤੌਰ ਤੇ ਬੱਚਿਆਂ ਨੂੰ ਸਭ ਨੂੰ ਪਤਾ ਵਾ, ਇੱਕ ਜੇ ਰਿਪੀਟ ਸੈਂਟੈਂਸ ਆਪਾਂ ਕਰ ਲਈਏ, ਇੱਕ ਡਿਕਟੇਸ਼ਨ ਆਪਾਂ ਕਰ ਲਈਏ, ਆਪਣੇ ਦਿਮਾਗ 'ਚ ਫੀਡ ਹੋ ਜਾਂਦੀ। ਦੂਜੀ ਵਾਰੀ ਆਪਾਂ ਨੂੰ ਆ ਜੇ ਨਾ, ਆਪਾਂ ਉਹ 'ਚ ਵਧੀਆ ਸਕੋਰ ਲੈ ਆਉਂਦੇ ਆ। ਤਾਂ ਹੀ ਤੁਹਾਨੂੰ ਕਹਿਣਾ ਵਾ ਪ੍ਰੈਕਟਿਸ ਵੀ ਉਹ ਚੀਜ਼ ਤੋਂ ਕਰਿਆ ਕਰੋ, ਪ੍ਰੈਕਟਿਸ ਵੀ ਉਹ ਚੀਜ਼ ਦੀ ਕਰਿਆ ਕਰੋ ਜਿਹਦਾ ਫਾਇਦਾ, ਪ੍ਰੈਕਟਿਸ ਵੀ ਉਹ ਚੀਜ਼ ਦੀ ਕਰਨੀ ਚਾਹੀਦੀ ਆ ਜਿਹੜਾ ਆਪਾਂ ਨੂੰ ਪਤਾ ਵੀ ਐਗਜ਼ਾਮ ਦੇ ਵਿੱਚ ਜਾ ਕੇ ਨਾ, ਜਦੋਂ ਆਪਾਂ ਐਗਜ਼ਾਮ ਦੇਣ ਲੱਗਣਾ, ਆਪਾਂ ਨੂੰ ਇਹ ਚੀਜ਼ ਦਾ ਫਾਇਦਾ ਵੀ ਹੋ ਜੇ, ਆਪਾਂ ਨੂੰ ਇਹਦੇ ਵਿੱਚ ਚੀਜ਼ਾਂ ਰਿਪੀਟ ਵੀ ਹੋ ਜਾਣ। ਹੁਣ ਇਹ ਚੀਜ਼ਾਂ ਨੂੰ ਸਮਝਣ ਦੀ ਕੋਸ਼ਿਸ਼ ਕਰਿਆ ਕਰੋਗੇ, ਇਹ ਚੀਜ਼ਾਂ ਡੇਲੀ ਬੇਸਿਸ ਤੇ ਯੂਜ਼ ਕਰੋਗੇ ਨਾ, ਤੁਸੀਂ ਗੱਲ ਨੂੰ ਸਮਝੋਗੇ, ਫਿਰ ਜਾ ਕੇ ਕੀ ਆ ਇੰਪਰੂਵਮੈਂਟ ਤੁਹਾਡੀ ਡੈਫੀਨੇਟਲੀ 100% ਹੋਊਗੀ। ਇਹ ਸੀਗਾ ਰਿਪੀਟ ਸੈਂਟੈਂਸ ਬਾਰੇ। ਕੋਈ ਵੀ ਡਾਊਟ ਹੁੰਦਾ ਨਾ ਰਿਪੀਟ ਸੈਂਟੈਂਸ, ਰੀਡ ਲਾਊਡ ਜਾਂ ਕਿਸੇ ਵੀ ਸਪੀਕਿੰਗ ਦੇ ਵਿੱਚ ਡਾਊਟ ਆ ਜਾਂ ਕੁਝ ਵੀ ਆ, ਤੁਸੀਂ ਮੈਨੂੰ ਕਮੈਂਟ ਸੈਕਸ਼ਨ ਵਿੱਚ ਪੁੱਛ ਸਕਦੇ ਹੋ। ਤੁਹਾਡੇ ਕਮੈਂਟ ਦਾ ਜ਼ਰੂਰ ਰਿਪਲਾਈ ਕਰੂੰਗਾ। ਕੋਈ ਵੀ ਡਾਊਟ ਆ ਤੁਹਾਡਾ, ਤੁਸੀਂ ਕਮੈਂਟ ਸੈਕਸ਼ਨ ਵਿੱਚ ਮੈਨੂੰ ਬੇਝਿਜਕ ਹੋ ਕੇ ਪੁੱਛ ਸਕਦੇ ਹੋ। ਤੁਹਾਡੇ ਕਮੈਂਟ ਦਾ ਜ਼ਰੂਰ ਰਿਪਲਾਈ ਹੋਊਗਾ। ਹੋ ਸਕਦਾ ਉਹੀ ਟੌਪਿਕ ਤੇ ਮੈਂ ਨੈਕਸਟ ਵੀਡੀਓ ਲੈ ਕੇ ਆਵਾਂ। ਹੁਣ ਅਗਲੀ ਗੱਲ ਕਰਦੇ ਆ। ਸਭ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ। ਚੈਨਲ ਨੂੰ ਸਾਰੇ ਬੱਚੇ ਜਿੰਨੇ ਵੀ ਮੈਨੂੰ ਲਾਈਵ ਦੇਖਦੇ ਪਏ ਹੋ, ਜਿੰਨੇ ਵੀ ਵੀਡੀਓ ਦੇਖਦੇ ਪਏ ਹੋ ਮੇਰੀ, ਚੈਨਲ ਨੂੰ ਸਬਸਕ੍ਰਾਈਬ ਕਰ ਲਓ। ਇਹ ਚੈਨਲ ਤੇ ਡੇਲੀ ਵੀਡੀਓਜ਼ ਲੈ ਕੇ ਆਉਂਦੇ ਰਿਹਾ ਕਰਾਂਗੇ ਤੁਹਾਡੇ ਪੀਟੀ ਦੇ ਰਿਲੇਟਡ, ਜੋ ਕਿ ਤੁਹਾਨੂੰ ਬਹੁਤ ਸਾਰੀ ਨੌਲੇਜ ਦੇ ਕੇ ਜਾਊਗੀ। ਅਗਲੀ ਗੱਲ ਕਰਦੇ ਹਾਂ ਡਿਸਕ੍ਰਾਈਬ ਇਮੇਜ ਦੀ। ਹੁਣ ਡਿਸਕ੍ਰਾਈਬ ਇਮੇਜ ਦੇ ਵਿੱਚ ਕੀ ਚੀਜ਼ ਆ? ਡਿਸਕ੍ਰਾਈਬ ਇਮੇਜ ਦੇ ਵਿੱਚ ਹੁਣ ਇੱਕ ਚੀਜ਼ ਸਮਝੋ, ਡਿਸਕ੍ਰਾਈਬ ਇਮੇਜ ਬਹੁਤ ਹੀ ਇੰਪੋਰਟੈਂਟ ਪਾਰਟ ਆ ਤੁਹਾਡੀ ਸਪੀਕਿੰਗ ਦਾ। ਡਿਸਕ੍ਰਾਈਬ ਇਮੇਜ ਦੇ ਵਿੱਚ ਬੱਚਿਆਂ ਦੀ 100 ਚੋਂ 90% ਮਿਸਟੇਕਸ ਹੁੰਦੀਆਂ ਵਾ। ਹੁਣ ਡਿਸਕ੍ਰਾਈਬ ਇਮੇਜ ਦੇ ਵਿੱਚ ਮਿਸਟੇਕਸ ਕਿਉਂ ਹੁੰਦੀਆਂ ਵਾ? ਡਿਸਕ੍ਰਾਈਬ ਇਮੇਜ ਦੇ ਵਿੱਚ ਮਿਸਟੇਕ ਹੋਣ ਦਾ ਸਭ ਤੋਂ ਵੱਡਾ ਕਾਰਨ ਆ ਆਪਾਂ ਡਿਸਕ੍ਰਾਈਬ ਇਮੇਜ ਨੂੰ ਬਹੁਤ ਜ਼ਿਆਦਾ ਈਜ਼ੀ ਲੈ ਕੇ ਚੱਲਦੇ ਆ। ਆਪਾਂ ਡਿਸਕ੍ਰਾਈਬ ਇਮੇਜ ਨੂੰ ਮੰਨਦੇ ਆ ਕਿ ਡਿਸਕ੍ਰਾਈਬ ਇਮੇਜ ਤਾਂ ਯਾਰ ਜਮਾਂ ਈਜ਼ੀ ਆ, ਆਪਾਂ ਨੂੰ ਟੈਂਪਲੇਟ ਯਾਦ ਹੋ ਗਿਆ, ਸਭ ਨੂੰ ਡਿਸਕ੍ਰਾਈਬ ਇਮੇਜ ਕਲੀਅਰ ਆ। ਬਟ ਡਿਸਕ੍ਰਾਈਬ ਇਮੇਜ ਦੇ ਵਿੱਚ ਮੈਂ ਜਿੱਥੋਂ ਤੱਕ ਦੇਖਿਆ ਵਾ 100 ਚੋਂ 90% ਬੱਚਿਆਂ ਦੀ ਮਿਸਟੇਕਸ ਡਿਸਕ੍ਰਾਈਬ ਇਮੇਜ ਹੁੰਦੀ ਆ। ਤੁਸੀਂ ਡਿਫਿਕਲਟ ਪਾਰਟ ਮੰਨਦੇ ਹੋ ਰੀਡ ਲਾਊਡ ਨੂੰ, ਤੁਸੀਂ ਡਿਫਿਕਲਟ ਪਾਰਟ ਮੰਨਦੇ ਹੋ ਰਿਪੀਟ ਸੈਂਟੈਂਸ ਨੂੰ, ਬਟ ਡਿਫਿਕਲਟ ਪਾਰਟ ਜੇਕਰ ਤੁਸੀਂ ਆਪਣੀ ਸਕੋਰਿੰਗ ਦੇ ਤੌਰ ਤੇ ਦੇਖੋਗੇ ਨਾ, ਡਿਫਿਕਲਟ ਪਾਰਟ ਤੁਹਾਡਾ ਹੈਗਾ ਵਾ ਡਿਸਕ੍ਰਾਈਬ ਇਮੇਜ। ਰੀਡਾ ਲੈਕਚਰ ਕਿਉਂ ਆ ਉਹ ਵੀ ਦੱਸਦਾ। ਡਿਸਕ੍ਰਾਈਬ ਇਮੇਜ ਦਾ ਤੁਸੀਂ ਟੈਂਪਲੇਟ ਯਾਦ ਕਰਦੇ ਹੋ, ਡਿਸਕ੍ਰਾਈਬ ਇਮੇਜ ਦਾ ਟੈਂਪਲੇਟ ਸਾਰੇ ਬੱਚੇ ਰੱਟਾ ਲਾ ਲੈਂਦੇ ਆ। ਹੁਣ ਡਿਸਕ੍ਰਾਈਬ ਇਮੇਜ ਦੇ ਟੈਂਪਲੇਟ ਦੇ ਵਿੱਚ ਤੁਸੀਂ ਗਲਤੀਆਂ ਕੀ ਕਰਦੇ ਆ? ਡਿਸਕ੍ਰਾਈਬ ਇਮੇਜ ਦੇ ਟੈਂਪਲੇਟ ਦੇ ਵਿੱਚ ਗਲਤੀਆਂ ਹੁੰਦੀਆਂ ਵਾ। ਇੱਕ ਟੈਂਪਲੇਟ ਦਾ ਰੱਟਾ ਲੱਗ ਗਿਆ, ਉਹ ਟੈਂਪਲੇਟ ਦਾ ਰੱਟਾ ਕੀ ਆ ਸਪੀਡ 'ਚ ਟੈਂਪਲੇਟ ਚੱਲੂਗਾ, ਸਪੀਡ ਦੇ ਵਿੱਚ ਪੂਰੀ ਸਪੀਡ 'ਚ ਟੈਂਪਲੇਟ ਬੋਲੋਗੇ। ਦਾ ਟੌਪਿਕ ਨੇਮ ਇਜ਼ ਡੈਸ਼, ਆਈ ਕੈਨ ਸਮ ਇਅਰਸ, ਆਈ ਕੈਨ ਸਮ ਨੰਬਰਸ, ਆਈ ਕੈਨ ਸਮ ਕਲਰਸ। ਹੁਣ ਉਹਦੇ ਵਿੱਚ ਪ੍ਰੋਬਲਮ ਕੀ ਆ? ਪੜ੍ਹੀ ਜਾਂਦੇ ਆ ਟੈਂਪਲੇਟ ਆਪਦਾ, ਬਟ ਜਦੋਂ ਕੰਟੈਂਟ ਆਉਂਦਾ ਵਾ ਆ ਸਪੀਡ ਹੋ ਜਾਂਦੀ ਹੈ। ਕੰਟੈਂਟ ਪੜ੍ਹਨ ਵੇਲੇ ਆ ਸਪੀਡ ਹੋ ਜਾਂਦੀ ਆ, ਟੈਂਪਲੇਟ ਦੀ ਆ ਸਪੀਡ ਆ, ਇਹ ਸਪੀਡ ਮੈਚ ਹੀ ਨਹੀਂ ਹੋ ਰਹੀ। ਕੰਟੈਂਟ ਤੇ ਟੈਂਪਲੇਟ, ਸੌਰੀ ਟੈਂਪਲੇਟ ਤੇ ਕੰਟੈਂਟ ਮੈਚ ਹੀ ਨਹੀਂ ਹੋ ਰਿਹਾ।
ਇਹ ਚੀਜ਼ ਨੂੰ ਜਦੋਂ ਤੱਕ ਮੈਚ ਨਹੀਂ ਨਾ ਕਰਦੇ, ਨਾ ਤਾਂ ਕੰਟੈਂਟ ਆਉਣਾ, ਨਾ ਫਲੂਐਂਸੀ ਆਉਣੀ ਹੈ, ਨਾ ਪ੍ਰੋਨੰਸੀਏਸ਼ਨ ਹੋਣੀ ਹੈ। ਹੁਣ ਇਹ ਚੀਜ਼ਾਂ ਇੰਪਰੂਵ ਕਿਵੇਂ ਹੋਣਗੀਆਂ? ਡਿਸਕ੍ਰਾਈਬ ਇਮੇਜ ਦੀ ਸਭ ਤੋਂ ਇੰਪੋਰਟੈਂਟ ਗੱਲ ਦੱਸਣ ਲੱਗਾ, ਧਿਆਨ ਨਾਲ ਸੁਣ ਲਓ। ਡਿਸਕ੍ਰਾਈਬ ਇਮੇਜ ਦੇ ਵਿੱਚ ਨਾ 40 ਸਕਿੰਟ ਦਿੱਤਾ ਜਾਂਦਾ ਰਿਕਾਰਡਿੰਗ ਕਰਨ ਵਾਸਤੇ। ਡਿਸਕ੍ਰਾਈਬ ਇਮੇਜ ਦੀ ਰਿਕਾਰਡਿੰਗ ਆ ਜਿਹੜੀ 25 to 30 ਸੈਕਿੰਡਸ ਰੱਖਿਆ ਕਰੋ। 25 to 30 ਸੈਕਿੰਡਸ ਡਿਸਕ੍ਰਾਈਬ ਇਮੇਜ ਦੀ ਰਿਕਾਰਡਿੰਗ ਰੱਖੋਗੇ ਤਾਂ ਗਾਰੰਟੀ ਦਿੰਦਾ ਵਾ ਸਕੋਰਿੰਗ ਆ ਜਿਹੜੀ ਤੁਹਾਡੀ ਉਹ ਬਹੁਤ ਵਧੀਆ ਹੋਊਗੀ ਡਿਸਕ੍ਰਾਈਬ ਇਮੇਜ ਚੋਂ। ਹੁਣ ਡਿਸਕ੍ਰਾਈਬ ਇਮੇਜ ਦੀ ਰਿਕਾਰਡਿੰਗ ਆ ਜਿਹੜੀ ਤੁਸੀਂ ਕਰਨ ਲੱਗ ਪਏ ਨੇ, ਡਿਸਕ੍ਰਾਈਬ ਇਮੇਜ ਦੀ 40 35 ਸੈਕਿੰਡ ਰਿਕਾਰਡਿੰਗ ਕਰਨ ਲੱਗ ਪੈਂਦੇ ਹੋ, ਉਹਦਾ ਫਾਇਦਾ ਕੋਈ ਨਹੀਂਗਾ। ਹੁਣ 35 ਸੈਕਿੰਡ 40 ਸੈਕਿੰਡ 35 ਸੈਕਿੰਡ ਮੈਂ ਰਿਕਾਰਡਿੰਗ ਕਰਦਾ ਪਿਆ ਹਾਂ, ਠੀਕ ਆ। ਪੂਰੀ ਰਿਕਾਰਡਿੰਗ ਕਰਨ ਦੇ ਮੈਨੂੰ ਨੰਬਰ ਹੀ ਮਿਲ ਰਹੇ ਆ, ਠੀਕ ਆ। ਜੇਕਰ ਰਿਕਾਰਡਿੰਗ ਮੈਂ 25 to 30 ਸੈਕਿੰਡਸ ਕਰਦਾ ਪਿਆ ਤਾਂ ਵੀ ਮੈਨੂੰ ਨੰਬਰ ਹੀ ਮਿਲ ਰਹੇ ਆ। ਬਟ ਜ਼ਿਆਦਾ ਰਿਕਾਰਡਿੰਗ, ਮੈਂ ਜ਼ਿਆਦਾ ਬੋਲੂੰਗਾ, ਜ਼ਿਆਦਾ ਰਿਕਾਰਡਿੰਗ ਕਰੂੰਗਾ, ਉਹ ਚੀਜ਼ ਆਬਵੀਅਸ ਦੀ ਗੱਲ ਹੈ, ਮੇਰੀ ਗਲਤੀਆਂ ਵੀ ਜ਼ਿਆਦਾ ਹੋਣਗੀਆਂ। ਜਿੰਨਾ ਜ਼ਿਆਦਾ ਮੈਂ ਬੋਲੂੰਗਾ ਗਲਤੀਆਂ ਹੋਣ ਦੀ ਗੁੰਜਾਇਸ਼ ਵੀ ਉਨੀ ਜ਼ਿਆਦਾ ਵਾ। ਡਿਸਕ੍ਰਾਈਬ ਇਮੇਜ ਦੀ ਰਿਕਾਰਡਿੰਗ ਰੱਖਣੀ ਆ 25 to 30 ਸੈਕਿੰਡਸ ਦੇ ਵਿੱਚ। ਡਿਸਕ੍ਰਾਈਬ ਇਮੇਜ ਦੇ ਵਿੱਚ ਨਾ ਇਹ ਚੀਜ਼ਾਂ, ਦੋ ਚੀਜ਼ਾਂ ਇੰਪਰੂਵ ਕਰ ਲਓ। ਇੱਕ ਤਾਂ ਟੈਂਪਲੇਟ ਤੇ ਕੰਟੈਂਟ ਦੀ ਸਪੀਡ ਨੂੰ ਮੈਚ ਕਰ ਲਓ। ਦੂਸਰੀ ਚੀਜ਼ ਕੀ ਆ ਡਿਸਕ੍ਰਾਈਬ ਇਮੇਜ ਦੇ ਵਿੱਚ? ਦੂਸਰੀ ਚੀਜ਼ ਡਿਸਕ੍ਰਾਈਬ ਇਮੇਜ ਦੇ ਵਿੱਚ ਜਿੰਨਾ ਟਾਈਮ ਤੁਸੀਂ ਬੋਲਣਾ ਨਾ 25 to 30 ਸੈਕਿੰਡਸ ਵਿੱਚ ਬਸ 25 to 30 ਸੈਕਿੰਡਸ ਦੇ ਵਿੱਚ ਬੋਲਣਾ। ਦੂਸਰੀ ਗਲਤੀ ਕੀ ਆ? ਟੈਂਪਲੇਟ ਤੋਂ ਜਿਹੜੀ ਸਪੀਡ 'ਚ ਬੋਲਦੇ ਆ ਉਸੇ ਸਪੀਡ 'ਚ ਕੰਟੈਂਟ ਤੋਂ ਬੋਲਿਆ ਕਰੋ। ਜਾਂ ਕੰਟੈਂਟ ਤੇ ਟੈਂਪਲੇਟ ਦੀ ਸਪੀਡ ਨੂੰ ਮੈਚ ਕਰ ਲੈਣਾ ਤੁਸੀਂ, ਤੁਹਾਡਾ ਡਿਸਕ੍ਰਾਈਬ ਇਮੇਜ ਸਕੋਰਿੰਗ ਨਹੀਂ ਘੱਟ ਆਉਣ ਵਾਲੀ। ਡਿਸਕ੍ਰਾਈਬ ਇਮੇਜ ਸਕੋਰਿੰਗ ਹਮੇਸ਼ਾ ਵਧੀਆ, ਡੈਫੀਨੇਟਲੀ ਵਧੀਆ ਆਇਆ ਕਰੂਗੀ। ਹੁਣ ਅਗਲੀ ਗੱਲ ਆ ਰੀਟਾ ਲੈਕਚਰ ਦੀ। ਕਿਉਂ ਕਿਹਾ ਸੀਗਾ ਮੈਂ ਹੁਣ ਡਿਸਕ੍ਰਾਈਬ ਇਮੇਜ ਤੇ ਰੀਟਾ ਲੈਕਚਰ ਦੇ ਨਾਲ? ਰੀਟਾ ਲੈਕਚਰ ਦੀ ਉਦਾਹਰਨ ਕਿਉਂ ਦਿੱਤੀ ਸੀ ਵੀ ਰੀਟਾ ਲੈਕਚਰ ਵੀ ਇੰਨਾ ਡਿਫਿਕਲਟ ਹੁੰਦਾ ਵਾ। ਹੁਣ ਰੀਟਾ ਲੈਕਚਰ ਜਿਵੇਂ ਆਪਾਂ ਪ੍ਰੈਕਟਿਸ ਕਰਦੇ ਆ ਕਲਾਸ ਦੇ ਵਿੱਚ, ਆਮ ਤੌਰ ਤੇ ਕਲਾਸ 'ਚ ਆਪਾਂ ਪ੍ਰੈਕਟਿਸ ਕਰਦੇ ਆ ਨਾ ਲੈਂਗੁਏਜ ਅਕੈਡਮੀ, AP ਯੂਨੀ, ਫੋਰ ਮੋਡਿਊਲਸ, ਗੁਰੂਲੀ, ਇਹੋ ਜਿਹੀ ਐਪਸ ਤੋਂ ਆਪਾਂ ਪ੍ਰੈਕਟਿਸ ਕਰਦੇ ਆ। ਹੁਣ ਇਹ ਐਪਸ ਦੇ ਵਿੱਚ ਕੀ ਚੀਜ਼ ਹੁੰਦੀ ਆ? ਆਪਣੀ ਰੀਟਾ ਲੈਕਚਰ ਦੀ ਆਡੀਓ ਆ। ਰੀਟਾ ਲੈਕਚਰ ਦੀ ਆਡੀਓ ਆ ਜਿਹੜੀ ਉਹ 1 ਮਿੰਟ 2 ਮਿੰਟ ਦੀ ਆ ਜਾਂਦੀ ਆ, 1.5 ਮਿੰਟ ਦੀ ਆ ਜਾਂਦੀ ਆ। ਬਟ ਐਗਜ਼ਾਮ ਦੇ ਵਿੱਚ ਰੀਟਾ ਲੈਕਚਰ ਦੀ ਆਡੀਓ 1 ਮਿੰਟ ਦੀ ਨਹੀਂ ਹੋਣੀ। ਐਗਜ਼ਾਮ ਦੇ ਵਿੱਚ ਰੀਟਾ ਲੈਕਚਰ ਜਿਹੜਾ ਹੋਊਗਾ ਸੈਕਿੰਡਸ ਦਾ ਹੋਊਗਾ। ਐਗਜ਼ਾਮ ਦੇ ਵਿੱਚ ਰੀਟਾ ਲੈਕਚਰ ਸੈਕਿੰਡਸ ਦਾ ਹੋਊਗਾ। 20 ਸੈਕਿੰਡਸ, 30 ਸੈਕਿੰਡਸ, 40 ਸੈਕਿੰਡਸ, ਦੈਟਸ ਇਟ, ਇਨਫ। 1 ਮਿੰਟ ਦਾ ਰੀਟਾ ਲੈਕਚਰ ਕਿਸੇ ਕਿਸਮਤ ਵਾਲੀ ਨੂੰ ਆਉਂਦਾ ਵਾ। ਐਗਜ਼ਾਮ ਦੇ ਵਿੱਚ ਰੀਟਾ ਲੈਕਚਰ ਆ ਜਿਹੜੇ 10 ਮਿੰਟ ਦੇ, ਬਹੁਤ ਘੱਟ 10 ਮਿੰਟ ਦੇ ਰੀਟਾ ਲੈਕਚਰ ਵੀ ਆਏ ਹੋਏ ਆ, ਸੌਰੀ ਐਡੇ ਲੰਬੇ ਰੀਟਾ ਲੈਕਚਰ। ਬਟ ਰੀਟਾ ਲੈਕਚਰ ਮੋਸਟਲੀ ਆਪਾਂ ਕਹਿੰਦੇ ਆ। ਹੁਣ ਇੱਕ ਚੀਜ਼ ਸਮਝਣ ਦੀ ਕੋਸ਼ਿਸ਼ ਕਰਿਓ। ਰੀਟਾ ਲੈਕਚਰ ਲੰਬਾ ਨਾ, ਜਿਵੇਂ ਰੀਟਾ ਲੈਕਚਰ ਲੈਂਥੀ ਆ, ਆਪਾਂ ਕਹਿੰਦੇ ਆ ਵੀ ਰੀਟਾ ਲੈਕਚਰ ਜਿੰਨਾ 1 ਮਿੰਟ 2 ਮਿੰਟ 3 ਮਿੰਟ ਦਾ ਰੀਟਾ ਲੈਕਚਰ ਆ, ਮੈਂ ਉਹਦੇ ਵਿੱਚੋਂ ਬਹੁਤ ਸਾਰੇ ਕੀਵਰਡਸ ਪਿਕ ਕਰ ਲੈਂਦਾ ਵਾ। ਇੱਥੇ ਆਪਾਂ ਨੂੰ ਬਹੁਤ ਲੰਬੇ ਰੀਟਾ ਲੈਕਚਰ ਆ ਜਾਂਦੇ ਆ। ਬਟ ਐਗਜ਼ਾਮ ਦੇ ਵਿੱਚ ਜਿਹੜੇ ਰੀਟਾ ਲੈਕਚਰ ਹੁੰਦੇ ਆ ਨਾ, ਆਡੀਓ ਹੁੰਦੀ ਰੀਟਾ ਲੈਕਚਰ ਦੀ ਸੈਕਿੰਡਸ ਦੀ ਹੋਊਗੀ। ਹੁਣ 25 30 ਸੈਕਿੰਡਸ 40 ਸੈਕਿੰਡਸ ਇਹ ਜੀ ਸੈਕਿੰਡਸ ਦੀ ਵੀਡੀਓ ਦੇ ਵਿੱਚ ਮੈਂ ਕਿੰਨਾ ਕੁ ਕੰਟੈਂਟ ਪਿਕ ਕਰ ਲੂੰਗਾ? ਘੱਟ ਤੋਂ ਘੱਟ ਆਪਣੇ ਕੋਲੇ 15 ਤੋਂ ਪਲੱਸ ਕੀਵਰਡਸ ਹੋਣੇ ਚਾਹੀਦੇ ਆ ਰੀਟਾ ਲੈਕਚਰ ਦੇ ਵਿੱਚ। ਤੇ ਸੈਕਿੰਡਸ ਦੀ ਆਡੀਓ ਹੋਊਗੀ, ਉਹਦੇ ਵਿੱਚ 15 ਤੋਂ ਪਲੱਸ ਕੀਵਰਡ, ਉਹ ਵੀ ਇੰਪੋਰਟੈਂਟ ਕੀਵਰਡ ਪਿਕ ਕਰਨੇ ਆ। ਕਿੰਨੀ ਜ਼ਿਆਦਾ ਸਪੀਡ ਚਾਹੀਦੀ ਹੈ ਰੀਟਾ ਲੈਕਚਰ ਦੇ ਵਿੱਚ। ਦੂਸਰੀ ਗੱਲ ਐਕਸੈਂਟ। ਰੀਟਾ ਲੈਕਚਰ ਦਾ ਐਕਸੈਂਟ ਕਈ ਵਾਰ ਇਹੋ ਜਿਹਾ ਹੁੰਦਾ ਵਾ ਸਮਝਣ ਦੇ ਵਿੱਚ ਇੰਨੀ ਜ਼ਿਆਦਾ ਪ੍ਰੋਬਲਮ ਆ ਜਾਂਦੀ ਆ। ਬਹੁਤ ਸਾਰੇ ਸਟੂਡੈਂਟਸ ਇਦਾਂ ਦੇ ਆ ਜਿਨ੍ਹਾਂ ਨੂੰ ਰੀਟਾ ਲੈਕਚਰ ਦੇ ਵਿੱਚ ਸਕੋਰਿੰਗ ਇਸੇ ਕਰਕੇ ਡਾਊਨ ਆਉਂਦੀ ਆ ਕਿਉਂਕਿ ਐਕਸੈਂਟ ਹੀ ਨਹੀਂ ਸਮਝ ਆਇਆ। ਰੀਟਾ ਲੈਕਚਰ ਦੇ ਵਿੱਚ ਨਾ ਹੁਣ ਇਹ ਚੀਜ਼ ਧਿਆਨ ਰੱਖਿਓ। ਇੱਕ ਰੀਟਾ ਲੈਕਚਰ ਦੀ ਬਹੁਤ ਵਧੀਆ ਗੱਲ ਦੱਸਣ ਲੱਗਾ ਵਾਂ। ਰੀਟਾ ਲੈਕਚਰ ਦੇ ਵਿੱਚ 15 ਤੋਂ ਪਲੱਸ ਕੀਵਰਡਸ ਤੁਸੀਂ ਆਪਣੀ ਕਾਪੀ ਤੇ ਲਿਖਣੇ ਆ। ਕਿਸੇ ਵੀ ਐਗਜ਼ਾਮੀਨਰ ਨੇ, ਕਿਸੇ ਵੀ ਟ੍ਰੇਨਰ ਨੇ ਤੁਹਾਡੀ ਕਾਪੀ ਤੇ ਲਿਖਾ ਚੈੱਕ ਨਹੀਂ ਕਰਨਾ ਵੀ ਤੁਸੀਂ ਕਾਪੀ ਤੇ ਕੀ ਲਿਖਿਆ ਵਾ। ਕਾਪੀ ਨੂੰ ਦੇਖ ਕੇ ਕਿਸੇ ਨੇ ਵੀ ਤੁਹਾਡੀ ਸਕੋਰਿੰਗ ਨਹੀਂ ਦੇਣੀਗੀ। ਸਕੋਰਿੰਗ ਹਮੇਸ਼ਾ ਤੁਹਾਡੀ ਰੀਟਾ ਲੈਕਚਰ ਦੀ ਹੋਣੀ ਆ। ਤੁਸੀਂ ਜਿਹੜਾ ਕੰਟੈਂਟ ਆਪਣੀ ਕਾਪੀ ਤੇ ਲਿਖਣਾ ਰੀਟਾ ਲੈਕਚਰ ਦਾ, ਚਾਹੇ ਪੰਜਾਬੀ 'ਚ ਲਿਖੋ ਚਾਹੇ ਹਿੰਦੀ 'ਚ ਲਿਖੋ। ਹੁਣ ਮੈਨੂੰ ਓਪਰਚੁਨਿਟੀਜ਼ ਪਾਉਣਾ ਨਹੀਂ ਆਉਂਦਾ, ਮੈਂ ਹੁਣ ਉਹਦੇ ਸਪੈਲਿੰਗ ਥੋੜੀ ਸੋਚਾਂ ਮੈਂ ਪੰਜਾਬੀ 'ਚ ਪਾਲੂੰਗਾ। ਮੈਂ ਓਪਰਚੁਨਿਟੀਜ਼ ਕਲੀ ਉਹੀ ਪਾਣਾ ਭਲਾ, ਮੈਨੂੰ ਹੀ ਪੜ੍ਹਨਾ ਆਉਣਾ ਚਾਹੀਦਾ ਵਾ। ਮੈਨੂੰ ਪਤਾ ਹੋਵੇ ਮੈਂ ਆਪਣੇ ਹੱਥ ਨਾਲ ਲਿਖਿਆ ਕੀ, ਆਪਣਾ ਸ਼ਾਰਟ ਫਾਰਮ 'ਚ ਲਿਖਾਂ, ਭਲਾ ਪੰਜਾਬੀ 'ਚ ਲਿਖਾਂ, ਆਪਣਾ ਹਿੰਦੀ 'ਚ ਲਿਖਾਂ। ਰੀਟਾ ਲੈਕਚਰ ਦੇ ਵਿੱਚ 15 ਤੋਂ ਪਲੱਸ ਕੀਵਰਡ ਜਿਹੜੇ ਬੱਚੇ ਕੋਲ ਹੋਣਗੇ ਡੈਫੀਨੇਟਲੀ ਗਾਰੰਟੀ ਉਹਦਾ ਰੀਟਾ ਲੈਕਚਰ ਵਧੀਆ ਹੋਊਗਾ। ਅਗਲੀ ਗੱਲ ਰੀਟਾ ਲੈਕਚਰ ਦੇ ਵਿੱਚ ਟਾਈਮ ਨੂੰ ਕਿਵੇਂ ਮੈਨੇਜ ਕਰਨਾ ਵਾ। ਰੀਟਾ ਲੈਕਚਰ ਦੇ ਵਿੱਚ ਹੁਣ ਕਿਉਂ ਗਲਤੀਆਂ ਹੋ ਗਈਆਂ? ਰੀਟਾ ਲੈਕਚਰ ਦੇ ਵਿੱਚ ਆਪਾਂ ਇੰਨੇ ਫੰਬਲ ਹੋ ਜਾਂਦੇ ਆ, ਕੰਟੈਂਟ ਪੜ੍ਹਨ ਵੇਲੇ ਆਪਾਂ ਨੂੰ ਸਮਝ ਨਹੀਂ ਆਉਂਦੀਗੀ। ਇਹ ਗਲਤੀ ਕਿਉਂ ਹੁੰਦੀ ਹੈ ਰੀਟਾ ਲੈਕਚਰ ਦੇ ਵਿੱਚ? ਜਦੋਂ ਸਪੀਕਰ ਬੋਲਦਾ ਵਾ ਰੀਟਾ ਲੈਕਚਰ ਦੇ ਵਿੱਚ, ਸਪੀਕਰ ਬੋਲਣਾ ਬੰਦ ਕਰਦਾ ਰੀਟਾ ਲੈਕਚਰ ਦੇ ਵਿੱਚ। ਸਪੀਕਰ ਦੇ ਬੋਲਣ ਤੋਂ ਬਾਅਦ ਨਾ ਆਪਾਂ ਨੂੰ 10 ਸਕਿੰਟ ਦਾ ਟਾਈਮ ਦਿੱਤਾ ਜਾਂਦਾ ਵਾ। 10 ਸੈਕਿੰਡਸ ਦਾ ਟਾਈਮ ਮਿਲਦਾ ਵਾ ਆਪਾਂ ਨੂੰ ਸਪੀਕਰ ਦੇ ਬੋਲਣ ਤੋਂ ਬਾਅਦ
ਰੀਟਾ ਲੈਕਚਰ ਦੀ ਰਿਕਾਰਡਿੰਗ ਸਟਾਰਟ ਹੋਣ ਤੋਂ ਪਹਿਲਾਂ ਆਪਾਂ ਕੀ ਕਰਦੇ ਆ, ਆਪਾਂ ਉਹ ਟਾਈਮ ਨੂੰ ਵੇਸਟ ਕਰਦੇ ਆ। ਆਪਾਂ ਉਹ ਟਾਈਮ ਨੂੰ ਕਿਵੇਂ ਵੇਸਟ ਕਰਦੇ ਆ, ਆਪਾਂ ਉਹ ਟਾਈਮ ਨੂੰ ਵੇਸਟ ਕਰਦੇ ਆ ਕਿ ਆਪਾਂ ਕੀ ਕਰਨਾ ਹੁੰਦਾ ਵਾ ਵੀ ਰੀਟਾ ਲੈਕਚਰ ਦਾ ਕੰਟੈਂਟ ਲਿਖੀ ਜਾਂਦੇ ਆ, ਕੰਟੈਂਟ ਲਿਖੀ ਜਾਂਦੇ ਆ। ਜਦੋਂ ਆਡੀਓ ਰੁਕ ਵੀ ਜਾਂਦੀ ਆ, ਸਪੀਕਰ ਬੋਲਣਾ ਬੰਦ ਵੀ ਕਰ ਦਿੰਦਾ ਵਾ, ਉਸ ਤੋਂ ਬਾਅਦ ਵੀ ਮੇਰਾ ਹੱਥ ਚੱਲੀ ਜਾਂਦਾ ਵਾ, ਮੈਂ ਕੰਟੈਂਟ ਲਿਖੀ ਜਾਂਦਾ ਵਾ, ਉਹ 10 ਸੈਕਿੰਡ ਵੀ ਮੈਂ ਕੰਟੈਂਟ ਲਿਖਣ ਦੇ ਵਿੱਚ ਹੀ ਵੇਸਟ ਕਰ ਦਿੰਦਾ। ਰੀਟਾ ਲੈਕਚਰ ਦਾ 골ਡਨ ਰੂਲ ਆ ਵੀ ਜਦੋਂ ਰੀਟਾ ਲੈਕਚਰ ਦਾ ਸਪੀਕਰ ਬੋਲਣਾ ਬੰਦ ਕਰਦਾ ਵਾ, ਉਸੇ ਟਾਈਮ ਤੁਹਾਡਾ ਪੈਨ ਵੀ ਜਿਹੜਾ ਵਾ ਉਹ ਰੁਕ ਜਾਣਾ ਚਾਹੀਦਾ ਵਾ। ਉਹ ਜਿਹੜੇ 10 ਸੈਕਿੰਡ ਹੁੰਦੇ ਆ, 10 ਸੈਕਿੰਡ ਨੂੰ ਕਿਵੇਂ ਯੂਜ਼ ਕਰਨਾ ਵਾ, ਉਹ 10 ਸੈਕਿੰਡ ਦਿੱਤੇ ਹੁੰਦੇ ਆ ਤੁਹਾਡਾ ਕੰਟੈਂਟ ਪੜਨ ਵਾਸਤੇ। ਉਹ 10 ਸੈਕਿੰਡ ਦੇ ਵਿੱਚ ਜਿੰਨਾ ਵੀ ਕੰਟੈਂਟ ਤੁਸੀਂ ਆਪਣੀ ਕਾਪੀ ਤੇ ਲਿਖਿਆ ਵਾ, 15 ਕੀਵਰਡ ਲਿਖੇ ਆ, 20 ਕੀਵਰਡ ਲਿਖੇ ਆ, ਉਹਨਾਂ ਨੂੰ ਇੱਕ ਵਾਰ ਆਪਣੀ ਅੱਖਾਂ ਮੂਹਰੋਂ ਕੱਢ ਲਓ, ਇੱਕ ਵਾਰ ਉਹਨਾਂ ਸਾਰਿਆਂ ਦੀ ਪ੍ਰੈਪਰੇਸ਼ਨ ਕਰ ਲਓ, ਇੱਕ ਵਾਰ ਪੜ੍ਹ ਲਓ। ਰੀਡ ਲਾਊਡ ਆ, ਰੀਡ ਲਾਊਡ ਨੂੰ ਪ੍ਰੈਪਰੇਸ਼ਨ ਟਾਈਮ ਆ ਜਿਹੜਾ ਰੀਡ ਲਾਊਡ ਦਾ 40 ਸੈਕਿੰਡਸ ਹੁੰਦਾ। 40 ਸੈਕਿੰਡਸ ਆਪਾਂ ਨੂੰ ਪ੍ਰੈਪਰੇਸ਼ਨ ਟਾਈਮ ਰੀਡ ਲਾਊਡ ਦਾ ਮਿਲਦਾ ਵਾ, ਜੋ ਕਿ ਰੀਡ ਲਾਊਡ ਆਪਾਂ ਪਹਿਲੀ ਵਾਰ ਦੇਖਿਆ ਹੁੰਦਾ ਵਾ, ਉਹ ਰੀਡ ਲਾਊਡ ਦਾ 40 ਸੈਕਿੰਡਸ ਪ੍ਰੈਪਰੇਸ਼ਨ ਟਾਈਮ ਮਿਲਦਾ ਵਾ। ਰੀਟਾ ਲੈਕਚਰ ਜੋ ਕਿ ਕੰਟੈਂਟ ਆਪਾਂ ਆਪਣੇ ਹੱਥੀ ਲਿਖਦੇ ਆ, ਹੱਥੀ ਆਪਣੇ ਕੰਟੈਂਟ, ਆਪਣੇ ਹੱਥ ਦਾ ਕੰਟੈਂਟ ਲਿਖਦੇ ਆ ਜਿਹੜਾ ਆਪਾਂ, ਠੀਕ ਆ, ਉਹ ਕੰਟੈਂਟ ਨੂੰ ਪੜ੍ਹਨ ਵਾਸਤੇ ਆਪਾਂ ਨੂੰ 10 ਸੈਕਿੰਡ ਦਿੰਦੇ ਆ ਵੀ ਪ੍ਰਪੇਅਰ ਕਰ ਲਓ। ਉਹ 10 ਸੈਕਿੰਡ ਦੇ ਵਿੱਚ ਮੈਂ ਇਹ ਚੀਜ਼ ਦੇਖ ਸਕਦਾ ਵਾਂ ਵੀ ਕਿਹੜਾ ਕੰਟੈਂਟ ਮੈਂ ਗਲਤ ਲਿਖਤਾ, ਕਿਹੜਾ ਕੰਟੈਂਟ ਮੈਨੂੰ ਪੜ੍ਹਿਆ ਨਹੀਂ ਜਾ ਰਿਹਾ, ਮੈਂ ਸਟਕ ਹੋ ਰਿਹਾ ਵਾਂ, ਉਹ ਮੈਂ ਰਿਕਾਰਡਿੰਗ ਦੇ ਵਿੱਚ ਨਾ ਬੋਲਾਂ। ਉਹ ਜਿਹੜੇ 10 ਸੈਕਿੰਡ ਦੇ ਵਿੱਚ ਤੁਸੀਂ ਪ੍ਰੈਪਰੇਸ਼ਨ ਟਾਈਮ ਮਿਲਦਾ ਨਾ ਰੀਟਾ ਲੈਕਚਰ ਦਾ, ਉਹ 10 ਸੈਕਿੰਡ ਦਾ ਟਾਈਮ ਵੇਸਟ ਕਰਕੇ ਫਿਰ ਤੁਸੀਂ ਰਿਕਾਰਡਿੰਗ ਦੇ ਵਿੱਚ ਸੋਚਦੇ ਹੋ। ਰਿਕਾਰਡਿੰਗ ਦੇ ਵਿੱਚ ਜਦੋਂ ਰੀਟਾ ਲੈਕਚਰ ਆ ਜਾਂਦਾ ਨਾ, ਇਨ ਦਿਸ ਲੈਕਚਰ ਸਪੀਕਰ ਸਪੀਕਸ ਅਬਾਊਟ, ਫਿਰ ਤੁਸੀਂ ਕਰਦੇ ਆ ਜਿਵੇਂ ਹੁਣ ਇੱਕ ਰੀਟਾ ਲੈਕਚਰ ਜਸਟ ਫॉर ਐਗਜ਼ਾਮਪਲ ਥੋੜਾ ਜਿਹਾ ਬੋਲ ਕੇ ਦਿਖਾਉਣਾ ਵਾ ਕਿਵੇਂ ਕਰਦੇ ਤੁਸੀਂ। in this lecture speaker speaks about people community majorities ਆ ਚੀਜ਼ ਹੁੰਦੀ ਆ। ਫਿਰ ਮੈਨੂੰ ਪਤਾ ਹੀ ਨਹੀਂ ਲੱਗਦਾ ਮੈਂ ਲਿਖਿਆ ਕੀ ਆ। ਹੁਣ 10 ਸੈਕਿੰਡ ਦੇ ਵਿੱਚ ਮੈਂ ਪੂਰਾ ਪ੍ਰਪੇਅਰ ਹੋ ਜਾਊਗਾ ਕਿਹੜੀ ਚੀਜ਼ ਸਹੀ ਆ ਕਿਹੜੀ ਚੀਜ਼ ਗਲਤ ਆ, ਫਿਰ ਮੈਂ ਫਲੋ ਚ ਬੋਲੂੰਗਾ ਪੀਪਲ ਕਮਿਊਨਿਟੀ ਮੈਜੋਰਟੀ ਸਿਕਿਉਰਿਟੀ। ਉਹ ਚੀਜ਼ ਕੀ ਆ, ਬਹੁਤ ਫਾਇਦਾ ਦੇ ਕੇ ਜਾਊਗੀ ਤੁਹਾਨੂੰ। ਇਹ ਨਿੱਕੇ ਮਿਸਟੇਕਸ ਨੂੰ ਇੰਪਰੂਵ ਕਰ ਲਓਗੇ ਨਾ, ਗਾਰੰਟੀ ਆ ਤੁਹਾਡੀ ਇੰਪਰੂਵਮੈਂਟ ਤੁਹਾਡੀ ਪੂਰੀ ਵਧੀਆ ਤਰੀਕੇ ਨਾਲ ਹੋ ਜਾਊਗੀ। ਬਟ ਕੀ ਆ, ਆਪਾਂ ਨੂੰ ਸ਼ੁਰੂ ਤੋਂ ਸਿਖਾਈਏ ਚੀਜ਼ ਕੀ ਆ। ਆਪਾਂ ਨੂੰ ਸਾਡੇ ਕਿਸੇ ਵੀ ਟ੍ਰੇਨਰ ਨੇ ਨਾ, ਕੋਈ ਵੀ ਹੁਣ ਐਗਜ਼ਾਮੀਨਰ ਆ ਜੇ, ਕੋਈ ਵੀ ਟ੍ਰੇਨਰ ਆ ਜੇ, ਆਪਾਂ ਨੂੰ ਇਹ ਚੀਜ਼ਾਂ ਸਿਖਾਉਂਦਾ ਹੀ ਨਹੀਂਗਾ, ਇਹ ਚੀਜ਼ ਬਾਰੇ ਉਹ ਦੱਸਦਾ ਹੀ ਨਹੀਂਗਾ ਵੀ ਆਹ ਚੀਜ਼ ਨੂੰ ਇਦਾਂ ਫੋਲੋ ਕਰੋ, ਆਹ ਚੀਜ਼ ਨੂੰ ਇਦਾਂ ਫੋਲੋ ਕਰੋ, ਆਹ ਚੀਜ਼ ਨੂੰ ਐ ਕਰੋ, ਉਹ ਚੀਜ਼ ਨੂੰ ਐ ਕਰੋ। ਹੁਣ ਮੇਨ ਚੀਜ਼ ਆ, ਹਰੇਕ ਬੰਦੇ ਨੇ ਨਾ, ਹਰੇਕ ਐਗਜ਼ਾਮੀਨਰ ਨੇ ਤੁਹਾਨੂੰ ਕੀ ਕਰਨਾ ਵਾ, ਤੁਹਾਨੂੰ ਮੇਨ ਚੀਜ਼ਾਂ ਸਮਝਾ ਦੇਣੀਆਂ। ਮੇਨ ਚੀਜ਼ਾਂ ਕੀ ਆ ਵੀ ਇਹ ਚ ਰੀਡ ਲਾਊਡ ਚਾਹੇ ਹੁੰਦਾ ਜੀ, ਰਿਪੀਟ ਸੈਂਟੈਂਸ ਚਾਹੇ, ਡਿਸਕ੍ਰਾਈਬਰ ਚਾਹੇ, ਰੀਟਾ ਲੈਕਚਰ ਚਾਹੇ ਹੁੰਦਾ ਵਾ। ਜਦੋਂ ਤੱਕ ਡਿਟੇਲਿੰਗ ਦੇ ਵਿੱਚ ਤੁਹਾਨੂੰ ਨਾ ਪਤਾ ਹੋਊਗਾ ਨਾ ਵੀ ਆਹ ਚੀਜ਼ ਦੇ ਵਿੱਚ ਆਇਆ ਹੁੰਦਾ, ਆਹ ਚੀਜ਼ ਦੇ ਵਿੱਚ ਆਇਆ ਹੁੰਦਾ ਵਾ, ਉਦੋਂ ਤੱਕ ਕੀ ਆ ਇੰਪਰੂਵਮੈਂਟ ਨਹੀਂ ਹੋਣੀ। ਕੀ ਇੰਪਰੂਵਮੈਂਟ ਹੋਣੀ ਉਦੋਂ ਆ ਜਦੋਂ ਤੁਹਾਨੂੰ ਬਰੀਕੀ ਚ ਹਰੇਕ ਚੀਜ਼ ਬਾਰੇ ਪਤਾ ਹੋਊਗਾ। ਠੀਕ ਆ, ਡਿਟੇਲਿੰਗ ਦੇ ਵਿੱਚ ਦੱਸਿਆ ਕਰੂੰਗਾ ਹਰੇਕ ਚੀਜ਼ ਨੂੰ। ਜੋ ਵੀ ਕੁਐਸਚਨ ਹੈ ਨਾ ਸਪੀਕਿੰਗ ਨੂੰ ਲੈ ਕੇ, ਉਹ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਮੇਰੇ ਤੋਂ ਪੁੱਛ ਸਕਦੇ ਹੋ। ਤੇ ਜਿੰਨੇ ਵੀ ਬੱਚੇ ਮੈਨੂੰ ਦੇਖਦੇ ਪਏ ਹੋ, ਵੀਡੀਓ ਨੂੰ ਲਾਈਕ ਕਰ ਦਿਓ। ਸਭ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ। ਇਹ ਵੀਡੀਓ ਤੁਹਾਡੇ ਵਾਸਤੇ ਬਹੁਤ ਹੈਲਪਫੁਲ ਹੋ ਸਕਦੀਆਂ ਵਾ। ਜਿਹੜੀਆਂ ਵੀਡੀਓ ਡੇਲੀ ਲਾਈਵ ਲੈ ਕੇ ਆਇਆ ਕਰੂੰਗਾ ਚੈਨਲ ਤੇ, ਉਹ ਲਾਈਵ ਤੁਹਾਡੇ ਵਾਸਤੇ ਬਹੁਤ ਹੈਲਪਫੁਲ ਹੋ ਸਕਦੇ ਆ। ਲਾਈਵ ਨੂੰ ਮਿਸ ਨਾ ਕਰ ਪਾਓ, ਇਸ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਸਾਰੇ ਜਾਣੇ। ਅਗਲੀ ਗੱਲ ਕਰਦੇ ਆ ਆਨਸਰ ਸ਼ਾਰਟ ਕੁਐਸਚਨਸ ਦੀ। ਹੁਣ ਆਨਸਰ ਸ਼ਾਰਟ ਕੁਐਸਚਨ ਦੇ ਵਿੱਚ ਕੀ ਚੀਜ਼ ਆ, ਆਨਸਰ ਸ਼ਾਰਟ ਕੁਐਸਚਨਸ ਆਪਾਂ ਨੂੰ ਬਹੁਤ ਸਾਰੇ ਬੰਦੇ ਕਹਿ ਦਿੰਦੇ ਆ ਵੀ ਆਨਸਰ ਸ਼ਾਰਟ ਕੁਐਸਚਨ ਆ ਜਿਹੜੇ ਉਹ ਇੰਨੇ ਇੰਪੋਰਟੈਂਟ ਨਹੀਂ ਹੁੰਦੇ। ਐਗਜ਼ਾਮ ਦੇ ਵਿੱਚ ਜਿਹੜੇ ਆਨਸਰ ਸ਼ਾਰਟ ਕੁਐਸਚਨ ਹੁੰਦੇ ਆ ਨਾ, ਉਹ ਮਤਲਬ 4 ਤੋਂ 5 ਆਉਂਦੇ ਆ, 1 ਨੰਬਰ ਦਾ ਇੱਕ ਹੁੰਦਾ ਵਾ, ਇੰਨੇ ਇੰਪੋਰਟੈਂਟ ਨਹੀਂ ਤੇ ਇਹਨਾਂ ਧਿਆਨ ਨਾਲ ਦਿਆ ਕਰੋ। ਆਨਸਰ ਸ਼ਾਰਟ ਕੁਐਸਚਨ ਤੁਹਾਡੀ ਲਿਸਨਿੰਗ ਨੂੰ ਨੰਬਰ ਦਿੰਦੇ ਆ। ਆਨਸਰ ਸ਼ਾਰਟ ਕੁਐਸਚਨਸ ਇੰਪੋਰਟੈਂਟ ਕਿਉਂ ਨਹੀਂ ਗਏ, ਆਨਸਰ ਸ਼ਾਰਟ ਕੁਐਸਚਨ ਸਾਰੇ ਮਿਲਾ ਕੇ 5 ਤੋਂ 6 ਨੰਬਰ ਦੇ ਬਣ ਜਾਂਦੇ ਆ। 5 ਤੋਂ 6 ਨੰਬਰ ਤੁਹਾਡੀ ਲਿਸਨਿੰਗ ਵਾਸਤੇ ਕਿੰਨੇ ਇੰਪੋਰਟੈਂਟ ਆ ਤੁਹਾਨੂੰ ਦੱਸਣ ਦੀ ਲੋੜ ਨਹੀਂ ਆ। ਉਹ 5 ਤੋਂ 6 ਨੰਬਰ ਵੇਸਟ ਨਹੀਂ ਕਰਨੇਗੇ। ਆਨਸਰ ਸ਼ਾਰਟ ਕੁਐਸਚਨਸ ਕਿਵੇਂ ਪ੍ਰੈਕਟਿਸ ਕਰਨੀ ਹੈ? ਆਨਸਰ ਸ਼ਾਰਟ ਕੁਐਸਚਨ ਜਸਟ ਜਨਰਲ ਨੌਲੇਜ ਦੇ ਕੁਐਸਚਨ ਆ, ਚਾਹੇ ਲੈਂਗੁਏਜ ਅਕੈਡਮੀ ਤੋਂ ਕਰੋ, ਚਾਹੇ ਏਪੀਯੂਨੀ ਤੋਂ ਕਰੋ, ਕਿਸੇ ਵੀ ਐਪ ਤੋਂ ਕਰ ਲਓ, ਇਹ ਕੁਐਸਚਨ ਤੁਹਾਨੂੰ ਐਗਜ਼ਾਮ ਦੇ ਵਿੱਚ ਰਿਪੀਟ ਹੋ ਜਾਣੇ ਆ। ਉਹ ਡਿਟੋ ਬਸ ਉਹ ਸਿਲੇਬਸ ਹੀ ਆ ਤੁਹਾਡਾ। ਜਿੰਨੇ ਵੀ 1500 2000 ਆਨਸਰ ਸ਼ਾਰਟ ਕੁਐਸਚਨ ਹੈਗੇ ਆ ਤੁਹਾਡੀ ਲੈਂਗੁਏਜ ਅਕੈਡਮੀ ਦੇ ਵਿੱਚ, ਤੁਹਾਡੀ ਏਪੀਯੂਨੀ ਦੇ ਵਿੱਚ ਸੇਮ ਹੀ ਆ। ਲੈਂਗੁਏਜ ਅਕੈਡਮੀ ਤੇ ਏਪੀਯੂਨੀ ਦੇ ਵਿੱਚ ਸੇਮ ਕੁਐਸਚਨਸ ਹੀ ਆ। ਜਿਹੜੀ ਐਪ ਤੋਂ ਮਰਜ਼ੀ ਕਰ ਲਓ, ਤੁਹਾਨੂੰ ਵਿੱਚ ਐਗਜ਼ਾਮ ਦੇ ਵਿੱਚ ਰਿਪੀਟ ਹੋ ਜਾਣੀ ਆ। ਹੁਣ ਸਭ ਤੋਂ ਮੇਨ ਗੱਲ ਕਰਦੇ ਆ, ਕਿਹੜੀ ਚੀਜ਼ ਦੇ ਨੰਬਰ ਕਿਹੜੀ ਚੀਜ਼ ਦੇ ਵਿੱਚ ਜਾਂਦੇ ਆ। ਠੀਕ ਆ, ਹੁਣ ਇਹ ਚੀਜ਼ ਦੱਸਣ ਲੱਗਾ ਵਾ, ਇਹ ਚੀਜ਼ ਸਮਝਾਉਣ ਲੱਗਾ ਵਾ ਵੀ ਕਿਹੜੀ ਚੀਜ਼ ਦੇ ਨੰਬਰ ਕਿਹੜੀ ਚੀਜ਼ ਜਾਂਦੇ, ਧਿਆਨ ਨਾਲ ਸਮਝ ਲਿਓ। ਰੀਡ ਲਾਊਡ ਦੇ ਨੰਬਰ ਆ ਜਿਹੜੇ, ਰੀਡ ਲਾਊਡ ਦੇ ਨੰਬਰ ਜਾਂਦੇ ਆ ਤੁਹਾਡੀ ਰੀਡਿੰਗ ਦੇ ਵਿੱਚ। ਕਿੰਨੇ ਨੰਬਰ ਰੀਡਿੰਗ ਦੇ ਵਿੱਚ ਜਾਂਦੇ ਆ? ਕੰਟੈਂਟ ਦੇ ਨੰਬਰ। ਜਿੰਨੇ ਵੀ ਕੰਟੈਂਟ ਦੇ ਵਿੱਚ ਤੁਹਾਡੇ ਨੰਬਰ ਆਉਣਗੇ, ਚਾਹੇ 3 ਆਉਣ, ਚਾਹੇ 4 ਆਉਣ, ਚਾਹੇ 5 ਆਉਣ, ਕੰਟੈਂਟ ਦੇ ਜਿੰਨੇ ਵੀ ਨੰਬਰ ਹੋਏ ਰੀਡ ਲਾਊਡਸ ਦੇ ਤੁਹਾਡੀ ਰੀਡਿੰਗ ਦੇ ਵਿੱਚ ਜਾਣਗੇ। ਅਗਲੀ ਗੱਲ ਕਰਦੇ ਆ ਰਿਪੀਟ ਸੈਂਟੈਂਸ ਦੀ। ਰਿਪੀਟ ਸੈਂਟੈਂਸ ਦੇ ਨੰਬਰ ਆ ਜਿਹੜੇ ਤੁਹਾਡੇ ਉਹ ਲਿਸਨਿੰਗ ਚ ਜਾਂਦੇ ਆ। ਕਿਹੜੀ ਚੀਜ਼ ਦੇ ਜਾਂਦੇ ਆ? ਕੰਟੈਂਟ ਦੇ। ਕਿੰਨੇ ਨੰਬਰ ਜਾਣਗੇ ਕੰਟੈਂਟ ਦੇ?
3 ਨੰਬਰ ਦਾ ਰਿਪੀਟ ਸੈਂਟੈਂਸ ਦਾ ਕੰਟੈਂਟ ਹੁੰਦਾ ਵਾ, ਤਿੰਨਾਂ ਦੇ ਵਿੱਚੋਂ ਜਿੰਨਾ ਵੀ ਕੰਟੈਂਟ ਆਇਆ, 1 ਆਵੇ 2 ਆਵੇ 3 ਆਵੇ, ਉਨਾ ਕੰਟੈਂਟ ਤੁਹਾਡਾ ਜਿਹੜਾ ਵਾ ਉਹ ਲਿਸਨਿੰਗ 'ਚ ਜਾਊਗਾ। ਅਗਲੀ ਗੱਲ ਕਰਦੇ ਆ ਡਿਸਕ੍ਰਾਈਮੇਜ ਦੀ। ਡਿਸਕ੍ਰਾਈਮੇਜ ਦੇ ਨੰਬਰ ਆ ਜਿਹੜੇ ਟੋਟਲੀ ਉਹ ਤੁਹਾਡੇ ਕੀ ਆ, ਸਪੀਕਿੰਗ ਦੇ ਵਿੱਚ ਹੀ ਰਹਿੰਦੇ ਆ। ਕੰਟੈਂਟ ਦੇ ਨੰਬਰ ਫਲੂਐਂਸੀ ਦੇ ਪ੍ਰੋਨੰਸੀਏਸ਼ਨ ਦੇ ਸਪੀਕਿੰਗ ਦੇ ਵਿੱਚ ਹੀ ਰਹਿਣਗੇ। ਅਗਲੀ ਗੱਲ ਕਰਦੇ ਆ ਰੀਡਾ ਲੈਕਚਰ ਦੀ। ਰੀਡਾ ਲੈਕਚਰ ਦੇ ਜਿਹੜੇ ਨੰਬਰ ਆ, ਰੀਡਾ ਲੈਕਚਰ ਦੇ ਨੰਬਰ ਤੁਹਾਡੇ ਲਿਸਨਿੰਗ ਦੇ ਵਿੱਚ ਐਡ ਹੁੰਦੇ ਆ। ਕੰਟੈਂਟ ਦੇ ਨੰਬਰ ਰੀਡਾ ਲੈਕਚਰ ਦੇ ਤੁਹਾਡੀ ਲਿਸਨਿੰਗ ਦੇ ਵਿੱਚ ਐਡ ਹੋਣਗੇ। ਅਗਲੀ ਗੱਲ ਕਰਦੇ ਆ ਆਨਸਰਡ ਕੁਐਸਚਨਸ ਦੀ। ਜਿਵੇਂ ਤੁਹਾਨੂੰ ਪਹਿਲਾਂ ਦੱਸ ਕੇ ਗਿਆ ਨਾ, ਆਨਸਰਡ ਕੁਐਸਚਨਸ ਦੇ ਨੰਬਰ ਆ ਜਿਹੜੇ ਤੁਹਾਡੇ ਉਹ ਲਿਸਨਿੰਗ ਦੇ ਵਿੱਚ ਐਡ ਹੁੰਦੇ ਆ। ਸੋ ਹੁਣ ਇਹ ਚੀਜ਼ ਧਿਆਨ ਚ ਰੱਖਿਓ, ਸਪੀਕਿੰਗ ਤੁਹਾਡੀ ਸਾਰੀ ਕਲੀਅਰ ਆ। ਹੁਣ ਜੇ ਸਪੀਕਿੰਗ ਨੂੰ ਲੈ ਕੇ ਤੁਹਾਡਾ ਕੋਈ ਵੀ ਡਾਊਟ ਹੋਵੇ, ਕਿਸੇ ਵੀ ਚੀਜ਼ ਦਾ ਡਾਊਟ ਹੋਵੇ, ਚਾਹੇ ਰੀਡ ਲਾਊਡ, ਰਿਪੀਟ ਸੈਂਟੈਂਸ, ਡਿਸਕ੍ਰਾਈਮੇਜ, ਰੀਡਾ ਲੈਕਚਰ, ਆਨਸਰਡ ਕੁਐਸਚਨਸ ਜਾਂ ਹੋਰ ਕੋਈ ਵੀ ਡਾਊਟ ਆ ਸਪੀਕਿੰਗ ਦੇ ਰਿਲੇਟਡ ਤੁਸੀਂ ਮੇਰੇ ਤੋਂ ਪੁੱਛਣਾ ਚਾਹੁੰਦੇ ਹੋ, ਤੁਸੀਂ ਮੈਨੂੰ ਕਮੈਂਟ ਸੈਕਸ਼ਨ ਵਿੱਚ ਮੈਸੇਜ ਕਰਕੇ ਆਪਣਾ ਡਾਊਟ ਜਿਹੜਾ ਵਾ ਉਹ ਕਲੀਅਰ ਕਰ ਸਕਦੇ ਹੋ। ਤੁਹਾਡੇ ਕਮੈਂਟ ਦਾ ਜ਼ਰੂਰ ਰਿਪਲਾਈ ਕਰੂੰਗਾ ਮੈਂ। ਅਗਲੀ ਗੱਲ ਕਰਦੇ ਆ ਰਾਈਟਿੰਗ ਦੀ। ਹੁਣ ਰਾਈਟਿੰਗ ਦੇ ਵਿੱਚ ਬੱਚਿਆਂ ਨੂੰ ਬਹੁਤ ਸਾਰੀ ਕਨਫਿਊਜ਼ਨਸ ਆਉਂਦੀਆਂ ਨੇ। ਰਾਈਟਿੰਗ ਦੇ ਵਿੱਚ ਕੀ ਕਨਫਿਊਜ਼ਨ ਆ ਬੱਚਿਆਂ ਨੂੰ? ਰਾਈਟਿੰਗ ਦੇ ਵਿੱਚ ਆਮ ਤੌਰ ਤੇ ਹੁਣ ਬੱਚਿਆਂ ਨੂੰ ਕਨਫਿਊਜ਼ਨ ਆ ਜਾਂਦੀ ਆ ਰਾਈਟਿੰਗ ਦੇ ਐਸੇ ਦੀ। ਜੀ ਰਾਈਟਿੰਗ ਦਾ ਐਸੇ ਸਾਨੂੰ ਸਮਝ ਨਹੀਂ ਆਇਆ, ਰਾਈਟਿੰਗ ਦੇ ਐਸੇ ਦੇ ਵਿੱਚ ਕਿਵੇਂ ਹੈਡਿੰਗ ਫਿਲ ਕਰਨੀ ਆ ਸਾਨੂੰ ਸਮਝ ਨਹੀਂ ਆਈ। ਰਾਈਟਿੰਗ ਦੀ ਸਮਰੀ ਆ ਜਿਹੜੀ, ਰਾਈਟਿੰਗ ਦੀ ਸਮਰੀ ਆ, ਰਾਈਟਿੰਗ ਦੀ ਸਮਰੀ ਦੇ ਵਿੱਚ ਕੀ ਕਰੀਏ? ਰਾਈਟਿੰਗ ਦੀ ਸਮਰੀ ਦੇ ਵਿੱਚ ਸਾਨੂੰ ਜਮਾਂ ਵੀ ਸਮਝ ਨਹੀਂ ਆਉਂਦੀ ਕਿ ਰਾਈਟਿੰਗ ਦੀ ਸਮਰੀ ਦੇ ਵਿੱਚ ਕਿਹੜੀਆਂ ਲਾਈਨਾਂ ਪਿਕ ਕਰੀਏ, ਕਿਹੜੇ ਕਨੈਕਟਰਸ ਯੂਜ਼ ਕਰੀਏ ਜਾਂ ਕਿਹੜੇ ਕੋਮੇ ਵਗੈਰਾ ਉਹ ਯੂਜ਼ ਨਹੀਂ ਹੋਣਗੇ। ਇਹ ਸਾਨੂੰ ਸਮਝ ਨਹੀਂ ਆਉਂਦੀ, ਸਾਨੂੰ ਸਿਖਾਓ, ਸਾਨੂੰ ਸਮਝਾਓ। ਡਿਟੇਲਿੰਗ ਦੇ ਵਿੱਚ ਰਾਈਟਿੰਗ ਸਮਝਾਊਗਾ। ਰਾਈਟਿੰਗ ਦਾ ਪਾਰਟ ਵੀਡੀਓ ਨੂੰ ਜਮਾਂ ਵੀ ਸਕਿਪ ਨਾ ਕਰਿਓ, ਕੱਲੀ ਕੱਲੀ ਚੀਜ਼ ਡਿਟੇਲਿੰਗ ਚ ਸਮਝਾਊਗਾ। ਜੇ ਵੀਡੀਓ ਨੂੰ ਜ਼ਰਾ ਵੀ ਸਕਿਪ ਕੀਤਾ ਤੁਹਾਡਾ ਹੀ ਲਾਸ ਹੋਣਾ ਵਾ, ਕਿਉਂਕਿ ਆਹ ਵੀਡੀਓ ਦੇ ਵਿੱਚ ਜੇ ਪ੍ਰੋਪਰ ਦੇਖ ਲਈ, ਇਹ ਫ੍ਰੀ ਆਫ ਕਾਸਟ ਕਲਾਸਾਂ ਲੱਗ ਰਹੀਆਂ ਨੇ, ਕੋਈ ਪੇਡ ਨਹੀਂ ਹੈ, ਇਹ ਫ੍ਰੀ ਆਫ ਕਾਸਟ ਕਲਾਸਾਂ। ਇਹ ਫ੍ਰੀ ਦੇ ਵਿੱਚ ਇਹੋ ਜਿਹੀ ਨੌਲੇਜ ਮਿਲੂਗੀ ਵੱਡੇ ਵੱਡੇ ਸੈਂਟਰਾਂ ਦੇ ਵਿੱਚ, ਵੱਡੇ ਵੱਡੇ ਟੀਚਰ ਤੁਹਾਨੂੰ ਕਦੇ ਨੌਲੇਜ ਨਹੀਂ ਦੇ ਸਕਦੇ ਜਿਹੜੀ ਨੌਲੇਜ ਤੁਹਾਨੂੰ ਅੱਜ ਵੀਡੀਓ ਦੇ ਵਿੱਚ ਦੇ ਜਾਣੀ ਆ। ਸਭ ਤੋਂ ਮੇਨ ਚੀਜ਼ ਸਾਨੂੰ ਸਮਝਣਾ ਰਾਈਟਿੰਗ ਦੀ। ਰਾਈਟਿੰਗ ਦੀ ਸਮਰੀ ਦੀ ਪਹਿਲਾਂ ਗੱਲ ਕਰਦੇ ਆ। ਰਾਈਟਿੰਗ ਦੀ ਸਮਰੀ ਦੇ ਵਿੱਚ 2 ਕਨੈਕਟਰਸ ਦੀਆਂ ਲਾਈਨਾਂ ਮੈਂ ਯੂਜ਼ ਕਰਦਾ ਨਾ, ਉਹ ਕਨੈਕਟਰ ਹਰੇਕ ਟੈਂਪਲੇਟ ਤੁਹਾਨੂੰ ਮੈਂ ਜਿਹੜਾ ਵਾ ਸਾਰਾ ਸਪੀਕਿੰਗ ਦਾ, ਰਾਈਟਿੰਗ ਦਾ, ਲਿਸਨਿੰਗ ਦਾ ਟੈਂਪਲੇਟ ਆ ਜਿਹੜਾ ਉਹ ਟੈਂਪਲੇਟ ਤੁਹਾਨੂੰ ਮੈਂ ਇੱਕ ਵੀਡੀਓ ਨੈਕਸਟ ਵੀਡੀਓ ਬਣਾਉਂਗਾ, ਉਹ ਵੀਡੀਓ ਵਿੱਚ ਆਲ ਟੈਂਪਲੇਟਸ ਮੈਂ ਸ਼ੇਅਰ ਕਰੂੰਗਾ ਰਾਈਟਿੰਗ ਦਾ ਟੈਂਪਲੇਟ ਦੀ ਸਮਰੀ ਦੇ ਵਿੱਚ ਆ। ਠੀਕ ਆ, ਉਹ ਟੈਂਪਲੇਟ ਮੈਂ ਯੂਜ਼ ਕਰਦਾ ਵਾ, ਮੈਂ ਹਾਊ ਐਵਰ ਫਰਦਰਮੋਰ ਯੂਜ਼ ਨਹੀਂ ਕਰਦਾਗਾ, ਉਹ 2 ਲਾਈਨਾਂ ਮੈਂ ਯੂਜ਼ ਕਰਦਾ ਵਾ। ਠੀਕ ਆ, ਰਾਈਟਿੰਗ ਦੇ ਵਿੱਚ ਹੁਣ ਇੱਕ ਚੀਜ਼ ਸਮਝਿਓ, ਰਾਈਟਿੰਗ ਦੀ ਸਮਰੀ ਆ ਜਿਹੜੀ, ਰਾਈਟਿੰਗ ਦੀ ਸਮਰੀ ਦੇ ਵਿੱਚ ਆਪਾਂ ਨੂੰ ਵਰਡ ਲਿਮਿਟ ਦਿੱਤੀ ਜਾਂਦੀ ਆ। ਘੱਟ ਤੋਂ ਘੱਟ ਵਰਡ 50, ਜ਼ਿਆਦਾ ਤੋਂ ਜ਼ਿਆਦਾ ਵਰਡ ਆ ਜਿਹੜੇ 70। 50 to 70 ਦੇ ਵਿੱਚ ਰਹਿਣਾ। ਜੇਕਰ 50 ਤੋਂ 1 ਵੀ ਘੱਟ ਆਇਆ ਤਾਂ ਵੀ 0, ਜੇਕਰ 70 ਤੋਂ 1 ਵੀ ਅਬਵ ਗਿਆ ਵਰਡ ਆਪਣਾ ਤਾਂ ਵੀ 0। ਠੀਕ ਆ, ਹੁਣ ਰਾਈਟਿੰਗ ਦੀ ਸਮਰੀ ਬਹੁਤ ਇੰਪੋਰਟੈਂਟ ਆ, ਕਿਉਂਕਿ ਰਾਈਟਿੰਗ ਦੀ ਸਮਰੀ ਆ ਜਿਹੜੀ, ਰਾਈਟਿੰਗ ਦੀ ਸਮਰੀ ਆਪਣੀ ਰੀਡਿੰਗ ਨੂੰ ਵੀ ਨੰਬਰ ਦਿੰਦੀ ਆ। ਰੀਡਿੰਗ ਨੂੰ ਨੰਬਰ ਕਿਉਂ ਦਿੰਦੀ ਆ ਰਾਈਟਿੰਗ ਦੀ ਸਮਰੀ? ਕਿਉਂਕਿ ਸਮਰਾਈਜ਼ ਰਿਟਨ ਟੈਕਸਟ ਦਾ ਮਤਲਬ ਆ, ਇਹਨੂੰ ਪੰਜਾਬੀ ਚ ਜਿਵੇਂ ਆਪਾਂ ਕਹਿ ਦਿੰਦੇ ਆ, ਇਹ ਸਮਰੀ ਦਾ ਮਤਲਬ ਆ ਸਿੱਟਾ ਕੱਢਣਾ। ਇੰਗਲਿਸ਼ ਜਿਹਨੂੰ ਆਪਾਂ ਕਨਕਲੂਜਨ ਵੀ ਕਹਿ ਦਿੰਦੇ ਆ, ਇਹ ਸਮਰੀ ਦਾ ਕਨਕਲੂਜਨ ਕੱਢ ਕੇ ਆਪਾਂ ਲਿਖਣਾ ਹੁੰਦਾ ਵਾ ਰਾਈਟਿੰਗ ਦੀ ਸਮਰੀ ਦਾ। ਹੁਣ ਰਾਈਟਿੰਗ ਦੀ ਸਮਰੀ ਦੇ ਵਿੱਚ ਕੋਈ ਇੱਕ ਲਾਈਨ ਚੱਕਣੀ ਆ ਤੁਸੀਂ ਜਿਹੜੀ ਸਾਫ਼ ਸੁਥਰੀ ਹੋਵੇ, ਜਿਹੜੀ ਲਾਈਨ ਦੇ ਵਿੱਚ ਸਿਰਫ ਕੋਮਾ ਵਗੈਰਾ ਯੂਜ਼ ਕੀਤੇ ਗਏ ਹੋਣ, ਜਿਹੜੀ ਲਾਈਨ 'ਚ ਸਿਰਫ ਕੋਮਾ ਵਗੈਰਾ ਯੂਜ਼ ਕੀਤੇ ਗਏ ਹੋਣ, ਕਿਸੇ ਵੀ ਤਰ੍ਹਾਂ ਦਾ ਕੋਈ ਕਨੈਕਟਰ, ਕੋਈ ਮੈਥ ਵਾਲਾ ਵਰਡ, ਕੋਈ ਸ਼ਾਰਟ ਫਾਰਮ ਯੂਜ਼ ਨਾ ਕੀਤੀ ਗਈ ਹੋਵੇ, ਕੋਈ ਬ੍ਰੈਕਟ ਵਗੈਰਾ ਕੋਈ ਯੂਜ਼ ਨਾ ਕੀਤੀ ਗਈ ਹੋਵੇ, ਸਾਫ਼ ਸੁਥਰੀ ਲਾਈਨ ਹੋਵੇ, ਬਸ ਇਕੱਲੀ ਕੋਮਾ ਵਗੈਰਾ ਚੱਲ ਸਕਦਾ ਵਾ, ਬਟ ਕੋਈ ਕਨੈਕਟਰ ਕਿਸੇ ਵੀ ਤਰ੍ਹਾਂ ਦਾ ਨਾ ਦਿੱਤਾ ਗਿਆ ਹੋਵੇ, ਨਾ ਮੈਥ ਵਾਲੇ ਵਰਡ, ਨਾ ਬ੍ਰੈਕਟ, ਨਾ ਕੋਈ ਵੀ ਕਨੈਕਟਰ ਕਿਸੇ ਵੀ ਚੀਜ਼ ਤਰ੍ਹਾਂ ਦਾ, ਬਸ ਓਨਲੀ ਕੋਮਾ ਵਗੈਰਾ ਚੱਲ ਸਕਦੇ ਆ। ਠੀਕ ਹੈ ਜੀ, ਹੁਣ ਰਾਈਟਿੰਗ ਦੀ ਸਮਰੀ ਦੇ ਵਿੱਚ ਆਪਾਂ ਕੋਈ ਇੱਕ ਲਾਈਨ ਚੱਕ ਲਈ ਕੋਮਾ ਵਗੈਰਾ ਵਾਲੀ। ਠੀਕ ਹੈ ਜੀ, ਉਹ ਲਾਈਨ ਚੱਕ ਲਈ, ਉਹ ਲਾਈਨ ਤੋਂ ਬਾਅਦ ਤੁਸੀਂ ਇੱਕ ਕਨੈਕਟਰ ਦੀ ਲਾਈਨ ਲਾ ਕੇ ਦੂਸਰੀ ਲਾਈਨ ਫਿਲ ਕਰ ਦੇਣੀ ਆ। ਹੁਣ ਜਿਹੜੀ ਦੂਸਰੀ ਲਾਈਨ ਆਪਾਂ ਲਿਖਦੇ ਆ, ਕਨੈਕਟਰ ਤੋਂ ਬਾਅਦ ਵਾਲੀ ਲਾਈਨ ਜਿਹੜੀ ਆਉਂਦੀ ਆ ਰਾਈਟਿੰਗ ਦੀ ਸਮਰੀ ਦੇ ਵਿੱਚ, ਉਹ ਲਾਈਨ ਦੇ ਵਿੱਚ ਬੱਚਿਆਂ ਨੂੰ ਕੀ ਕਨਫਿਊਜ਼ਨ ਆਉਂਦੀ ਆ? ਬੱਚੇ ਉਹ ਲਾਈਨ ਦੇ ਵਿੱਚ ਸਟਾਰਟਿੰਗ ਵਾਲਾ ਵਰਡ ਆ ਜਿਹੜਾ ਉਹ ਸਮਾਲ ਪਾਉਂਦੇ ਆ। ਤੁਹਾਨੂੰ ਟ੍ਰੇਨਰ ਨੇ ਕਿਹਾ ਵਾ ਜਿਹੜਾ ਦੂਸਰੀ ਲਾਈਨ ਦੀ ਸਟਾਰਟਿੰਗ ਕਰਨੀ ਆ ਉਹ ਵਰਡ ਜਿਹੜਾ ਹੁੰਦਾ ਵਾ ਛੋਟਾ ਹੀ ਆਊਗਾ, ਬਟ ਇੱਕ ਚੀਜ਼ ਦਾ ਧਿਆਨ ਰੱਖਿਓ, ਵਰਡ ਛੋਟਾ ਆਊਗਾ, ਆਫ ਕੋਰਸ ਆਊਗਾ, ਬਟ ਜੇਕਰ ਕਿਸੇ ਪਰਸਨ ਦਾ ਨਾਮ ਆ, ਜੇਕਰ ਕਿਸੇ ਕੰਟਰੀ ਦਾ ਨਾਮ ਆ, ਉਹ ਹਮੇਸ਼ਾ ਵਰਡ ਕੀ ਆ? ਵੱਡਾ ਹੀ ਆਊਗਾ। ਹੁਣ ਉਹਦੇ ਵਿੱਚ ਲਾਈਨ ਦੀ ਸਟਾਰਟਿੰਗ ਤੇ ਲਿਖਿਆ ਗਿਆ ਵਾ ਰਾਮ। ਠੀਕ ਆ, ਲਾਈਨ ਦੀ ਸਟਾਰਟਿੰਗ ਤੇ ਲਿਖਿਆ ਗਿਆ ਵਾ ਰਾਮ, ਰਾਮ ਲਿਖਿਆ ਗਿਆ ਵਾ, ਤੇ ਰਾਮ ਦੀ ਆਰ ਕਦੇ ਵੀ ਛੋਟੀ ਨਹੀਂ ਆਊਗੀ, ਚਾਹੇ ਦੂਸਰੀ ਲਾਈਨ ਦੀ ਸਟਾਰਟਿੰਗ ਆ। ਜੇਕਰ ਕਿਸੇ ਪਰਸਨ ਦਾ ਹੁਣ ਨਾਮ ਆ ਕਿਸੇ ਦਾ ਰਾਮ,
ठीक है। ये राम किसी का नाम है तो फिर भी ये जो वर्ड है छोटा नहीं होगा, वड्डा ही आऊगा। ये चीज ध्यान च रखियो। जेकर ये वर्ड तुसी राइटिंग समरी च निक्का पाता ये रॉन्ग हो जाएगा, नंबर कट लेंगे। सैकंड लाइन की स्टार्टिंग ते वर्ड जिहड़ा वा वो जेकर किसी पर्सन का नाम आ, किसी कंट्री का नाम आ, वो वड्डा ही आऊगा। ये चीज ध्यान च रखियो। जिहड़ी इहदी टैंपलेट मैं यूज करदा वां वो तुहानूं नैक्सट वीडियो दे विच प्रोवाइड कर दूंगा। अगली गल करदे हां राइटिंग दे एसे दी। ਹੁਣ ਰਾਈਟਿੰਗ ਦੇ ਐਸੇ ਵਿੱਚ ਬੱਚਿਆਂ ਨੂੰ ਕੀ ਕਨਫਿਊਜ਼ਨ ਆ, ਰਾਈਟਿੰਗ ਦਾ ਐਸੇ ਕਿਹੜਾ ਕੰਮ ਕਰਦਾ ਪਿਆ ਵਾ, ਕਿਹੜਾ ਟੈਂਪਲੇਟ ਆ ਜਿਹੜਾ ਵਰਕ ਕਰਦਾ ਪਿਆ ਵਾ, ਸਾਡੀ ਸਕੋਰਿੰਗ ਨਹੀਂ ਆਉਂਦੀ ਪਈਗੀ ਕਿ ਟੈਂਪਲੇਟ ਚੇਂਜ ਤਾਂ ਨਹੀਂ ਹੋ ਗਿਆਗਾ। ਟੈਂਪਲੇਟ ਕੋਈ ਚੇਂਜ ਨਹੀਂ ਹੋਏਗੀ। ਟੈਂਪਲੇਟ ਅਗਲੀ ਵੀਡੀਓ ਹੋ ਸਕਦਾ ਕੱਲ ਦੀ ਵੀਡੀਓ ਦੇ ਵਿੱਚ ਜਿੰਨੇ ਵੀ ਟੈਂਪਲੇਟਸ ਆ ਤੁਹਾਨੂੰ ਮੈਂ ਸ਼ੇਅਰ ਕਰਦਾ, ਠੀਕ ਆ। ਉਹ ਤੁਹਾਡੇ ਵਾਸਤੇ ਕੀ ਹੈ ਬੈਨੀਫਿਟ ਹੈ ਇੱਕ ਬਹੁਤ ਵਧੀਆ। ਉਹ ਟੈਂਪਲੇਟਸ ਨੂੰ ਯੂਜ਼ ਕਰਿਓ। ਉਹ ਟੈਂਪਲੇਟ ਦੇ ਨਾਲ ਬੱਚਿਆਂ ਦੇ 90 ਵੀ ਆਏ ਹੋਏ ਐਗਜ਼ਾਮ ਦੇ ਵਿੱਚੋਂ, ਠੀਕ ਆ। ਇਹ ਟੈਂਪਲੇਟ ਤੁਸੀਂ ਮੈਂ ਜਿਹੜਾ ਕੱਲ ਤੁਹਾਨੂੰ ਪ੍ਰੋਵਾਈਡ ਕਰੂੰਗਾ ਤੁਸੀਂ ਯੂਜ਼ ਵੀ ਕਰ ਸਕਦੇ ਹੋ। ਰਾਈਟਿੰਗ ਦਾ ਐਸੇ ਹੈ ਨਾ ਜਿਹੜਾ ਰਾਈਟਿੰਗ ਦੇ ਐਸੇ ਵਿੱਚ ਕੀ ਚੇਂਜਸ ਹੋਈਆਂ ਵਾ ਜਿਹੜੇ ਬੱਚਿਆਂ ਦੀ ਕਨਫਿਊਜ਼ਨ ਆ। ਰਾਈਟਿੰਗ ਦੇ ਐਸੇ ਦੇ ਵਿੱਚ ਆਪਾਂ ਨੂੰ ਪਹਿਲਾਂ ਆਪਾਂ ਕੀ ਕਰਦੇ ਸੀਗੇ ਹੈਡਿੰਗ ਨੂੰ ਚੱਕ ਕੇ ਨਾ ਟੌਪਿਕ ਨੇਮ ਦਿੱਤਾ ਹੁੰਦਾ ਸੀਗਾ, ਟੌਪਿਕ ਨੇਮ ਹੀ ਆਪਾਂ ਬਲੈਂਕਸ ਦੇ ਵਿੱਚ ਫਿਲ ਕਰ ਦਿੰਦੇ ਹੁੰਦੇ ਸੀਗੇ। ਹੁਣ ਆਪਾਂ ਨੂੰ ਉਹਨਾਂ ਨੇ ਕੀ ਚੀਜ਼ ਸਮਝਾਈ ਗਈ ਹੈ ਰਾਈਟਿੰਗ ਦੇ ਵਿੱਚ ਵੀ ਰਾਈਟਿੰਗ ਦੇ ਵਿੱਚ ਤੁਸੀਂ ਸਭ ਤੋਂ ਧਿਆਨ ਚ ਇੱਕ ਚੀਜ਼ ਰੱਖਣੀ ਆ। ਰਾਈਟਿੰਗ ਦੇ ਵਿੱਚ ਨਾ ਜਿਹੜਾ ਟੌਪਿਕ ਦਾ ਨਾਮ ਆ ਉਹਦੇ ਰਿਲੇਟਡ ਕੀਵਰਡਸ ਲਿਖਣੇ ਆ। ਬਲੈਂਕਸ ਆ ਜਿਹੜੀਆਂ ਆਪਣੀਆਂ ਹੈਗੀਆਂ ਵੈਸੇ ਦੀਆਂ ਆਪਾਂ ਟੌਪਿਕ ਦੇ ਰਿਲੇਟਡ ਕੀਵਰਡਸ ਆਪਾਂ ਉਹਦੇ ਬਲੈਂਕਸ ਦੇ ਵਿੱਚ ਫਿਲ ਕਰਨੇ ਆ। ਆਪਾਂ ਇਹ ਨਹੀਂਗਾ ਵੀ ਡਿਟੋ ਹੈਡਿੰਗ ਨੂੰ ਚੱਕ ਕੇ ਹੀ ਆਪਾਂ ਬਲੈਂਕਸ ਵਿੱਚ ਫਿਲ ਕਰ ਦੇਣਾ ਵਾ। ਹੁਣ ਜਿਵੇਂ ਜਸਟ ਫॉर ਐਗਜ਼ਾਮਪਲ ਮੈਨੂੰ ਐਸੇ ਦੀ ਹੈਡਲਾਈਨ ਆਈ ਆ ਪੋਲਿਊਸ਼ਨ ਤੇ, ਪੋਲਿਊਸ਼ਨ ਬਹੁਤ ਵੱਧਦਾ ਜਾ ਰਿਹਾ, ਮੈਨੂੰ ਕਿਵੇਂ ਕੰਟਰੋਲ ਕੀਤਾ ਜਾ ਸਕਦਾ ਵਾ, ਮੈਂ ਕਿਵੇਂ ਕੀਵਰਡਸ ਲਿਖ ਸਕਦਾ ਵਾ। ਮੈਂ ਪੈਰਾਂ 'ਚ ਕੀਵਰਡ ਲਿਖ ਸਕਦਾ ਵਾ ਕਾਰਸ, ਫੈਕਟਰੀਜ਼, ਬਾਈਕਸ, ਪੋਲੀਥੀਨਸ। ਹੁਣ ਜਿਹੜੀਆਂ ਜਿਹੜੀਆਂ ਚੀਜ਼ਾਂ ਪੋਲਿਊਸ਼ਨ ਕਰਦੀਆਂ ਪਈਆਂ ਆਪਾਂ ਉਹਨਾਂ ਨੂੰ ਕੰਟਰੋਲ ਕਰਦੇ ਉਹਨਾਂ ਦੀ ਤੁਸੀਂ ਬ੍ਰੈਕਟ ਉਹ ਜਿਹੜੇ ਬਲੈਂਕਸ ਦਿੱਤੀ ਆ ਉਹਦੇ ਉੱਤੇ ਤੁਸੀਂ ਬ੍ਰੈਕਟ ਪਾ ਕੇ ਜਾਂ ਕੋਮੇ ਵਗੈਰਾ ਪਾ ਕੇ ਐਂਡ ਪਾ ਕੇ ਤੁਸੀਂ ਆਪਣੇ ਕੀਵਰਡਸ ਲਿਖ ਸਕਦੇ ਹੋ। ਇਹ ਚੀਜ਼ਾਂ ਕੀ ਆ ਬਹੁਤ ਫਾਇਦਾ ਦੇਣਗੀਆਂ ਤੁਹਾਨੂੰ। ਇਹ ਚੀਜ਼ਾਂ ਕੀ ਆ ਤੁਹਾਡੀ ਰਾਈਟਿੰਗ ਚੋਂ ਸਕੋਰ ਜਿਹੜੇ ਆ 15 ਚੋਂ 15 ਲੈ ਕੇ ਆਉਣਗੀਆਂ। ਰਾਈਟਿੰਗ ਦੇ ਵਿੱਚ ਬਸ ਇੰਨਾ ਕੁ ਚੀਜ਼ ਕਰ ਲਓ ਵੀ ਰਾਈਟਿੰਗ ਦੇ ਵਿੱਚ 2-3 ਕੀਵਰਡਸ ਆਪਣੇ ਨੂੰ ਲਿਖ ਕੇ ਆਇਆ ਕਰੋ। ਉਹ ਕੀਵਰਡਸ ਆਪਣੇ ਨੂੰ ਲਿਖਤੇ ਤਾਂ ਰਾਈਟਿੰਗ ਦੇ ਵਿੱਚ ਸਕੋਰਿੰਗ ਕਦੇ ਵੀ ਘੱਟ ਨਹੀਂ ਆਊਗੀ। ਠੀਕ ਹੈ ਜੀ, ਕਲੀਅਰ ਆ ਰਾਈਟਿੰਗ। ਰਾਈਟਿੰਗ ਦੇ ਵਿੱਚ ਰਾਈਟਿੰਗ ਨੂੰ ਲੈ ਕੇ ਰਾਈਟਿੰਗ ਦੀ ਸਮਰੀ ਜਾਂ ਰਾਈਟਿੰਗ ਦੇ ਐਸੇ ਨੂੰ ਲੈ ਕੇ ਤੁਹਾਡੀ ਕੋਈ ਵੀ ਕਨਫਿਊਜ਼ਨ ਹੋਵੇ, ਕੋਈ ਵੀ ਡਾਊਟ ਹੋਵੇ ਨਾ ਦੋਵਾਂ ਚੀਜ਼ਾਂ ਨੂੰ ਲੈ ਕੇ ਤੁਸੀਂ ਮੈਨੂੰ ਕਮੈਂਟ ਸੈਕਸ਼ਨ ਵਿੱਚ ਪੁੱਛ ਸਕਦੇ ਹੋ। ਤੁਹਾਡਾ ਜ਼ਰੂਰ ਰਿਪਲਾਈ ਦਊਗਾ ਤੇ ਰਾਈਟਿੰਗ ਦਾ ਕੋਈ ਵੀ ਡਾਊਟ ਹੋਇਆ ਉਹਨੂੰ ਜ਼ਰੂਰ ਕਲੀਅਰ ਕਰੂੰਗਾ। ਅਗਲੀ ਗੱਲ ਕਰਦੇ ਆ ਰੀਡਿੰਗ ਦੀ। ਰੀਡਿੰਗ ਬਹੁਤ ਹੀ ਇੰਪੋਰਟੈਂਟ ਪਾਰਟ ਆ। 100 ਚੋਂ 90% ਬੱਚਿਆਂ ਨੂੰ ਰੀਡਿੰਗ ਦੇ ਵਿੱਚ ਹੀ ਕਨਫਿਊਜ਼ਨ ਆਉਂਦੀਆਂ ਵਾ। ਰੀਡਿੰਗ ਨੂੰ ਲੈ ਕੇ ਸਾਰੇ ਬੱਚੇ ਕਨਫਿਊਜ਼ ਆ। ਹੁਣ ਰੀਡਿੰਗ ਨੂੰ ਧਿਆਨ ਨਾਲ ਸਮਝ ਲਓ। ਰੀਡਿੰਗ ਜਿਵੇਂ ਦੱਸਣ ਲੱਗਾ ਵਾ, ਸਭ ਤੋਂ ਪਹਿਲੀ ਗੱਲ ਰੀਡਿੰਗ ਦੇ ਜਿਹੜੇ ਐਮਸੀਕਿਊ ਆਉਂਦੇ ਆ ਮਲਟੀਪਲ ਟਾਈਮ ਸਿੰਗਲ ਆਨਸਰ। ਇਹਦੇ ਵਿੱਚ ਕੀ ਆ ਆਪਾਂ ਇੱਕ ਆਨਸਰ ਲਾਉਣਾ ਹੁੰਦਾ, ਇੱਕ ਆਨਸਰ ਚੂਜ਼ ਕਰਨਾ ਹੁੰਦਾ ਵਾ। ਪੈਰਾ ਦਿੱਤਾ ਗਿਆ ਹੁੰਦਾ ਵਾ, ਉਹ ਪੈਰੇ ਦੇ ਵਿੱਚੋਂ ਆਪਾਂ ਆਨਸਰ ਲੱਭ ਕੇ ਜਿਹੜਾ ਆਨਸਰ ਦੇ ਰਿਲੇਟਡ ਗੱਲ ਕੀਤੀ ਗਈ ਹੁੰਦੀ ਆ ਉਹ ਆਨਸਰ ਤੇ ਟਿਕ ਕਰ ਦੇਣੀ ਹੁੰਦੀ ਆ। ਐਮਸੀਕਿਊ ਹੋਣਾ ਜਿਹੜੇ ਚਾਹੇ ਐਮਸੀਕਿਊ ਤੁਹਾਡੀ ਲਿਸਨਿੰਗ ਦੇ ਆ ਚਾਹੇ ਐਮਸੀਕਿਊ ਤੁਹਾਡੀ ਰੀਡਿੰਗ ਦੇ ਆ, ਐਮਸੀਕਿਊ ਕਦੇ ਵੀ ਕਿਸੇ ਵੀ ਐਮਸੀਕਿਊ ਤੇ 1 ਮਿੰਟ ਤੋਂ ਵੱਧ ਨਹੀਂ ਲਾਈਦਾ। ਕਿਉਂ ਨਹੀਂ ਲਾਈਦਾ? ਕਿਉਂਕਿ ਤੁਹਾਡੀ ਰੀਡਿੰਗ ਦਾ ਨਾ ਸਾਰੀ ਰੀਡਿੰਗ ਦਾ ਉੱਤੇ ਇੱਕ ਟਾਈਮ ਚੱਲਦਾ ਪਿਆ ਹੋਣਾ ਵਾ। ਰੀਡਿੰਗ ਨੂੰ ਕਰਨ ਵਾਸਤੇ 30 to 35 ਮਿੰਟਸ ਦਿੰਦੇ ਆ, 30 ਅੱਧਾ ਘੰਟਾ ਜਾਂ 35 ਮਿੰਟ ਦਿੰਦੇ ਆ ਰੀਡਿੰਗ ਨੂੰ ਕਰਨ ਵਾਸਤੇ। ਠੀਕ ਆ, ਜੇਕਰ ਮੈਂ ਆਪਾਂ ਐਮਸੀਕਿਊ ਦਾ ਟਾਈਮ ਵੇਸਟ ਕਰਨ ਲੱਗ ਪਏ ਨਾ ਫਿਰ ਰੀਆਰਡਰ ਪੈਰਾਗ੍ਰਾਫ ਬਲੈਂਕਸ ਵਾਸਤੇ ਆਪਣੇ ਕੋਲ ਟਾਈਮ ਨਹੀਂ ਬਚਦਾ, ਉਹ ਟਾਈਮ ਵੇਸਟ ਹੋ ਜਾਂਦਾ ਵਾ। ਠੀਕ ਆ, ਸੋ ਐਮਸੀਕਿਊ 1 ਨੰਬਰ ਦਾ ਇੱਕ ਹੁੰਦਾ ਵਾ, ਇੰਪੋਰਟੈਂਟ ਥੋੜੇ ਬਹੁਤ ਆ ਇਹ, ਤਾਂ ਹੀ 1 ਮਿੰਟ ਦਾ ਟਾਈਮ ਆਪਾਂ ਨੂੰ ਦੇ ਰਹੇ। 1 ਮਿੰਟ ਚ ਆਪਾਂ ਐਮਸੀਕਿਊ ਸੋਲਵ ਕਰ ਸਕਦੇ ਆ। ਉਹ 1 ਮਿੰਟ ਦੇ ਬਸ ਵਿੱਚ ਕਰਿਆ ਕਰੋ, 1 ਮਿੰਟ ਤੋਂ ਵੱਧ ਕਿਸੇ ਵੀ ਐਮਸੀਕਿਊ ਤੇ ਨਾ ਲਾਇਆ ਕਰੋ। ਠੀਕ ਹੈ ਜੀ, ਐਮਸੀਕਿਊ ਬਸ ਉਹ ਪੈਰਾਗ੍ਰਾਫ ਨੂੰ ਧਿਆਨ ਨਾਲ ਪੜ੍ਹ ਲਿਆ ਕਰੋ। ਉਹ ਪੈਰੇ ਦੇ ਵਿੱਚ ਕੋਈ ਵੀ ਆਨਸਰ ਜਿਹੜਾ ਦਿੱਤਾ ਗਿਆ ਆਪਸ਼ਨਸ ਉਹਦੇ ਰਿਲੇਟਡ ਗੱਲ ਕੀਤੀ ਗਈ ਹੁੰਦੀ ਆ ਤੇ ਉਹੀ ਤੁਹਾਡਾ ਆਨਸਰ ਆ ਜਾਣਾ। ਸਿੰਪਲ ਜੀ ਗੱਲ ਆ, ਬਸ ਉਹ ਪੈਰੇ ਨੂੰ ਧਿਆਨ ਨਾਲ ਰੀਡ ਕਰਨ ਦੀ ਕੋਸ਼ਿਸ਼ ਆ। ਮਲਟੀਪਲ ਟਾਈਪ ਡਬਲ ਆਨਸਰਸ। ਮਲਟੀਪਲ ਟਾਈਪ ਡਬਲ ਆਨਸਰ ਦੀ ਉਹੀ ਆ ਜਿਵੇਂ ਸਿੰਗਲ ਆਨਸਰ ਸੀਗਾ ਰੀਡਿੰਗ ਦਾ, ਇਹਦੇ ਵਿੱਚ ਕੀ ਇੱਕ ਆਨਸਰ ਹੋਣਾ ਸੀਗਾ। ਮਲਟੀਪਲ ਦੇ ਵਿੱਚ 2 ਆਨਸਰ ਵੀ ਹੋ ਸਕਦੇ, 3 ਆਨਸਰ ਵੀ ਹੋ ਸਕਦੇ ਆ। ਬਟ ਮਲਟੀਪਲ ਜਿੱਥੇ ਮਲਟੀਪਲ ਆ ਗਿਆ ਨਾ, ਨਾਮ ਮਲਟੀਪਲ ਆ, ਇਹਦੇ ਵਿੱਚ ਕੀ ਆ ਨੈਗੇਟਿਵ ਮਾਰਕਿੰਗ ਵੀ ਆ। ਹੁਣ ਇਹ ਐਮਸੀਕਿਊ ਦੇ ਵਿੱਚ ਨੈਗੇਟਿਵ ਮਾਰਕਿੰਗ ਵੀ ਆ। ਇੱਕ ਸਹੀ ਲਾਤਾ ਇੱਕ ਗਲਤ ਲਾਤਾ 0, ਇੱਕ ਨਾਲ ਇੱਕ ਕੀ ਐਲੀਮੀਨੇਟ ਹੋ ਜਾਣਾ ਵਾ, 0 ਨੰਬਰ ਹੋਣਾ ਵਾ। ਸੋ ਜੇ ਕਨਫਰਮ ਹੋ ਤੁਸੀਂ ਕੋਈ ਆਨਸਰ ਉਹੀ ਲਾਉਣਾ ਵਾ। ਹੁਣ ਅਗਲੀ ਗੱਲ ਕਰਦੇ ਆ ਰੀਆਰਡਰ ਪੈਰਾਗ੍ਰਾਫਸ ਦੀ। ਹੁਣ ਰੀਆਰਡਰ ਪੈਰਾਗ੍ਰਾਫ ਦੇ ਵਿੱਚ ਬੱਚੇ ਬਹੁਤ ਕਨਫਿਊਜ਼ ਹੁੰਦੇ ਆ ਵੀ ਰੀਆਰਡਰ ਪੈਰਾਗ੍ਰਾਫ ਸਾਨੂੰ ਸਮਝ ਨਹੀਂ ਆਉਂਦੇ। ਰੀਆਰਡਰ ਪੈਰਾਗ੍ਰਾਫ ਦੀਆਂ ਕੋਈ ਟ੍ਰਿਕਸ ਦੱਸੋ, ਕੋਈ ਸਟ੍ਰੈਟਜੀਜ਼ ਦੱਸੋ। ਰੀਆਰਡਰ ਪੈਰਾਗ੍ਰਾਫ ਕਿਵੇਂ ਇੰਪਰੂਵ ਹੋਣਗੇ, ਕਿਵੇਂ ਰੀਆਰਡਰ ਪੈਰਾਗ੍ਰਾਫ ਦੇ ਵਿੱਚ ਤੁਸੀਂ ਨੰਬਰ ਲੈ ਸਕਦੇ ਆ। ਹੁਣ ਰੀਆਰਡਰ ਪੈਰਾਗ੍ਰਾਫ ਦੇ ਵਿੱਚ ਤੁਸੀਂ ਨੰਬਰ ਕਿਵੇਂ ਲੈ ਸਕਦੇ ਹੋ, ਇੱਕ ਚੀਜ਼ ਨੂੰ ਧਿਆਨ ਨਾਲ ਸਮਝ ਲਿਓ। ਰੀਆਰਡਰ ਪੈਰਾਗ੍ਰਾਫ ਕੋਈ ਔਖੇ ਨਹੀਂਗੇ, ਕੋਈ ਮੁਸ਼ਕਲ ਨਹੀਂਗੇ। ਰੀਆਰਡਰ ਪੈਰਾਗ੍ਰਾਫ ਦੇ ਵਿੱਚ ਇੱਕ ਟ੍ਰਿਕ ਆ ਨਾਉਨ ਪ੍ਰਨਾਉਨ। ਉਹ ਨਾਉਨ ਪ੍ਰਨਾਉਨ ਦੀ ਟ੍ਰਿਕ ਤੁਸੀਂ ਸਮਝ ਗਏ ਨਾ ਤੇ ਤੁਸੀਂ ਕੀ ਆ
ਪਾਰ ਰੱਖ ਜਾਣਾ ਵਾ। ਹੁਣ ਨਾउन ਪ੍ਰਨਾਮ ਦੀ ਟ੍ਰਿਕ ਕੀ ਆ, ਇੱਕ ਹੁੰਦਾ ਨਾउन, ਇੱਕ ਹੈਗਾ ਵਾ ਪ੍ਰਨਾਮ, ਠੀਕ ਆ। ਹੁਣ ਨਾउन ਕੀ ਹੁੰਦੇ ਆ, ਨਾउन ਹੁੰਦੇ ਆ ਕਿਸੇ ਚੀਜ਼ ਦਾ ਨਾਮ, ਨਾउन ਕਹਿੰਦੇ ਆ ਕਿਸੇ ਚੀਜ਼ ਦੇ ਨਾਮ ਨੂੰ, ਠੀਕ ਆ। ਪ੍ਰਨਾउन ਕੀ ਹੁੰਦਾ ਵਾ, ਪ੍ਰਨਾउन ਦਾ ਮਤਲਬ ਆ ਵੀ ਆਪਾਂ ਨੂੰ ਜਿਵੇਂ ਕੋਈ ਹੀ ਸ਼ੀ, ਠੀਕ ਆ, ਜਿੱਥੋਂ ਆਪਾਂ ਨੂੰ ਪਤਾ ਨਹੀਂ ਲੱਗਦਾ। ਜਸਟ ਫੋਰ ਐਗਜ਼ਾਮਪਲ, ਠੀਕ ਆ, ਹੁਣ ਮੈਨੂੰ ਇੱਕ ਲਾਈਨ ਦਿੱਤੀ ਗਈ ਆ, ਹੀ ਇਜ਼ ਅ ਗੁੱਡ ਬॉय। ਹੁਣ ਹੀ ਤੋਂ ਮੈਨੂੰ ਪਤਾ ਨਹੀਂ ਲੱਗਦਾ ਵੀ ਕਿਹਦੇ ਬਾਰੇ ਗੱਲ ਕਰਦੇ ਪਏ ਆ, ਹੀ ਤੋਂ ਮੈਨੂੰ ਕਿਸੇ ਵੀ ਪਰਸਨ ਦਾ ਪਤਾ ਨਹੀਂ ਲੱਗਦਾ ਵੀ ਗੱਲ ਹੋ ਕਿਹਦੇ ਬਾਰੇ ਰਹੀ ਆ। ਹੁਣ ਇੱਕ ਨਾउन ਦਾ ਮਤਲਬ ਕੀ ਆ, ਨਾउन ਦੇ ਵਿੱਚ ਉਹਨਾਂ ਨੇ ਗੱਲ ਕੀਤੀ ਗਈ ਆ ਜਿਵੇਂ ਰਾਮ ਇਜ਼ ਅ ਗੁੱਡ ਬॉय, ਠੀਕ ਆ। ਹੁਣ ਮੈਨੂੰ ਉਹ ਲਾਈਨ ਦੇ ਵਿੱਚ ਪੂਰਾ ਪਤਾ ਲੱਗਦਾ ਪਿਆ ਵੀ ਗੱਲ ਕਿਹਦੇ ਬਾਰੇ ਹੋ ਰਹੀ, ਗੱਲ ਰਾਮ ਬਾਰੇ ਹੋ ਰਹੀ ਆ ਤੇ ਕੀ ਗੱਲ ਹੋ ਰਹੀ ਆ। ਮੈਨੂੰ ਉਹ ਦੱਸਦੇ ਪਏ ਆ ਵੀ ਰਾਮ ਜਿਹੜਾ ਵਧੀਆ ਮੁੰਡਾ ਵਾ। ਹੁਣ ਹੀ ਇਜ਼ ਅ ਗੁੱਡ ਬॉय, ਕੌਣ ਆ ਵਧੀਆ, ਹੀ ਆ ਸ਼ੀ। ਹੁਣ ਮੈਨੂੰ ਉਹ ਚੀਜ਼ ਦਾ ਪਤਾ ਨਹੀਂ ਲੱਗਦਾ ਪਿਆਗਾ, ਠੀਕ ਆ। ਹੁਣ ਇਹ ਚੀਜ਼ ਆ ਜਿਹੜੀ, ਇਹ ਹੁੰਦਾ ਨਾउन ਵਰਸਸ ਪ੍ਰਨਾउन। ਤੇ ਜਿਹੜਾ ਨਾउन ਆ ਉਹ ਹਮੇਸ਼ਾ ਰੀਆਰਡਰ ਪੈਰਾਗ੍ਰਾਫ ਦੀ ਪਹਿਲੀ ਲਾਈਨ ਹੋਊਗੀ। ਕਦੇ ਵੀ ਪ੍ਰਨਾउन ਆ ਜਿਹੜਾ, ਪ੍ਰਨਾउन ਕਦੇ ਵੀ ਰੀਆਰਡਰ ਪੈਰਾਗ੍ਰਾਫ ਦੀ ਪਹਿਲੀ ਲਾਈਨ ਜਿਹੜੀ ਆ ਉਹ ਨਹੀਂ ਹੁੰਦੀਗੀ। ਜਿਹੜਾ ਨਾउन ਆ ਉਹ ਹਮੇਸ਼ਾ ਪਹਿਲੀ ਲਾਈਨ ਹੋਊਗੀ, ਪ੍ਰਨਾउन ਕਦੇ ਵੀ ਪਹਿਲੀ ਲਾਈਨ ਫਰਸਟ ਲਾਈਨ ਨਹੀਂ ਹੋਊਗੀ। ਸੋ ਸਭ ਤੋਂ ਪਹਿਲੀ ਗੱਲ ਆ, ਤੁਸੀਂ ਕੋਈ ਨਾउन ਵਾਲੀ ਲਾਈਨ ਆ ਜਿਹੜੀ ਜਿਹਦੇ ਵਿੱਚ ਕਿਸੇ ਪਰਸਨ ਦੀ ਗੱਲ ਹੋ ਰਹੀ ਆ, ਆਥਰ ਦੀ ਗੱਲ ਹੋ ਰਹੀ ਆ, ਉਹ ਲਾਈਨ ਤੁਸੀਂ ਫਾਈਂਡ ਕਰਕੇ ਫਰਸਟ ਲਾਈਨ ਉਹੀ ਹੋਊਗੀ। ਆਪਾਂ ਨੂੰ ਰੀਆਰਡਰ ਪੈਰਾਗ੍ਰਾਫ ਦੇ ਵਿੱਚ ਫਰਸਟ ਲਾਈਨ ਲੱਭਣਾ ਹੀ ਬਹੁਤ ਡਿਫਿਕਲਟ ਹੁੰਦਾ। ਜੇਕਰ ਆਪਣੀ ਫਰਸਟ ਲਾਈਨ ਆਪਾਂ ਨੂੰ ਲੱਭ ਜੇ, ਉਸ ਤੋਂ ਬਾਅਦ ਜਿਹੜੀਆਂ ਲਾਈਨਾਂ ਵਾ ਉਹ ਆਪਾਂ ਨੂੰ ਲੱਭਦੀਆਂ ਜਾਂਦੀਆਂ ਵਾ, ਆਪਣੇ ਵਾਸਤੇ ਬਹੁਤ ਈਜ਼ੀ ਹੋ ਜਾਂਦਾ ਵਾ। ਸਭ ਤੋਂ ਪਹਿਲਾਂ ਨਾउन ਵਰਸਸ ਪ੍ਰਨਾउन ਦੀ ਟ੍ਰਿਕ ਆ ਜਿਹੜੀ, ਇਹਨੂੰ ਵਧੀਆ ਤਰੀਕੇ ਨਾਲ ਫੋਲੋ ਕਰਕੇ ਰੱਖਿਓ। ਹੁਣ ਨਾउन ਵਰਸਸ ਪ੍ਰਨਾउन ਦੀ ਟ੍ਰਿਕ ਜਿਹੜੀ ਤੁਹਾਨੂੰ ਦੱਸੀ ਆ, ਠੀਕ ਆ। ਹੁਣ ਇੱਕ ਚੀਜ਼ ਹੋਰ ਧਿਆਨ ਚ ਰੱਖਿਓ, ਨਾउन ਵਰਸਸ ਪ੍ਰਨਾउन ਦੀ ਟ੍ਰਿਕ ਤਾਂ ਤੁਹਾਨੂੰ ਦੱਸੀ ਆ। ਹੁਣ ਇਹ ਚੀਜ਼ ਹੋਰ ਇੱਕ ਯੂਜ਼ ਹੁੰਦੀ ਹੈ ਇਹਦੇ ਵਿੱਚ, ਠੀਕ ਆ, ਰੀਆਰਡਰ ਪੈਰਾਗ੍ਰਾਫ ਦੇ ਵਿੱਚ। ਰੀਆਰਡਰ ਪੈਰਾਗ੍ਰਾਫ ਦੇ ਵਿੱਚ ਇੱਕ ਚੀਜ਼ ਸਭ ਤੋਂ ਤੁਸੀਂ ਧਿਆਨ ਚ ਰੱਖਿਓ, ਰੀਆਰਡਰ ਪੈਰਾਗ੍ਰਾਫ ਦੇ ਵਿੱਚ ਨਾ ਸਭ ਤੋਂ ਪਹਿਲਾਂ ਆਪਾਂ ਨੂੰ ਉਹ ਸੈਂਟੈਂਸ ਕਹਿੰਦੇ ਆ ਜਿਹਦੇ ਵਿੱਚ ਇੰਟਰੋ ਦਿੱਤੀ ਗਈ ਹੋਵੇ। ਇੰਟਰੋ ਸੈਂਟੈਂਸ ਆਪਾਂ ਲੱਭਣਾ ਜਿਹਦੇ ਵਿੱਚ ਕਿਸੇ ਪਰਸਨ ਦੀ ਇੰਟਰੋ ਦਿੱਤੀ ਗਈ ਹੋਵੇ। ਜਸਟ ਫੋਰ ਐਗਜ਼ਾਮਪਲ, ਹੁਣ ਇੱਕ ਰੀਆਰਡਰ ਪੈਰਾਗ੍ਰਾਫ ਮੈਨੂੰ ਆਇਆ ਵਾ ਬੁੱਕ ਤੇ। ਉਹ ਬੁੱਕ ਦੇ ਵਿੱਚ ਸਭ ਤੋਂ ਪਹਿਲਾਂ ਮੈਨੂੰ ਦੱਸਣਗੇ ਵੀ ਬੁੱਕ ਦਾ ਨਾਮ ਕੀ ਆ ਤੇ ਆਥਰ ਦਾ ਨਾਮ ਕੀ ਆ, ਠੀਕ ਆ, ਕਿਹੜੇ ਆਥਰ ਨੇ ਬੁੱਕ ਲਿਖੀ ਆ ਤੇ ਬੁੱਕ ਦਾ ਨਾਮ ਕੀ ਆ। ਫਿਰ ਮੈਨੂੰ ਗੱਲ ਕਰਨਗੇ ਬੁੱਕ ਦੇ ਵਿੱਚ ਕਿੰਨੇ ਚੈਪਟਰ ਆ। ਫਿਰ ਉਹ ਗੱਲ ਕਰਨਗੇ ਮੈਂ 3rd ਚੈਪਟਰ ਦੇ ਵਿੱਚ ਆ ਚੀਜ਼ ਬਾਰੇ ਗੱਲ ਕਰਦਾ ਪਿਆ ਵਾ, ਠੀਕ ਆ। ਉਹ ਸਟਾਰਟਿੰਗ ਦੇ ਵਿੱਚ ਪੂਰੀ ਡਿਟੇਲਿੰਗ ਦੇ ਵਿੱਚ ਗੱਲ ਨਹੀਂ ਕਰ ਦੇਣਗੇ, ਉਹ ਸਟੈਪ ਬਾय ਸਟੈਪ ਗੱਲ ਕਰਨਗੇ। ਪਹਿਲਾਂ ਇੰਟਰੋ ਦੇਣਗੇ, ਤੁਸੀਂ ਵੀ ਸਭ ਤੋਂ ਪਹਿਲਾਂ ਇੰਟਰੋ ਲਾਈਨ ਫਾਈਂਡ ਕਰਨੀ ਆ, ਫਿਰ ਅੱਗੇ ਵਧਣਾ ਵਾ, ਠੀਕ ਆ। ਇਹ ਰੀਆਰਡਰ ਪੈਰਾਗ੍ਰਾਫ ਜੇ ਸਟੈਪ ਬਾय ਸਟੈਪ ਇਦਾਂ ਹੀ ਚੱਲੋਗੇ, ਦੈਨ ਰੀਆਰਡਰ ਪੈਰਾਗ੍ਰਾਫ ਜਿਹੜੇ ਤੁਹਾਡੇ ਬਹੁਤ ਈਜ਼ੀ ਬਣ ਜਾਣਗੇ, ਤੁਹਾਨੂੰ ਆਸਾਨੀ ਬਹੁਤ ਹੋਊਗੀ ਰੀਆਰਡਰ ਪੈਰਾਗ੍ਰਾਫ ਸੋਲਵ ਕਰਨ ਦੇ ਵਿੱਚ। ਹੁਣ ਅਗਲੀ ਗੱਲ ਕਰਦੇ ਆ ਰੀਡਿੰਗ ਫਿਲ ਇਨ ਦੀ ਬਲੈਂਕਸ ਤੇ ਰੀਡਿੰਗ ਰਾਈਟਿੰਗ ਬਲੈਂਕਸ। ਇਹ ਦੋਵੇਂ ਬਲੈਂਕਸ ਆ, ਬੱਚੇ ਬਹੁਤ ਕਨਫਿਊਜ਼ ਆ ਰੀਡਿੰਗ ਫਿਲ ਇਨ ਦੀ ਬਲੈਂਕਸ ਨੂੰ ਲੈ ਕੇ ਤੇ ਰੀਡਿੰਗ ਰਾਈਟਿੰਗ ਬਲੈਂਕਸ ਨੂੰ ਲੈ ਕੇ। ਰੀਡਿੰਗ ਦੀਆਂ ਨੂੰ ਇਹਨਾਂ ਦੇ ਵਿੱਚੋਂ ਬੱਚੇ ਕਹਿੰਦੇ ਵੀ ਸਾਨੂੰ ਨਾ ਪ੍ਰੋਬਲਮ ਇੰਨੀ ਜ਼ਿਆਦਾ ਆਉਂਦੀ ਆ ਵੀ ਰੀਡਿੰਗ ਦੀਆਂ ਬਲੈਂਕਸਾਂ ਦੇ ਵਿੱਚ ਗ੍ਰਾਮਰ ਸਾਨੂੰ ਨਹੀਂ ਆਉਂਦੀ ਜੀ, ਗ੍ਰਾਮਰ ਯੂਜ਼ ਹੁੰਦੀ ਆ ਤੇ ਗ੍ਰਾਮਰ ਦੇ ਬਾਰੇ ਸਾਨੂੰ ਜਮਾ ਵੀ ਨੌਲੇਜ ਨਹੀਂ ਗੀ। ਹੁਣ ਇਹ ਚੀਜ਼ ਧਿਆਨ ਸਮਝਿਓ, ਰੀਡਿੰਗ ਦੇ ਵਿੱਚ ਗ੍ਰਾਮਰ ਦੀ ਯੂਜ਼ ਹੁੰਦੀ। ਗ੍ਰਾਮਰ ਨਾਲ ਆਪਾਂ ਕੀ ਕਰ ਸਕਦੇ ਆ, ਗ੍ਰਾਮਰ ਨਾਲ ਆਪਾਂ ING ਵਾਲਾ ਵਰਡ ਆ, ES ਵਾਲਾ ਵਰਡ ਆ, ਠੀਕ ਆ, S ਵਾਲਾ ਵਰਡ ਆ, ਕਿਹੜਾ ਵਰਡ ਆਪਾਂ ਇਹ ਫਾਈਂਡ ਕਰ ਸਕਦੇ ਆ, ਠੀਕ ਆ। ਬਟ ਕਈ ਵਾਰ ਆਪਸ਼ਨਸ ਸਾਰੀਆਂ ਜਿਹੜੀਆਂ ਹੁੰਦੀਆਂ ਵਾ ਉਹ ING ਵਾਲੀਆਂ ਹੁੰਦੀਆਂ ਵਾ, SES ਵਾਲੀਆਂ ਹੁੰਦੀਆਂ ਵਾ। ਫਿਰ ਕੀ ਕਰੋਗੇ, ਰੀਡਿੰਗ ਦੇ ਵਿੱਚ ਨਾ PTE ਦੀ ਰੀਡਿੰਗ ਦੇ ਵਿੱਚ ਸਿਰਫ ਇੱਕ ਚੀਜ਼ ਯੂਜ਼ ਹੁੰਦੀ ਆ, ਉਹ ਆ ਵੋਕੈਬ। ਜੇਕਰ ਤੁਹਾਡੀ ਵੋਕੈਬ ਇੰਪਰੂਵ ਹੋਣਾ, ਜੇਕਰ ਤੁਹਾਡੀਆਂ ਵੋਕੈਬ ਸਟਰੋਂਗ ਆ ਤੇ ਰੀਡਿੰਗ ਤੁਹਾਡੀ 101% ਸਟਰੋਂਗ ਆ। ਹੁਣ ਵੋਕੈਬ ਆਪਣੀ ਕਿਵੇਂ ਇੰਪਰੂਵ ਕਰਨੀ ਆ, ਵੋਕੈਬ ਇੰਪਰੂਵ ਕਰਨ ਨੂੰ ਵੀ ਡੇਲੀ ਬਾਈ ਡੇਲੀ ਕਲਾਸਿਸ ਲਾਇਆ ਕਰੂੰਗਾ। ਉਹ ਡੇਲੀ ਬਾਈ ਡੇਲੀ ਕਲਾਸਿਸ ਆਉਣਗੇ, ਰੀਡਿੰਗ ਨੂੰ ਕਿਵੇਂ ਇੰਪਰੂਵ ਕਰੀਏ, ਵੋਕੈਬ ਨੂੰ ਕਿਵੇਂ ਇੰਪਰੂਵ ਕਰੀਏ। ਤਾਂ ਹੀ ਕਹਿਣਾ ਵਾ ਗੁਰਵਿੰਦਰ PTE ਦਾ ਚੈਨਲ ਸਬਸਕ੍ਰਾਈਬ ਕਰ ਲਓ ਤੇ ਕੋਈ ਵੀ ਵੀਡੀਓ ਦੇਖਣੀ ਭੁੱਲਿਓ ਨਾ। ਜਿੰਨੇ ਵੀ ਜਣੇ ਤੁਸੀਂ ਵੀਡੀਓ ਦੇਖਦੇ ਪਏ ਹੋ, ਚੈਨਲ ਨੂੰ ਸਬਸਕ੍ਰਾਈਬ ਕਰ ਲਓ ਸਭ ਤੋਂ ਪਹਿਲਾਂ। ਹੁਣ ਅਗਲੀ ਗੱਲ ਆ ਵੀ ਇਹ ਵੋਕੈਬ ਆ ਜਿਹੜੀ, ਵੋਕੈਬ ਨੂੰ ਇੰਪਰੂਵ ਕਿਵੇਂ ਕਰਨਾ ਵਾ। ਤੁਸੀਂ ਕੋਈ ਵੀ ਪ੍ਰੈਕਟਿਸ ਕਰਦੇ ਪਏ ਹੋ ਬਲੈਂਕਸਾਂ ਦੀ, ਜਿੰਨੇ ਵੀ ਵਰਡ ਤੁਸੀਂ ਨਵੇਂ ਦੇਖਦੇ ਪਏ ਆ ਨਾ ਬਲੈਂਕਸਾਂ ਦੇ, ਜਾਂ ਤੁਹਾਨੂੰ ਪਤਾ ਨਹੀਂ ਵਰਡਸ ਦਾ ਮਤਲਬ ਨਹੀਂ ਪਤਾਗਾ, ਉਹ ਵਰਡਸ ਨੂੰ ਆਪਣੀ ਕਾਪੀ ਤੇ ਲਿਖ ਲਿਆ ਕਰੋ, ਇੱਕ ਨੋਟਸ ਬਣਾ ਲਿਆ ਕਰੋ। ਉਹ ਲਿਖ ਕੇ ਨਾ ਕਾਪੀ ਤੇ, ਇੱਕ ਜਿਵੇਂ ਡੇਲੀ ਆਪਾਂ ਜਿੰਨੇ ਵੀ ਪ੍ਰੈਕਟਿਸ ਕਰਦੇ ਪਏ ਆ TTE ਦੇ ਵਿੱਚ, ਜਿੰਨੇ ਵੀ ਨਵੇਂ ਵਰਡ ਆਪਾਂ ਨੂੰ ਦੇਖਣ ਨੂੰ ਮਿਲਦੇ ਆ, ਆਪਣੀ ਕਾਪੀ ਤੇ ਨੋਟ ਕਰ ਲਏ ਤਾਂ ਡੇਲੀ ਉਹ ਵਰਡਸ ਦਾ ਗੂਗਲ ਤੇ ਮਤਲਬ ਚੈੱਕ ਕੀਤਾ ਵੀ ਕੀ ਮਤਲਬ ਆ ਵਰਡਸ ਦਾ, ਕੀ ਕਿਹਾ ਜਾਂਦਾ। ਹੁਣ ਜਸਟ ਫੋਰ ਐਗਜ਼ਾਮਪਲ, ਕਿਸੇ ਬਲੈਂਕਸ ਦੇ ਵਿੱਚ ਤੁਹਾਨੂੰ ਰੀਡਿੰਗ ਦੇ ਵਿੱਚ ਗਵਰਨਮੈਂਟ ਲਿਖਿਆ ਆ, ਪੀਪਲ ਲਿਖਿਆ ਆ ਜੀ, ਸਿਕਿਉਰਿਟੀ ਲਿਖਿਆ ਆ ਜੀ, ਆਪਾਂ ਨੂੰ 1 ਮਿੰਟ ਨਹੀਂ ਲੱਗਦਾ ਬਲੈਂਕ ਸੋਲਵ ਕਰਨ ਦੇ ਵਿੱਚ। ਕਿਉਂ ਨਹੀਂ ਲੱਗਦਾਗਾ, ਕਿਉਂਕਿ ਆਪਾਂ ਨੂੰ ਉਹਦਾ ਮਤਲਬ ਪਤਾ ਵਾ।
ਆਪਾਂ ਡੇਲੀ ਬਾਈ ਡੇਲੀ ਪੜ੍ਹਦੇ ਹੁੰਦੇ ਆ, ਆਪਾਂ ਡੇਲੀ ਬਾਈ ਡੇਲੀ ਉਹਨਾਂ ਦਾ ਮਤਲਬ ਪਤਾ ਆਪਾਂ ਨੂੰ, ਤਾਂ ਕਰਕੇ ਆਪਾਂ ਨੂੰ ਬਲੈਂਕਸ ਆ ਆਪਾਂ ਜਲਦੀ ਤੋਂ ਜਲਦੀ ਸੋਲਵ ਕਰ ਦਿੰਦੇ ਆ। ਸੋ ਜਿੰਨੇ ਵਰਡਸ ਦਾ ਮਤਲਬ ਪਤਾ ਹੋਊਗਾ ਨਾ, ਜਿੰਨੀ ਵੋਕੈਬ ਕਲੀਅਰ ਹੋਊਗੀ, ਉਦਾਂ ਹੀ ਤੁਹਾਡੀਆਂ ਬਲੈਂਕਸ ਕਲੀਅਰ ਹੋਣਗੀਆਂ। ਆਮ ਤੌਰ ਤੇ ਕੋਈ ਯੂਟਿਊਬਰ ਕਹਿ ਦਿੰਦਾ ਜੀ ਹਾਂ ਆਹ ਗ੍ਰਾਮਰ ਦੇ ਵਰਡ ਆ, ਆਹ ਗ੍ਰਾਮਰ ਦੇ ਵਰਡ ਆ, ਇਸ ਦੇ ਨਾਲ ਆ ਲੱਗਦਾ, ਆਫ ਦੇ ਨਾਲ ਆ ਲੱਗਦਾ, 2 ਦਿਨ ਗ੍ਰਾਮਰ ਦੇ ਰੂਲ ਦੱਸ ਕੇ ਤੁਹਾਨੂੰ ਕਹਿੰਦੇ ਜੀ ਰੀਡਿੰਗ ਦੀਆਂ ਬਲੈਂਕਸ ਤੁਹਾਡੀਆਂ ਸੋਲਵ ਹੋ ਜਾ ਕਰਨਗੀਆਂ। ਬਟ ਜੇ ਐਗਜ਼ਾਮ ਦੇ ਵਿੱਚ ਤੁਹਾਨੂੰ ਉਹ ਚੀਜ਼ਾਂ ਆਈਆਂ ਨਾ, ਫਿਰ ਕੀ ਕਰੋਗੇ? ਐਗਜ਼ਾਮ ਦੇ ਵਿੱਚ ਜੇਕਰ ਤੁਹਾਨੂੰ ਚੀਜ਼ਾਂ ਆਈਆਂ ਹੀ ਨਾ, ਉਹ ਇਜ਼ ਐਮ ਆਰ ਉਹ 3-4 ਚੀਜ਼ਾਂ ਤੁਹਾਨੂੰ ਸਿਖਾ ਕੇ ਚਲਾ ਜਾਊਗਾ, ਜੇ ਐਗਜ਼ਾਮ ਦੇ ਵਿੱਚ ਹੀ ਨਾ ਆਈਆਂ ਫਿਰ ਕੀ ਕਰੋਗੇ? ਮੇਰਾ ਸ਼ੁਰੂ ਤੋਂ ਇਹ ਚੀਜ਼ ਰਹੀ ਆ ਵੀ ਜੋ ਚੀਜ਼ ਵਰਕ ਕਰਦੀ ਹੈ ਨਾ, ਜੋ ਚੀਜ਼ ਤੁਹਾਡੇ ਵਾਸਤੇ ਫਾਇਦਾ, ਥੋੜਾ ਟਾਈਮ ਵੇਸਟ ਨਾ ਕਰਾਂ, ਜਿਹੜੀ ਚੀਜ਼ ਵਾਸਤੇ ਤੁਹਾਨੂੰ ਇੰਪਰੂਵਮੈਂਟ ਵੀ ਹੋਵੇ, ਤੁਹਾਡਾ ਫਾਇਦਾ ਵੀ ਹੋਵੇ, ਮੈਂ ਹਮੇਸ਼ਾ ਤੁਹਾਨੂੰ ਉਹੀ ਚੀਜ਼ ਸਿਖਾਉਂਦਾ ਹੁੰਦਾ। ਤੇ ਮੇਰੀ ਉਹੀ ਚੀਜ਼ ਕਰਕੇ ਬੜੇ ਬੱਚਿਆਂ ਦੇ ਆਨਲਾਈਨ ਵੀਡੀਓਜ਼ ਦੇ ਵਿੱਚ ਹੀ ਰਿਜ਼ਲਟ ਆਏ ਹੋਏ ਆ। ਸੋ ਤੁਸੀਂ ਵੀ ਰਿਜ਼ਲਟ ਲੈ ਸਕਦੇ ਹੋ, ਡਿਜ਼ਾਇਰ ਸਕੋਰ ਲੈ ਸਕਦੇ ਹੋ, ਬਸ ਸਮਝਣ ਦੀ ਕੋਸ਼ਿਸ਼ ਕਰਿਓ। ਕੋਈ ਵੀ ਸਵਾਲ ਹੋਊਗਾ, ਕੋਈ ਵੀ ਡਾਊਟ ਹੋਊਗਾ ਤੇ ਕਮੈਂਟ ਸੈਕਸ਼ਨ ਦੇ ਵਿੱਚ ਬੇਝਿਜਕ ਕੋਈ ਪੁੱਛਿਆ ਕਰੋ। ਜਿੰਨੇ ਵੀ ਡਾਊਟ ਤੁਹਾਡੇ ਪੁੱਛਿਆ ਕਰੋਗੇ ਨਾ, ਜਿੰਨੇ ਵੀ ਕੁਐਸਚਨ ਪੁੱਛਿਆ ਕਰੋਗੇ, ਉਹਨੇ ਡਾਊਟ ਤੁਹਾਡੇ ਕਲੀਅਰ ਹੁੰਦੇ ਆ ਤੇ ਉਨੀ ਸਕੋਰਿੰਗ ਵੀ ਵਧੀਆ ਹੋਊਗੀ। ਅਗਲੀ ਗੱਲ ਕਰਦੇ ਆ ਲਿਸਨਿੰਗ ਦੀ। ਰੀਡਿੰਗ ਨੂੰ ਲੈ ਕੇ ਕੋਈ ਵੀ ਡਾਊਟ, ਕਿਸੇ ਵੀ ਤਰੀਕੇ ਦਾ ਕੋਈ ਵੀ ਡਾਊਟ ਰਹੇਗਾ ਨਾ ਮਨ ਦੇ ਵਿੱਚ, ਤੁਸੀਂ ਮੈਨੂੰ ਕਮੈਂਟ ਸੈਕਸ਼ਨ ਦੇ ਵਿੱਚ ਮੈਸੇਜ ਕਰ ਲਿਓ, ਜ਼ਰੂਰ ਰਿਪਲਾਈ ਕਰਕੇ ਤੇ ਉਹੀ ਟੌਪਿਕ ਤੇ ਮੈਂ ਵੀਡੀਓ ਕ੍ਰੀਏਟ ਕਰਨ ਦੀ ਕੋਸ਼ਿਸ਼ ਕਰੂੰਗਾ। ਅਗਲੀ ਗੱਲ ਕਰਦੇ ਆ ਲਿਸਨਿੰਗ ਦੀ। ਹੁਣ ਲਿਸਨਿੰਗ ਦੇ ਵਿੱਚ ਸਭ ਤੋਂ ਇੰਪੋਰਟੈਂਟ ਚੀਜ਼ ਕੀ ਆ? ਹੁਣ ਲਿਸਨਿੰਗ ਦੇ ਵਿੱਚ ਸਭ ਤੋਂ ਪਹਿਲਾਂ ਇਹ ਸਮਝ ਲਿਓ, ਲਿਸਨਿੰਗ ਦੇ ਵਿੱਚ ਜਿੰਨੇ ਵੀ ਤੁਹਾਡੇ ਐਮਸੀਕਿਊ ਆਉਂਦੇ ਆ, ਲਿਸਨਿੰਗ ਦੇ ਵਿੱਚ ਐਮਸੀਕਿਊ ਆਪਾਂ ਕੀ ਕਰਦੇ ਆ, ਲਿਸਨਿੰਗ ਦੇ ਵਿੱਚ ਐਮਸੀਕਿਊ ਤੇ ਐਵੇਂ ਟਾਈਮ ਵੇਸਟ ਕਰਦੇ ਰਹਿੰਦੇ ਆ, ਲਿਸਨਿੰਗ ਦੇ ਐਮਸੀਕਿਊਜ਼ ਦੀ ਇੰਨੀ ਪ੍ਰੈਕਟਿਸ ਕਰਦੇ ਰਹਿੰਦੇ ਆ। ਲਿਸਨਿੰਗ ਦੇ ਐਮਸੀਕਿਊ ਜਿਹੜੇ ਹੁੰਦੇ ਆ ਨਾ, ਲਿਸਨਿੰਗ ਦੇ ਜਿੰਨਾ ਟਾਈਮ ਐਮਸੀਕਿਊ ਦੀ ਆਡੀਓ ਚੱਲਦੀ ਪਈ ਹੁੰਦੀ ਆ, ਆਪਾਂ ਨੈਕਸਟ ਨਹੀਂ ਕਰ ਸਕਦੇ ਐਗਜ਼ਾਮ ਦੇ ਵਿੱਚ, ਉਹਨਾਂ ਟਾਈਮ ਨੈਕਸਟ ਕਰੀ ਚੱਲੀਏ, ਨੈਕਸਟ ਹੁੰਦਾ ਨਹੀਂਗਾ ਜਿੰਨਾ ਟਾਈਮ ਆਡੀਓ ਰੁਕਦੀ ਨਹੀਂਗੀ। ਜਿੰਨਾ ਟਾਈਮ ਆਡੀਓ ਚੱਲਦੀ ਪਈ ਹੈ ਨਾ, ਉਹਨਾਂ ਟਾਈਮ ਤੁਸੀਂ ਕੀ ਆ ਐਮਸੀਕਿਊ ਨੂੰ ਲਿਸਨਿੰਗ ਦੇ ਨੂੰ ਧਿਆਨ ਨਾਲ ਸੁਣਨਾ ਵਾ, ਧਿਆਨ ਨਾਲ ਸੁਣਨਾ ਵਾ। ਜੇਕਰ ਤੁਹਾਨੂੰ ਆਨਸਰ ਲੱਭਦਾ ਤਾਂ ਲਾ ਦੇਣਾ ਵਾ। ਜਦੋਂ ਹੀ ਐਮਸੀਕਿਊ ਦੀ ਆਡੀਓ ਰੁਕਦੀ ਆ, ਨਾਲ ਦੀ ਨਾਲ ਹੀ ਨੈਕਸਟ ਐਮਸੀਕਿਊ ਤੇ ਜਮਾ ਵੀ ਫਾਲਤੂ ਟਾਈਮ ਵੇਸਟ ਨਹੀਂ ਕਰਨਾ ਲਿਸਨਿੰਗ ਦੇ ਉੱਤੇ, ਬਿਕੋਜ਼ ਲਿਸਨਿੰਗ ਦੇ ਐਮਸੀਕਿਊ ਤੇ ਜੇਕਰ ਤੁਸੀਂ ਟਾਈਮ ਵੇਸਟ ਕਰੋਗੇ ਤੇ ਲਿਸਨਿੰਗ ਦੇ ਵਿੱਚ ਟਾਈਮ ਮੈਨੇਜਮੈਂਟ ਦੀ ਬੱਚਿਆਂ ਨੂੰ ਬਹੁਤ ਪ੍ਰੋਬਲਮ ਆਉਂਦੀ ਆ, ਲਿਸਨਿੰਗ ਦੇ ਵਿੱਚ ਟਾਈਮ ਦੀ ਬਹੁਤ ਸ਼ਾਰਟੇਜ ਰਹਿ ਜਾਂਦੀ ਆ। ਜੇਕਰ ਲਿਸਨਿੰਗ ਦੇ ਵਿੱਚ ਤੁਸੀਂ ਟਾਈਮ ਵੇਸਟ ਕਰਨ ਲੱਗ ਪਏ ਐਮਸੀਕਿਊ ਵਗੈਰਾ ਤੇ, ਠੀਕ ਆ, ਐਮਸੀਕਿਊ ਵਗੈਰਾ ਤੇ ਟਾਈਮ ਵੇਸਟ ਕਰਨ ਲੱਗ ਪਏ ਲਿਸਨਿੰਗ ਦੇ ਵਿੱਚ, ਦੈਨ ਕਿ ਤੁਸੀਂ ਪ੍ਰੋਬਲਮ ਕ੍ਰੀਏਟ ਹੋ ਜਾਊਗੀ ਲਾਸਟ ਡਿਕਟੇਸ਼ਨ ਤੇ ਆ ਕੇ। ਡਿਕਟੇਸ਼ਨਾਂ ਤੇ ਆ ਕੇ ਤੁਹਾਨੂੰ ਇੰਨੀ ਜ਼ਿਆਦਾ ਪ੍ਰੋਬਲਮ ਆ ਜਾਊਗੀ ਨਾ, ਤੁਸੀਂ ਕੀ ਮਿਸਟੇਕ ਕਰਨ ਲੱਗ ਪੋਗੇ, ਹੈਜ਼ਿਟੇਟ ਫੀਲ ਕਰਨ ਲੱਗ ਪੋਗੇ ਵੀ 3 ਡਿਕਟੇਸ਼ਨਾਂ 1-2 ਮਿੰਟ ਰਹਿ ਗਏ ਤੇ ਕਿਵੇਂ ਸੋਲਵ ਕਰੀਏ, ਠੀਕ ਆ। ਸੋ ਪਹਿਲਾਂ ਹੀ ਟਾਈਮ ਨੂੰ ਪ੍ਰੋਪਰ ਉਵੇਂ ਚਲਾ ਕੇ ਆਓ ਵੀ ਐਮਸੀਕਿਊ ਤੇ ਟਾਈਮ ਘੱਟ ਤੋਂ ਘੱਟ ਲੱਗੇ। ਐਮਸੀਕਿਊ ਤੇ ਹਮੇਸ਼ਾ ਟਾਈਮ ਹੁੰਦਾ ਲਾਉਣਾ, ਆਡੀਓ ਚੱਲੀ ਜਾਂਦੀ ਆ, ਆਡੀਓ ਤੇ ਚੱਲਦੇ ਚੱਲਦੇ ਹੀ ਜਦੋਂ ਆਡੀਓ ਰੁਕਦੀ ਨਾਲ ਦੀ ਨਾਲ ਬੈਸਟ ਆਨਸਰ ਲਾ ਕੇ, ਠੀਕ ਹੈ ਜੀ। ਅਗਲੀ ਗੱਲ ਆ ਸਮਰਾਈਜ਼ ਸਪੋਕਨ ਟੈਕਸਟ, ਬਹੁਤ ਇੰਪੋਰਟੈਂਟ ਪਾਰਟ, ਫਰਸਟ ਪਾਰਟ ਤੁਹਾਡੀ ਲਿਸਨਿੰਗ ਦਾ। ਹੁਣ ਸਮਰਾਈਜ਼ ਸਪੋਕਨ ਟੈਕਸਟ ਦੇ ਵਿੱਚ ਕੀ ਆ? ਸਮਰਾਈਜ਼ ਸਪੋਕਨ ਟੈਕਸਟ ਦੇ ਵਿੱਚ ਨਾ ਤੁਹਾਨੂੰ ਟੈਂਪਲੇਟ ਕੋਈ ਵੀ ਹੋਵੇ, ABCD ਕੋਈ ਵੀ ਟੈਂਪਲੇਟ ਤੁਹਾਨੂੰ ਦਿੱਤਾ ਗਿਆ ਵਾ, ਆਲ ਟੈਂਪਲੇਟਸ ਆਰ ਵਰਕਿੰਗ ਇਨ ਐਗਜ਼ਾਮ, ਠੀਕ ਆ, ਸਾਰੇ ਟੈਂਪਲੇਟ ਸਹੀ ਆ, ਸਾਰੇ ਵਰਕ ਕਰਦੇ ਪਏ ਐਗਜ਼ਾਮ ਦੇ ਵਿੱਚ, ਠੀਕ ਆ। ਹੁਣ ਲਿਸਨਿੰਗ ਦੀ ਜਿਹੜੀ ਸਮਰੀ ਹੈ ਨਾ, ਲਿਸਨਿੰਗ ਦੀ ਸਮਰੀ ਦੇ ਵਿੱਚ ਬਹੁਤ ਬੱਚਿਆਂ ਨੂੰ ਇਹ ਚੀਜ਼ ਦਾ ਪਤਾ ਨਹੀਂਗਾ। ਲਿਸਨਿੰਗ ਦੀ ਸਮਰੀ ਦਾ ਜਿਹੜਾ ਟਾਈਮ ਆ, ਲਿਸਨਿੰਗ ਦੀ ਸਮਰੀ ਦੇ ਨਾਲ 10 ਮਿੰਟ ਦਿੱਤੇ ਜਾਂਦੇ ਆ, ਉਹ 10 ਮਿੰਟ ਕੱਲੇ ਲਿਸਨਿੰਗ ਦੀ ਸਮਰੀ ਦੇ ਨਹੀਂ ਹੁੰਦੇ। ਜੇਕਰ ਤੁਸੀਂ ਉਹ ਲਿਸਨਿੰਗ ਦੀ ਸਮਰੀ 8 ਮਿੰਟਾਂ ਦੇ ਵਿੱਚ ਕੰਪਲੀਟ ਕਰਦੇ ਹੋ ਤਾਂ 2 ਮਿੰਟ ਤੁਹਾਨੂੰ ਅੱਗੇ ਐਡਜਸਟ ਹੁੰਦੇ ਅੱਗੇ ਮਿਲਦੇ ਆ। ਬਹੁਤ ਬੱਚਿਆਂ ਨੂੰ ਇਹ ਗੱਲ ਦਾ ਪਤਾ ਨਹੀਂਗਾ। ਜੇਕਰ ਤੁਸੀਂ ਲਿਸਨਿੰਗ ਦੀ ਸਮਰੀ 8 ਮਿੰਟ ਦੇ ਵਿੱਚ ਕਰਦੇ ਹੋ ਤਾਂ 2 ਮਿੰਟ ਜਿਹੜੇ ਆ ਉਹ ਤੁਹਾਡੇ ਅੱਗੇ ਐਡ ਹੁੰਦੇ ਆ। ਜਿਹੜੇ ਬੱਚੇ ਨੇ ਐਗਜ਼ਾਮ ਦਿੱਤਾ ਨਾ ਇੱਕ ਅੱਧੀ ਵਾਰ, ਉਹਨਾਂ ਨੂੰ ਇਹ ਚੀਜ਼ ਦਾ ਪਤਾ ਹੋਊਗਾ ਐਗਜ਼ਾਮ ਦੇ ਵਿੱਚ ਕੀ ਚੀਜ਼ ਹੁੰਦੀ ਆ। ਐਗਜ਼ਾਮ ਦੇ ਵਿੱਚ ਲਿਸਨਿੰਗ ਦੀ ਸਮਰੀ ਤੋਂ ਬਾਅਦ ਆਪਣੇ ਕੋਲੇ ਸਾਰੀ ਲਿਸਨਿੰਗ ਨੂੰ ਕਰਨ ਵਾਸਤੇ 16 ਜਾਂ 17 ਮਿੰਟਸ ਹੀ ਰਹਿ ਜਾਂਦੇ ਆ, 16-17 ਮਿੰਟ ਹੀ ਰਹਿ ਜਾਂਦੇ ਆ ਸਾਰੀ ਲਿਸਨਿੰਗ ਪਰਫਾਰਮ ਕਰਨ ਨੂੰ। ਜੇਕਰ ਤੁਸੀਂ 1-2 ਮਿੰਟ ਵੀ ਤੁਹਾਡੇ ਵਾਸਤੇ ਬਹੁਤ ਕੀਮਤੀ ਹੁੰਦੇ ਆ, ਉਹ 16-17 ਮਿੰਟਾਂ ਦੇ ਵਿੱਚ, ਉਹ 16-17 ਮਿੰਟਸ ਦੇ ਵਿੱਚ ਤੁਸੀਂ ਬਲੈਂਕਸ ਵੀ ਕਰਨੀਆਂ ਲਿਸਨਿੰਗ ਦੀਆਂ, ਹਾਈਲਾਈਟਿੰਗ ਨੂੰ ਕਰੈਕਟ ਵੀ ਕਰਨੇ ਆ, ਐਮਸੀਕਿਊਜ਼ ਵੀ ਪੈਂਡਿੰਗ ਆ ਤੇ ਹਜੇ ਤੁਸੀਂ ਡਿਕਟੇਸ਼ਨਾਂ ਵੀ ਕਰਨੀਆਂ। ਸੋ ਸ਼ੁਰੂ ਤੋਂ ਟਾਈਮ ਨੂੰ ਬਚਾ ਕੇ ਚੱਲਣਾ ਵਾ ਲਿਸਨਿੰਗ ਦੇ ਵਿੱਚ। ਲਿਸਨਿੰਗ ਦੇ ਵਿੱਚ ਲਿਸਨਿੰਗ ਦੀ ਸਮਰੀ ਦਾ ਟਾਈਮ ਆ ਜਿਹੜਾ ਵਾ ਉਹ ਕੋਈ ਸਮਰੀ ਦਾ ਨਹੀਂ ਹੁੰਦਾਗਾ, ਉਹ ਤੁਹਾਡੀ ਸਾਰੀ ਲਿਸਨਿੰਗ ਦੇ ਵਿੱਚ ਐਡ ਹੁੰਦਾ ਵਾ। ਉਹ ਟਾਈਮ ਆ ਜਿਹੜਾ ਉਹ ਤੁਹਾਨੂੰ ਗਾਂ ਜਾ ਕੇ ਵੀ ਆ ਥੋੜੀ ਮਦਦ ਕਰ ਸਕਦਾ ਵਾ, ਤੁਹਾਡੀ ਡਿਕਟੇਸ਼ਨ ਦੇ ਵਿੱਚ ਹੈਲਪ ਕਰ ਸਕਦਾ ਵਾ, ਠੀਕ ਆ। ਲਿਸਨਿੰਗ ਦੀ ਸਮਰੀ ਦੇ ਵਿੱਚ 8 ਮਿੰਟ ਜ਼ਰੂਰ ਲਾਇਆ ਕਰੋ, 8 ਮਿੰਟ ਤੋਂ ਘੱਟ ਨਾ ਲਾਇਆ ਕਰੋ, ਬਿਕੋਜ਼ ਇਹ ਨਹੀਂਗਾ ਵੀ ਜੇ ਟਾਈਮ ਗਾਂ ਮਿਲਦਾ ਵਾ ਲਿਸਨਿੰਗ ਦੀ ਸਮਰੀ ਨੂੰ ਤੁਸੀਂ ਕਹੋਗੇ ਵੀ 5 ਮਿੰਟ ਦੇ ਵਿੱਚ 6 ਮਿੰਟ ਦੇ ਵਿੱਚ ਪਰਫਾਰਮ ਕਰ ਲਈਏ। ਲਿਸਨਿੰਗ ਦੀ ਸਮਰੀ ਵੀ ਬਹੁਤ ਇੰਪੋਰਟੈਂਟ ਆ, 10 ਨੰਬਰ ਦੀ ਹੁੰਦੀ ਆ, ਠੀਕ ਹੈ। ਐਗਜ਼ਾਮ ਦੇ ਵਿੱਚ 2 ਵੀ ਆ ਸਕਦੀ ਆ ਤੁਹਾਨੂੰ ਇਹ
ਲਿਸਨਿੰਗ ਦੀ ਸਮਰੀ ਜਿਹੜੀ ਹੁੰਦੀ ਆ ਇਹ ਤੁਸੀਂ ਘੱਟ ਤੋਂ ਘੱਟ 8 ਮਿੰਟ ਦਾ ਦੇਣੇ ਹੀ ਦੇਣੇ ਆ, ਠੀਕ ਆ। 8 ਮਿੰਟ ਤੋਂ ਘੱਟ ਨਹੀਂ ਦੇਣਗੇ, 2 ਮਿੰਟ ਤੁਸੀਂ ਅੱਗੇ ਐਡਜਸਟ ਆਪਦੇ ਕਰ ਸਕਦੇ ਹੋ ਥੋੜੀ ਸਪੀਡ ਵਧਾ ਕੇ। ਅਗਲੀ ਗੱਲ ਕਰਦੇ ਆ ਲਿਸਨਿੰਗ ਦੀਆਂ ਬਲੈਂਕਸਿਸ ਦੀ। ਹੁਣ ਲਿਸਨਿੰਗ ਦੀ ਬਲੈਂਕਸਿਸ ਦੇ ਵਿੱਚ ਬੱਚਿਆਂ ਨੂੰ ਪ੍ਰੋਬਲਮ ਹੋ ਰਹੀਆਂ ਵਾ ਵੀ ਲਿਸਨਿੰਗ ਦੇ ਬਲੈਂਕਸ ਦੇ ਵਿੱਚ 2 ਮੇਨ ਪ੍ਰੋਬਲਮ ਬੱਚਿਆਂ ਨੂੰ। ਇੱਕ ਤਾਂ ਸਪੈਲਿੰਗ ਮਿਸਟੇਕ ਹੁੰਦੀਆਂ ਲਿਸਨਿੰਗ ਦੀ ਬਲੈਂਕਸਿਸ ਦੇ ਵਿੱਚ। ਲਿਸਨਿੰਗ ਦੀ ਬਲੈਂਕਸਿਸ ਦੇ ਵਿੱਚ ਸਪੈਲਿੰਗ ਦੀ ਮਿਸਟੇਕ ਹੁੰਦੀ ਆ ਵਾ ING ਬੋਲਿਆ ਨਹੀਂ ਬੋਲਿਆ, SES ਦੀਆਂ ਮਿਸਟੇਕਸ, ਆਹ ਮਿਸਟੇਕਸ ਕਰਕੇ ਲਿਸਨਿੰਗ ਦੇ ਵਿੱਚ ਸਕੋਰਿੰਗ ਨਹੀਂ ਆ ਰਹੀ ਬਲੈਂਕਸਾਂ ਦੇ ਵਿੱਚੋਂ। ਹੁਣ ਇਹ ਮਿਸਟੇਕ ਨੂੰ ਇੰਪਰੂਵ ਕਿਵੇਂ ਕਰ ਸਕਦੇ ਹੋ? ਹੁਣ ਇਹ ਚੀਜ਼ ਧਿਆਨ ਨਾਲ ਸਮਝੋ। ਮੈਨੂੰ ਉਹਨੇ ਬੋਲਿਆ ਵਾ majorities ਬੋਲਿਆ ਬਲੈਂਕਸ ਦੇ ਵਿੱਚ, ਮੈਂ ਆਪਣੀ ਕਾਪੀ ਤੇ majorities ਸ਼ਾਰਟ ਫਾਰਮ ਹੀ ਲਿਖਣੀ ਆ, ਸ਼ਾਰਟ ਫਾਰਮ ਭਲਾ ਲਿਖਾਂ MJ ਲਿਖਾਂ ਕਿ ਮੈਨੂੰ ਸਮਝ ਆ ਜਾਏ ਉਹਨੇ ਕੀ ਬੋਲਿਆ ਵਾ। ਮੈਂ ਛੇਤੀ ਛੇਤੀ MJ ਪਾ ਕੇ ਅੱਗੋਂ ਬਲੈਂਕਸ ਆਉਣ ਲੱਗ ਪਿਆ, ਠੀਕ ਆ। ਇਹ ਚੀਜ਼ ਦਾ ਧਿਆਨ ਰੱਖਿਓ। ਬਟ ਜਦੋਂ ਉਹਨੇ ਸਾਰੀ ਬਲੈਂਕਸ ਬੋਲਤੀ ਬਾਅਦ ਚ ਮੈਂ ਕਨਫਿਊਜ਼ ਹੋ ਜਾਊਗਾ ਉਹਨੇ majority ਬੋਲਿਆ ਕਿ majorities ਬੋਲਿਆ। ਜੇਕਰ ਮੈਂ ਆਪਦੀ ਇਹ ਕਨਫਿਊਜ਼ਨ ਨੂੰ ਦੂਰ ਕਰਨਾ ਨਾ ਤੇ ਮੈਨੂੰ ਕੀ ਚੀਜ਼ ਕਰਨੀ ਪਊਗੀ, ਮੈਨੂੰ ਨਾਲ ਦੀ ਨਾਲ ਪਿੱਛੇ ਮੈਂਸ਼ਨ ਕਰਨਾ ਪਊਗਾ SA ਜਾਂ ES। ਜਦੋਂ ਤੁਸੀਂ ਆਪਣੀ ਕਾਪੀ ਤੇ ਲਿਖਦੇ ਪਏ ਹੁੰਦੇ ਨਾ ਉਦੋਂ ਪੜਾ ਮੈਜੋਰਟੀਜ਼ ਨੂੰ ਸ਼ਾਰਟ ਫਾਰਮ ਦੇ ਵਿੱਚ MJ ਲਿਖਿਆ ਵਾ, ਪੜਾ ਕੱਲੀ ME ਲਿਖੀ ਆ, ਬਟ ਉਹਦੇ ਪਿੱਛੇ SES ਜ਼ਰੂਰ ਪੜਿਆ ਕਰੋ। ਕਿਉਂ ਪੜਿਆ ਕਰੋ? ਬਿਕੋਜ਼ ਜਦੋਂ ਤੁਸੀਂ ਸਾਰੀ ਬਲੈਂਕਸ ਓਵਰ ਹੋ ਜਾਂਦੀ, ਜਦੋਂ ਸਪੀਕਰ ਸਾਰਾ ਬੋਲ ਕੇ ਬੰਦ ਕਰ ਦਿੰਦਾ ਵਾ ਤੇ ਐਂਡ ਤੇ ਬੱਚੇ ਨੂੰ ਯਾਦ ਰਹਿ ਜਾਂਦਾ ਵਾ, ਪਤਾ ਲੱਗਣ ਲੱਗ ਪੈਂਦਾ ਵਾ ਕਿ ਹਾਂ SES ਬੋਲੀ ਸੀਗੀ, ਆਨਸਰ S ਜਾਂ ES ਵਾਲਾ ਹੀ ਆ। ਕਨਫਿਊਜ਼ ਨਹੀਂ ਹੁੰਦਾ ਹੋਗਾ ਉਹ। ਇਹ ਚੀਜ਼ ਨੂੰ ਫੋਲੋ ਕਰ ਲਿਓ, ਬਲੈਂਕਸਾਂ ਇੰਪਰੂਵ ਹੋ ਜਾਣਗੀਆਂ। ਅਗਲੀ ਗੱਲ ਬਲੈਂਕਸਾਂ ਦੇ ਵਿੱਚ ਸੈਕਿੰਡ ਮਿਸਟੇਕ ਕੀ ਆ? ਜਿੰਨਾ ਟਾਈਮ ਆਡੀਓ ਚੱਲਦੀ ਪਈ ਆ, ਜਿੰਨਾ ਟਾਈਮ ਲਿਸਨਿੰਗ ਦੀਆਂ ਬਲੈਂਕਸਾਂ ਦੇ ਵਿੱਚ ਸਪੀਕਰ ਬੋਲਦਾ ਪਿਆ ਵਾ, ਉਹਨਾਂ ਟਾਈਮ ਮੈਂ ਨੀਵੀਂ ਨਹੀਂ ਪਾਉਣੀ, ਨੀਵੀਂ ਨਹੀਂ ਪਾਉਣੀ ਗੀ। ਉਹਨਾਂ ਦੇ ਬੱਚੇ ਕੀ ਕਰਦੇ ਆ ਆਮ ਤੌਰ ਤੇ, ਬੱਚੇ ਹੁਣ ਬੋਲੀ ਜਾਂਦਾ, ਲੈਕਚਰ ਬੋਲੀ ਜਾਂਦਾ, ਸਪੀਕਰ ਚੱਲੀ ਜਾਂਦਾ ਵਾ, ਸਪੀਕਰ ਬੋਲਦਾ ਸਪੀਕਰ ਜਦੋਂ ਆਨਸਰ ਬੋਲ ਕੇ ਜਾਂਦਾ ਵਾ ਨਾਲ ਦੀ ਨਾਲ ਨੀਵੀਂ ਪਾ ਕੇ ਆਨਸਰ ਲਿਖਣ ਲੱਗ ਪੈਂਦਾ ਵਾ। ਜਦੋਂ ਬੱਚੇ ਨੀਵੀਂ ਪਾ ਕੇ ਆਨਸਰ ਲਿਖਣ ਲੱਗਦੇ ਆ ਸਪੀਕਰ ਪਤਾ ਨਹੀਂ ਕਿੱਥੇ ਚਲਾ ਜਾਂਦਾ, ਤੁਸੀਂ ਗਵਾ ਜਾਂਦੇ ਆ, ਤੁਸੀਂ ਫੰਬਲ ਹੋ ਜਾਂਦੇ, ਫਿਰ ਕਿੱਥੇ ਚਲਾ ਗਿਆ। ਇਹ ਚ ਗਲਤੀ ਨਹੀਂ ਕਰਨੀ। ਜਿੰਨਾ ਟਾਈਮ ਸਪੀਕਰ ਬੋਲੀ ਜਾਂਦਾ ਵਾ ਤੁਹਾਡਾ ਧਿਆਨ ਸਕਰੀਨ ਤੇ ਹੋਣਾ ਚਾਹੀਦਾ ਤੇ ਹੱਥ ਥੱਲੇ ਚੱਲੀ ਜਾਵੇ, ਧਿਆਨ ਸਕਰੀਨ ਤੇ ਹੀ ਹੋਵੇ। ਆਹ ਚੀਜ਼ ਨੂੰ ਫੋਲੋ ਕਰੋਗੇ ਨਾ, 2 ਚੀਜ਼ਾਂ ਨਿੱਕੀਆਂ ਮਿਸਟੇਕਸ ਆ ਤੁਹਾਡੀਆਂ, ਇਹਨਾਂ ਨੂੰ ਫੋਲੋ ਕਰੋਗੇ ਗਾਰੰਟੀ 101% ਕੀ ਆ ਐਗਜ਼ਾਮ ਦੇ ਵਿੱਚੋਂ ਸਕੋਰਿੰਗ ਜਿਹੜੀ ਆ ਤੁਹਾਡੀ ਡੈਫੀਨੇਟਲੀ ਆਊਗੀ। ਬਲੈਂਕਸਾਂ ਜਮਾਂ ਵੀ ਨਹੀਂ ਗਲਤ ਹੁੰਦੀਆਂ ਤੁਹਾਡੀਆਂ। ਹੁਣ ਅਗਲੀ ਚੀਜ਼ ਆ ਤੁਹਾਡੀ ਲਿਸਨਿੰਗ ਦੀ ਹਾਈਲਾਈਟ ਇਨਕਰੈਕਟ ਵਰਡ। ਹਾਈਲਾਈਟ ਇਨਕਰੈਕਟ ਵਰਡ ਦੇ ਵਿੱਚੋਂ 100 ਚੋਂ 90% ਬੱਚਿਆਂ ਦੀਆਂ ਮਿਸਟੇਕਸ ਹੁੰਦੀਆਂ ਵਾ। ਹਾਈਲਾਈਟ ਇਨਕਰੈਕਟ ਵਰਡ ਦੇ ਵਿੱਚ ਬੱਚੇ ਮਿਸਟੇਕਸ ਕਰਦੇ ਆ। ਹੁਣ ਹਾਈਲਾਈਟ ਇਨਕਰੈਕਟ ਵਰਡ ਆ ਜਿਹੜੇ ਬਹੁਤ ਈਜ਼ੀ ਪਾਰਟ ਇਹਨੂੰ ਬੱਚੇ ਮੰਨਦੇ ਆ ਲਿਸਨਿੰਗ ਦੇ ਵਿੱਚ, ਬਟ ਇਹ ਬਹੁਤ ਹੀ ਡਿਫਿਕਲਟ ਪਾਰਟ ਇਹਨੂੰ ਮੰਨਿਆ ਜਾਂਦਾ ਵਾ ਆਮ ਤੌਰ ਤੇ। ਜੇ ਕਿਸੇ ਐਕਸਪੀਰੀਅੰਸ ਪਰਸਨ ਤੋਂ ਪੁੱਛੋਗੇ ਵੀ ਹਾਈਲਾਈਟ ਇਨਕਰੈਕਟ ਪਾਰਟ ਆ ਜਿਹੜਾ ਉਹ ਕਿਵੇਂ ਆ, ਉਹ ਪਰਸਨ ਕਹੂਗਾ ਵੀ ਇਹ ਬਹੁਤ ਡਿਫਿਕਲਟ ਪਾਰਟ ਆ। ਕਿਉਂਕਿ ਇਹਦੇ ਵਿੱਚ ਐਕਸੈਂਟ ਐਗਜ਼ਾਮ ਦੇ ਵਿੱਚ ਕਿਵੇਂ ਦਾ ਆ ਜਾਣਾ ਵਾ ਕਿਸੇ ਨੂੰ ਨਹੀਂ ਪਤਾ, ਕਿਉਂਕਿ ਹਾਈਲਾਈਟ ਇਨਕਰੈਕਟ ਕੀ ਪਰ ਫਾਸਟ ਆ ਜਾਂਦੇ ਆ ਤੇ ਐਕਸੈਂਟ ਇੰਨਾ ਡਿਫਿਕਲਟ ਆ ਜਾਂਦਾ ਤੁਹਾਨੂੰ ਸਮਝ ਨਹੀਂ ਆਉਣਾਗਾ। ਹੁਣ ਹਾਈਲਾਈਟ ਇਨਕਰੈਕਟ ਦੀ ਇੰਪਰੂਵਮੈਂਟ ਜਿਹੜੀ ਆ ਉਹ ਕਿਵੇਂ ਹੋ ਸਕਦੀ ਹੈ? ਜਿਹੜੀ ਤੈਨੂੰ ਪਹਿਲਾਂ ਚੀਜ਼ ਦੱਸ ਕੇ ਗਿਆ ਵਾ ਵੀ ਵਲੌਗਸ ਜਿਹੜੇ ਟਰੈਵਲਿੰਗ ਵਲੌਗਸ ਫੋਰਨਰ ਇੰਡੀਆ ਕੋ ਬਣਾਉਂਦੇ ਆ ਉਹ ਵਲੌਗਸ ਵਗੈਰਾ ਲਿਸਨ ਕਰਨੇ ਸ਼ੁਰੂ ਕਰਿਆ ਕਰੋ। ਇੰਗਲਿਸ਼ ਲੈਕਚਰ ਨਾ ਇੰਗਲਿਸ਼ ਨਿਊਜ਼ਸ ਵਗੈਰਾ ਸੁਣਨੀਆਂ ਸ਼ੁਰੂ ਕਰੋ। ਇਹ ਚੀਜ਼ ਨਾਲ ਕਿ ਲਿਸਨਿੰਗ ਪਾਵਰ ਇੰਪਰੂਵ ਹੋਊਗੀ। ਡਿਫਰੈਂਟ ਐਕਸੈਂਟ ਜਿਹੜੇ ਆ ਉਹ ਸੁਣਨੇ ਤੁਸੀਂ ਸ਼ੁਰੂ ਕਰੋਗੇ ਨਾ, ਇੰਪਰੂਵਮੈਂਟ ਹੋਊਗੀ। ਫਿਰ ਕੀ ਆ ਤੁਹਾਡੇ ਹਾਈਲਾਈਟ ਇਨਕਰੈਕਟ ਜਿਹੜੇ ਆ 6 ਚੋਂ 6 5 ਚੋਂ 5 ਐ ਨੰਬਰ ਆਉਣਗੇ। ਇੰਪਰੂਵਮੈਂਟ ਬਹੁਤ ਵਧੀਆ ਤਰੀਕੇ ਨਾਲ ਹੋ ਜਾਊਗੀ। ਬਸ ਇੰਪਰੂਵਮੈਂਟ ਕਰਨੀ ਕਿਵੇਂ ਆ ਇਹ ਚੀਜ਼ ਦਾ ਪਤਾ ਹੋਣਾ ਚਾਹੀਦਾ ਵਾ। ਨੈਕਸਟ ਪਾਰਟ ਆ ਡਿਕਟੇਸ਼ਨ। ਸਭ ਤੋਂ ਇੰਪੋਰਟੈਂਟ ਪਾਰਟ ਆ ਤੁਹਾਡੀ ਲਿਸਨਿੰਗ ਦਾ ਡਿਕਟੇਸ਼ਨਸ, ਠੀਕ ਆ। ਡਿਕਟੇਸ਼ਨ ਦੇ ਵਿੱਚ ਹੁਣ ਇੱਕ ਚੀਜ਼ ਸਭ ਤੋਂ ਪਹਿਲਾਂ ਧਿਆਨ 'ਚ ਰੱਖਿਓ, ਡਿਕਟੇਸ਼ਨ ਨੂੰ ਕਿਉਂ ਇੰਪੋਰਟੈਂਟ ਪਾਰਟ ਮੰਨਿਆ ਜਾਂਦਾ ਵਾ? ਕਿਉਂਕਿ ਡਿਕਟੇਸ਼ਨ ਦੇ ਵਿੱਚ ਕੀ ਚੀਜ਼ ਹੁੰਦੀ ਆ, ਡਿਕਟੇਸ਼ਨ ਤੁਹਾਡੀ ਲਿਸਨਿੰਗ ਦੇ ਨਾਲ ਤੁਹਾਡੀ ਰਾਈਟਿੰਗ ਨੂੰ ਵੀ ਨੰਬਰ ਦਿੰਦੀਆਂ ਨੇ, ਬਹੁਤ ਜ਼ਿਆਦਾ ਬਲਕ ਦੇ ਵਿੱਚ ਨੰਬਰ ਦਿੰਦੀਆਂ ਨੇ। ਹੁਣ ਡਿਕਟੇਸ਼ਨ ਤਾਂ ਬੱਚਿਆਂ ਦੀ ਇੰਪਰੂਵ ਨਹੀਂ ਗਿਆ। ਬੱਚੇ ਹੁਣ ਕਹਿੰਦੇ ਨੇ ਡਿਕਟੇਸ਼ਨ ਇੰਪਰੂਵ ਨਹੀਂ ਗਿਆ, ਸਾਡੇ ਰਿਪੀਟ ਸੈਂਟੈਂਸ ਇੰਪਰੂਵ ਨਹੀਂ ਗਏ। ਡਿਕਟੇਸ਼ਨ ਤੇ ਰਿਪੀਟ ਸੈਂਟੈਂਸ ਦੇ ਵਿੱਚ ਕੋਈ ਬਹੁਤ ਫਰਕ ਨਹੀਂਗਾ। ਜੇ ਡਿਕਟੇਸ਼ਨ ਇੰਪਰੂਵ ਹੋਣੀ ਹੈ ਤਾਂ ਰਿਪੀਟ ਸੈਂਟੈਂਸ ਆਪਣੇ ਆਪ ਇੰਪਰੂਵ ਹੋ ਜਾਣੇ ਆ, ਠੀਕ ਆ। ਡਿਕਟੇਸ਼ਨ ਨੂੰ ਇੰਪਰੂਵ ਕਿਵੇਂ ਕਰਨਾ ਵਾ? ਡਿਕਟੇਸ਼ਨ ਨੂੰ ਕਰਨ ਦੇ 2-3 ਵੇ ਹੁੰਦੇ ਆ। ਡਿਕਟੇਸ਼ਨ ਦੇ ਵਿੱਚ ਜੇ ਪਹਿਲੀ ਚੀਜ਼ ਜਿਹੜੀ ਡਿਕਟੇਸ਼ਨ ਦੇ ਵਿੱਚ ਆ ਸਪੀਕਰ ਨੇ ਆਡੀਓ ਬੋਲੀ ਆ, ਸਪੀਕਰ ਨੇ ਲਾਈਨ ਬੋਲੀ ਆ, ਠੀਕ ਆ। ਆਡੀਓ ਚੱਲਦੀ ਵੀ ਸਪੀਕਰ ਬੋਲਦਾ ਪਿਆ ਵਾ, ਠੀਕ ਆ। ਸਪੀਕਰ ਨੇ ਜਿਹੜੀ ਵੀ ਲਾਈਨ ਬੋਲੀ ਆ, ਤੁਹਾਨੂੰ ਜਿਹੜੀ ਵੀ ਲਾਈਨ ਸੁਣੀ ਆ ਉਹ ਲਾਈਨ ਨੂੰ ਪਹਿਲਾਂ ਆਪਣੇ ਧਿਆਨ ਨਾਲ ਸੁਣੋ, ਦਿਮਾਗ 'ਚ ਰੱਖੋ, ਫਿਰ ਆਪਣੀ ਕਾਪੀ ਤੇ ਲਿਖ ਕੇ ਜਦੋਂ ਸਪੀਕਰ ਬੋਲਣਾ ਬੰਦ ਕਰਦਾ ਫਿਰ ਕਾਪੀ ਤੇ ਲਿਖ ਕੇ ਫਿਰ ਟਾਈਪ ਕਰਦੀ, ਠੀਕ ਆ। ਦੂਸਰਾ ਵੇ ਡਿਕਟੇਸ਼ਨ ਨੂੰ ਪਰਫਾਰਮ ਕਰਨ ਦਾ, ਜਦੋਂ ਸਪੀਕਰ ਨੇ ਬੋਲਿਆ ਜਲਦੀ 2-3 ਕੀਵਰਡ ਜਿਹੜੇ ਪਹਿਲੇ ਆ ਆਪਣੀ ਕਾਪੀ ਤੇ ਨੋਟ ਕਰ ਲਿਆ ਕਰੋ। ਆਪਾਂ ਉਹਦੀ ਆਡੀਓ ਨਾਲ ਆਪਣੀ ਸਪੀਡ ਜਿਹੜੀ ਲਿਖਣ ਦੀ ਮੈਚ ਨਹੀਂ ਕਰ ਸਕਦੇ।
ਜਦੋਂ ਆਪਾਂ ਪਹਿਲੇ 2-3 ਕੀਵਰਡ ਲਿਖਾਂਗੇ ਨਾ, ਵਰਡ ਲਿਖਾਂਗੇ, ਉਹ ਅੱਗੇ ਲੰਘ ਜੂਗਾ, ਨਾਲ ਦੀ ਨਾਲ ਪੈਨ ਰੱਖ ਕੇ ਅਗਲੇ ਵਰਡ ਦਾ ਨਾਮ ਸੁਣ ਲਿਓ। ਜਦੋਂ ਬੋਲਣਾ ਬੰਦ ਕਰੂਗਾ ਫਿਰ ਲਾਈਨ ਨੂੰ ਕੰਪਲੀਟ ਕਰਕੇ ਦੈਨ ਟਾਈਪ ਕਰ ਦਿਓ। ਤੀਸਰਾ ਮੈਥਡ ਆ ਡਿਕਟੇਸ਼ਨ ਨੂੰ ਪਰਫਾਰਮ ਕਰਨ ਦਾ, ਸਭ ਤੋਂ ਸਿੰਪਲ ਮੈਥਡ ਆ, ਤੇ ਇਹ ਮੈਥਡ ਵੱਡੇ ਵੱਡੇ ਯੂਟਿਊਬਰ ਜਿਨ੍ਹਾਂ ਦੇ 90 ਵੀ ਆਉਂਦੇ ਆ ਉਹ ਵੀ ਇਹ ਚੀਜ਼ ਫੋਲੋ ਕਰਦੇ ਆ। ਇਹ ਚੀਜ਼ ਕੀ ਆ, ਬਹੁਤ ਵਰਕ ਕਰਦੀ ਆ ਡਿਕਟੇਸ਼ਨ ਦੇ ਵਿੱਚ। ਪਹਿਲਾ ਵਰਡ, ਵੱਡਾ ਵਰਡ, ਹੁਣ ਜਿਵੇਂ ਉਹਨੇ ਦਾ ਬੋਲਿਆ ਡਿਕਟੇਸ਼ਨ ਦੇ ਵਿੱਚ, ਮੈਂ ਦਾ ਦੀ ਟੀ ਲਿਖ ਲੈਣੀ ਕਾਪੀ ਤੇ, ਠੀਕ ਆ। ਪੀਪਲ ਬੋਲਿਆ ਪੀ ਲਿਖ ਲੈਣੀ ਆ, ਗਵਰਨਮੈਂਟ ਬੋਲਿਆ ਜੀ ਲਿਖ ਲੈਣੀ ਆ। ਜਿਵੇਂ ਉਹ ਵਰਡ ਬੋਲਦਾ ਪਿਆ ਵਾ, ਮੈਂ ਉਹਦਾ ਕੈਪੀਟਲ ਵਰਡ ਆਪਣੀ ਕਾਪੀ ਦੇ ਮਿੰਟੋ ਮਿੰਟ ਹੀ ਪਾ ਲੈਣਾ, ਜਲਦੀ ਆਪਣੀ ਕਾਪੀ ਦੇ ਕੈਪੀਟਲ ਵਰਡ ਪਾ ਲੈਣਾ। ਉਹ ਕੈਪੀਟਲ ਵਰਡ ਦੇਖ ਕੇ, ਫਰਸਟ ਵਰਡ ਦੇਖ ਕੇ ਮੈਨੂੰ ਇਹਨਾਂ ਦਿਮਾਗ ਦੇ ਵਿੱਚ ਰਹਿ ਜਾਊਗਾ, ਮੈਨੂੰ ਇਹਨਾਂ ਯਾਦ ਆ ਜਾਊਗਾ ਵੀ ਉਹਨੇ ਕੀ ਲਾਈਨ ਬੋਲੀ ਆ। ਇਹ ਚੀਜ਼ਾਂ, ਇਹ ਟ੍ਰਿਕਸ ਨੂੰ ਫੋਲੋ ਕਰੋਗੇ ਨਾ, ਇਹ ਟ੍ਰਿਕਸ ਨੂੰ ਫੋਲੋ ਕਰਕੇ ਤੁਹਾਡੇ ਐਗਜ਼ਾਮ ਦੇ ਵਿੱਚ ਸਕੋਰਿੰਗ ਆ ਜਿਹੜੀ, ਉਹ ਡੈਫੀਨੇਟਲੀ ਐਗਜ਼ਾਮ ਦੇ ਵਿੱਚ ਸਕੋਰਿੰਗ ਆ ਜਿਹੜੀ ਤੁਹਾਡੀ ਬਹੁਤ ਸੋਹਣੀ ਆ ਜਾਊਗੀ। ਜਿੰਨੀ ਪੀਟੀ ਨੂੰ ਲੈ ਕੇ ਜਿੰਨੀ ਵੀ ਨੌਲੇਜ ਤੁਹਾਨੂੰ ਮਿਲਦੀ ਹੈ ਨਾ, ਉਹ ਨੌਲੇਜ ਹਮੇਸ਼ਾ ਕੀ ਆ, ਘੱਟ ਹੀ ਹੁੰਦੀ, ਕਿਉਂਕਿ ਪੀਟੀ ਨੂੰ ਲੈ ਕੇ ਜਿੰਨੀ ਵੀ ਨੌਲੇਜ ਤੁਹਾਨੂੰ ਮਿਲੂਗੀ ਨਾ, ਥੋੜੀ ਹੋਈ ਆ। ਪੀਟੀ ਨੂੰ ਲੈ ਕੇ ਜਿੰਨੀ ਵੀ ਨੌਲੇਜ ਮਿਲਦੀ ਥੋੜੀ, ਕਿਉਂਕਿ ਐਗਜ਼ਾਮ ਦੇ ਵਿੱਚ ਜਿੰਨੀ ਨੌਲੇਜ ਤੁਹਾਡੇ ਕੋਲ ਹੋਊਗੀ ਨਾ, ਤੁਹਾਡਾ ਫਾਇਦਾ ਹੀ ਆ। ਐਗਜ਼ਾਮ ਦੇ ਵਿੱਚ ਤੁਹਾਨੂੰ ਇਹ ਚੀਜ਼ ਆ ਵੀ ਜਿੰਨੀ ਨੌਲੇਜ ਤੁਹਾਡੇ ਕੋਲ ਹੋਊਗੀ ਨਾ, ਐਗਜ਼ਾਮ ਤੁਹਾਡਾ ਉਨਾ ਹੀ ਵਧੀਆ ਹੋਊਗਾ। ਜਿੰਨੇ ਟ੍ਰਿਕਸ, ਜਿੰਨੀਆਂ ਸਟ੍ਰੈਟਜੀਜ਼ ਤੁਹਾਨੂੰ ਪਤਾ ਹੋਣਗੀਆਂ, ਉਨਾ ਐਗਜ਼ਾਮ ਤੁਹਾਡਾ ਵਧੀਆ ਹੋਊਗਾ। ਹੁਣ ਇਹ ਚੀਜ਼ ਨਹੀਂ ਕਿ ਤੁਹਾਨੂੰ ਕੀ ਡਿਕਟੇਸ਼ਨ ਦੀ ਟ੍ਰਿਕ ਦੱਸਦੀ ਆ, ਇਹ ਟ੍ਰਿਕ ਤੁਸੀਂ ਕਹੋਗੇ ਵੀ ਅੱਜ ਟ੍ਰਿਕ ਦੱਸੀ ਆ, ਕੱਲ ਨੂੰ ਇਹ ਚੀਜ਼ ਵਰਕ ਕਰਨ ਲੱਗ ਪਊਗੀ, ਇਹ ਚੀਜ਼ ਨਹੀਂ ਹੁੰਦੀਗੀ। ਕੋਈ ਵੀ ਟ੍ਰਿਕ ਆ, ਕੋਈ ਵੀ ਸਟ੍ਰੈਟਜੀ ਆ, ਉਹਨੂੰ ਕੰਮ ਕਰਨ ਵਾਸਤੇ, ਉਹਨੂੰ ਵਰਕ ਕਰਨ ਵਾਸਤੇ ਹਫਤਾ, 10 ਦਿਨ, 15 ਦਿਨ ਦਾ ਚਾਹੀਦਾ ਹੀ ਆ, ਠੀਕ ਆ। ਕੋਈ ਵੀ ਚੀਜ਼ ਆ, ਹੁਣ ਮੈਂ ਕੋਈ ਵੀ ਟ੍ਰਿਕ ਦੱਸੀ ਡਿਕਟੇਸ਼ਨ ਦੀ, ਫਸਟ ਹੁਣ ਪਹਿਲਾ ਕੀਵਰਡ ਕੈਪੀਟਲ ਵਰਡ ਚੱਕ ਲਿਆ ਕਰੋ ਤੁਸੀਂ, ਇਹ ਨਾ ਤੁਹਾਡੀ ਡਿਕਟੇਸ਼ਨ ਇੰਪਰੂਵ ਹੋ ਜਾਊਗੀ। ਬਟ ਇਹ ਵੀ ਟ੍ਰਿਕ ਆ ਜਿਹੜੀ, ਇਹਨੂੰ 3-4 ਦਿਨ ਲਗਾਤਾਰ ਫੋਲੋ ਕਰਿਓ, ਇਹ ਚੀਜ਼ ਨਾਲ ਕੀ ਆ, ਇੰਪਰੂਵਮੈਂਟ ਤੁਹਾਡੀ ਹੋ ਜਾਊਗੀ। ਪੀਟੀਈ ਨੂੰ ਲੈ ਕੇ ਕੋਈ ਵੀ ਡਾਊਟ ਹੁੰਦਾ ਵਾ, ਕੋਈ ਵੀ ਸਵਾਲ ਤੁਹਾਡੇ ਮਨ ਦੇ ਵਿੱਚ ਆ, ਲਿਸਨਿੰਗ ਨੂੰ ਲੈ ਕੇ, ਰੀਡਿੰਗ ਨੂੰ ਲੈ ਕੇ, ਰਾਈਟਿੰਗ ਨੂੰ ਲੈ ਕੇ, ਸਪੀਕਿੰਗ ਨੂੰ ਲੈ ਕੇ, ਤੁਸੀਂ ਮੈਨੂੰ ਕਮੈਂਟ ਸੈਕਸ਼ਨ ਵਿੱਚ ਪੁੱਛ ਸਕਦੇ ਹੋ। ਮੈਂ ਤੁਹਾਡੇ ਕਮੈਂਟ ਦਾ ਜ਼ਰੂਰ ਰਿਪਲਾਈ ਦਊਂਗਾ। ਹੋ ਸਕਦਾ ਵਾ ਮੈਂ ਤੁਹਾਡੇ ਉਹੀ ਟੌਪਿਕ ਤੇ ਨੈਕਸਟ ਵੀਡੀਓ ਲੈ ਕੇ ਆ ਜਾ। ਸਾਡੀਆਂ ਵੀਡੀਓ ਡੇਲੀ ਦੇਖਣ ਵਾਸਤੇ ਨਾ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ। ਵੀਡੀਓ ਵਧੀਆ ਲੱਗਦੀ ਹੁੰਦੀ ਆ, ਦੋਸਤ ਮਿੱਤਰਾਂ ਨੂੰ ਸ਼ੇਅਰ ਜ਼ਰੂਰ ਕਰ ਦਿਆ ਕਰੋ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਆ ਕਰੋ। ਏਦਾਂ ਡੇਲੀ ਅਸੀਂ ਵੀਡੀਓਜ਼ ਲੈ ਕੇ ਆਉਂਦੀਆਂ ਰਹਿਣੀਆਂ ਹੁਣ, ਠੀਕ ਆ। ਡੇਲੀ ਲਾਈਵ ਕਰਨੇ ਵੀ ਹੁਣ ਸ਼ੁਰੂ ਕਰਤੇ ਆ। YouTube ਤੇ ਗੁਰਵਿੰਦਰ ਪੀਟੀ ਚੈਨਲ ਜਿਹੜਾ ਵਾ ਉਹਨੂੰ ਸਬਸਕ੍ਰਾਈਬ ਕਰ ਲਓ ਤੇ ਨੋਟੀਫਿਕੇਸ਼ਨ ਬੈਲ ਨੂੰ ਔਨ ਕਰ ਲਓ, ਜੋ ਤੁਸੀਂ ਡੇਲੀ ਸਾਡੀਆਂ ਵੀਡੀਓਜ਼ ਦੇਖਦੇ ਰਹੋ ਤੇ ਕੋਈ ਵੀ ਵੀਡੀਓ ਮਿਸ ਨਾ ਕਰ ਪਾਵੋ। ਡੇਲੀ ਅਸੀਂ ਹੁਣ ਵੀਡੀਓਜ਼ ਲੈ ਕੇ ਆਉਂਦੇ ਰਹਿਣਾ ਵਾ। ਨੈਕਸਟ ਵੀਡੀਓ ਜਲਦੀ ਲੈ ਕੇ ਆਵਾਂਗੇ ਤੁਹਾਡੇ ਵਾਸਤੇ। ਥੈਂਕ ਯੂ ਸੋ ਮਚ।